ਸਾਰਿਆਂ ਦਾ ਸਵਾਗਤ ਆ ਇੱਕ ਨਵੇਂ ਐਪੀਸੋਡ ਕਹਿ ਲਓ, ਪਹਿਲੇ ਐਪੀਸੋਡ ਕਹਿ ਲਓ, ਪ੍ਰੋਡਕਾਸਟ ਕਹਿ ਲਓ, ਇਹਨੂੰ ਕੁਝ ਵੀ ਕਹਿ ਸਕਦੇ ਆ। ਤੇ ਇਦਾਂ ਅਸੀਂ ਨਾ ਇਹ ਚੀਜ਼ ਕਿਉਂ ਸਟਾਰਟ ਕਰਨ ਬਾਰੇ ਸੋਚੀ, ਬਿਕੋਜ਼ ਸਾਨੂੰ ਇਦਾਂ ਸੀ ਕਿ ਇੰਡੀਆ ਬੈਠੇ ਨਾ ਇੱਕ ਲਾਈਕ ਤੁਸੀਂ ਕਹਿ ਲਓ ਕਿ ਅੱਜ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਇੱਕ ਇੰਟਰਨੈਸ਼ਨਲ ਸਟੂਡੈਂਟ ਦੀ ਜਰਨੀ ਕਹਿ ਲਓ, ਤੇ ਕਿ ਉਹਨੂੰ ਇੱਥੇ ਕੀ ਸਟਰਗਲ ਕਰਨਾ ਪੈਂਦਾ ਹੈ, ਕੀ ਕੁਝ ਫੇਸ ਕਰਨਾ ਪੈਂਦਾ ਹੈ ਨਾ, ਕਿੱਦਾਂ ਫੀਸਾਂ ਨਿਕਲਦੀਆਂ ਨੇ, ਸਾਰਾ ਕੁਝ। ਸੋ ਇਦਾਂ ਅਸੀਂ ਪਹਿਲਾਂ ਸੋਚਿਆ ਹੈ ਨਾ, ਸਾਨੂੰ ਇਦਾਂ ਕਾਫੀ ਮੈਸੇजेस ਆਉਂਦੇ ਆ, ਬਹੁਤ ਜ਼ਿਆਦਾ ਆਉਂਦੇ ਆ। ਨੋ ਡਾਊਟ ਹੁਣ ਸੋਸ਼ਲ ਮੀਡੀਆ ਜ਼ਿਆਦਾ ਵੱਧ ਚੁੱਕਾ ਹੈ, ਤੇ ਸੋਸ਼ਲ ਮੀਡੀਆ ਵਧਣ ਕਰਕੇ ਮੋਸਟਲੀ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਉੱਥੇ ਬੈਠਿਆਂ ਨੂੰ ਪਤਾ ਲੱਗ ਰਿਹਾ ਕਿ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸੋ ਚਲੋ ਇਹ ਆਪਾਂ ਚੀਜ਼ਾਂ ਅੱਗੇ ਡਿਸਕਸ ਕਰਾਂਗੇ। ਸੋ ਸਾਡਾ ਮੇਨ ਮੋਟਿਵ ਇਹ ਸੀ ਕਿ ਅਸੀਂ ਬੈਠਾ ਬੈਠਾ ਸੋਚਿਆ ਕਿ ਚਲੋ ਫਿਰ ਵੀ ਇੱਕ ਕੋਈ ਨਾ ਕੋਈ ਤਾਂ ਮੈਸੇਜ ਜਾਂਦਾ ਹੀ ਹੈ ਨਾ ਬੱਚਿਆਂ ਤੱਕ ਜਾਂ ਘਰਦਿਆਂ ਤੱਕ, ਕਿ ਅਸੀਂ ਬੈਠੇ ਬੈਠੇ ਸੋਚਿਆ ਕਿ ਇੱਕ ਕੋਈ ਜਵਾਕ ਲੱਭੀਏ ਜਿਹੜਾ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਵਿੱਚ ਆਇਆ ਹੋਵੇ। ਤੇ ਫਿਰ ਸਾਡੇ ਬੈਠੇ ਬੈਠੇ ਦਿਮਾਗ ਦੇ ਵਿੱਚ ਆਇਆ, ਤੇ ਪਹਿਲਾਂ ਤਾਂ ਆਪਣੇ ਨਾਲ ਨਵਦੀਪ ਕੌਰ ਜੀ। ਸਤਿ ਸ਼੍ਰੀ ਅਕਾਲ ਨਵਦੀਪ ਜੀ। ਸਤਿ ਸ਼੍ਰੀ ਅਕਾਲ। ਕਿੱਦਾਂ, ਠੀਕ ਹੋ ਜੀ? ਵਧੀਆ। ਹਾਂ, ਤੇ ਅਸੀਂ ਇਦਾਂ ਬੈਠੇ ਸੀ, ਸਾਡੇ ਰੈਂਡਮਲੀ ਆਂਦਾ ਇਦਾਂ ਇਹ ਆਈਡੀਆ ਆਇਆ ਮਾਈਂਡ ਦੇ ਵਿੱਚ। ਫਿਰ ਮੈਂ ਸੋਚਿਆ ਕਿ ਇੱਕ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਬੱਚਾ ਇੱਥੇ ਆਇਆ ਹੋਵੇ ਉਹਨੂੰ ਆਪਾਂ ਲੱਭੀਏ। ਬਟ ਅਸੀਂ ਲੱਭਣਾ ਕਿਉਂ ਸੀ? ਸਾਡੇ ਕੋਲ ਆਲਰੇਡੀ ਹੈ ਨਾ ਨਵਦੀਪ ਆ, ਜਿਹੜੀ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਹੀ ਇੱਥੇ ਆਈ ਸੀ। ਤੇ ਆਪਾਂ ਸੋਚਿਆ ਕਿ ਕਿਉਂ ਨਾ ਉਹਦੀ ਜਰਨੀ ਤੇ ਹੀ ਗੱਲ ਕਰਦੇ ਆ। ਆਪਾਂ ਇਦਾਂ ਵੀ ਨਹੀਂ ਸੋਚਿਆ ਕਿ ਆਪਾਂ ਇਹ ਪੁਆਇੰਟ ਕਵਰ ਕਰੀਏ ਕਿ ਤੁਸੀਂ ਆਹ ਕਰਿਓ ਉਹ ਕਰ ਸਕਦੇ ਆ। ਸੋ ਆਪਾਂ ਸੋਚਿਆ ਕਿ ਕਿਉਂ ਨਾ ਆਪਾਂ ਪੂਰੀ ਜਰਨੀ ਐਕਸਪਲੇਨ ਕਰੀਏ ਕਿ ਉੱਥੋਂ ਲੈ ਕੇ ਹੁਣ ਤੱਕ। ਨਵਦੀਪ, ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਇੱਥੇ ਆਇਆ ਨੂੰ? ਸੋ ਅਪਰੋਕਸੀਮੇਟਲੀ 3 ਸਾਲ ਹੋ ਚੱਲੇ ਨੇ, ਤੇ ਇਹਨਾਂ 3 ਸਾਲਾਂ ਦੇ ਵਿੱਚ ਬੜੀਆਂ ਪੋਜ਼ਿਟਿਵ ਚੀਜ਼ਾਂ ਵੀ ਆਈਆਂ, ਨੈਗੇਟਿਵ ਵੀ ਆਈਆਂ। ਸੋ ਓਕੇ, ਸੋ 3 ਸਾਲ। ਹਾਂ, ਤਾਂ ਸੋ ਅਸੀਂ ਇਹੀ ਚੀਜ਼ ਸੋਚੀ ਹੈ ਕਿ ਕਿਉਂ ਨਾ ਸਾਰੀ ਆਪਾਂ ਜਰਨੀ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤਾਂ ਕਿ ਪੇਰੈਂਟਸ ਨੂੰ ਵੀ ਪਤਾ ਲੱਗੇ ਕਿ ਇੱਥੇ ਬੱਚਿਆਂ ਨੂੰ ਕੀ ਹੈ ਨਾ ਆਪਾਂ ਭੇਜਦੇ ਹਾਂ ਜਾਂ ਜੋ ਵੀ ਹੈ ਜਿਵੇਂ ਵੀ ਆ। ਤੇ ਸ਼ੁਰੂ ਕਰਦੇ ਹਾਂ ਪਹਿਲਾਂ ਨਵਦੀਪ ਕੌਰ, ਤੁਹਾਨੂੰ ਹੈ ਨਾ ਇਹਨਾਂ ਦਾ ਨਾਮ ਤਾਂ ਪਤਾ ਲੱਗ ਹੀ ਗਿਆ। ਤੇ ਓਕੇ, ਆਪਾਂ ਜਮਾਂ ਸਟਾਰਟਿੰਗ ਤੋਂ ਸਟਾਰਟ ਕਰਦੇ ਹਾਂ। ਨਵਦੀਪ, ਤੁਹਾਡਾ ਹੈ ਨਾ ਕਿਉਂ ਪਲਾਨ ਬਣਿਆ ਕਿ ਆਪਣੀ ਕੰਟਰੀ ਨੂੰ ਲੀਵ ਕਰਨਾ, ਪੰਜਾਬ ਨੂੰ ਲੀਵ ਕਰਕੇ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਆਉਣਾ, ਸਟੱਡੀ ਕਰਨੀ, ਜਦ ਕਿ ਉੱਥੇ ਆਪਣੇ ਕੋਲ ਬਹੁਤ ਕੁਝ ਬਣਿਆ ਬਣਾਇਆ ਹੁੰਦਾ ਹੈ ਨਾ। ਸੋ ਇੱਥੇ ਆ ਕੇ ਜ਼ੀਰੋ ਤੋਂ ਸਟਾਰਟ ਕਰਨਾ, ਮਤਲਬ ਕੀ ਇਦਾਂ ਦੀ ਮਾਈਂਡ ਦੇ ਵਿੱਚ ਚੀਜ਼ ਆਈ ਕਿ ਤੁਹਾਨੂੰ ਲੱਗਾ ਕਿ ਕੈਨੇਡਾ ਆਉਣਾ ਚਾਹੀਦਾ? ਸੋ ਸਭ ਤੋਂ ਪਹਿਲਾਂ ਤਾਂ ਮੈਂ ਜਿੱਦਾਂ ਗ੍ਰੈਜੂਏਸ਼ਨ ਕਰ ਰਹੀ ਸੀ ਸਾਇੰਸ ਫੀਲਡ ਦੇ ਵਿੱਚ, ਤੇ ਮੇਰਾ ਪਲਾਨ ਇਹ ਸੀਗਾ ਕਿ ਮੈਂ ਇਨ ਫਿਊਚਰ ਮਾਸਟਰਸ ਕਰਕੇ ਟੀਚਰ ਦੀ ਜੌਬ ਦੇ ਲਈ ਹੈ ਨਾ ਅਪਲਾਈ ਕਰਾਂ। ਬਟ ਉੱਥੇ ਰਹਿੰਦਿਆਂ ਦੇਖਿਆ ਕਿ ਹੈ ਨਾ ਟੀਚਰਸ ਤਾਂ ਖੁਦ ਸਟ੍ਰਾਈਕ 'ਤੇ ਸੀਗੇ ਉਸ ਟਾਈਮ, ਤੇ ਬਾਕੀ ਓਪਰਚੁਨਿਟੀ ਕੰਪੀਟੀਸ਼ਨ ਬਹੁਤ ਜ਼ਿਆਦਾ ਸੀ ਤੇ ਓਪਰਚੁਨਿਟੀਜ਼ ਘੱਟ ਸੀਗੀਆਂ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਉਸ ਫੀਲਡ ਦੇ ਵਿੱਚ ਰਹਿ ਕੇ ਕਰ ਸਕਦੇ ਸੀ, ਬਟ ਬਹੁਤ ਓਪਰਚੁਨਿਟੀਜ਼ ਘੱਟ ਸੀ। ਤੇ ਦੂਸਰੀ ਗੱਲ, ਆਪਾਂ ਨੂੰ ਇੰਨੀਆਂ ਚੀਜ਼ਾਂ ਦਾ ਪਤਾ ਹੀ ਨਹੀਂ ਸੀ, ਆਪਣੇ ਕੋਲ ਇੰਨੀ ਨੌਲੇਜ ਨਹੀਂ ਸੀ ਕਿ ਆਪਾਂ ਨੂੰ ਇੱਦਾਂ ਨਹੀਂ ਗਾਈਡ ਕੀਤਾ ਗਿਆ ਕਿ ਤੁਸੀਂ ਇਸ ਫੀਲਡ ਦੇ ਵਿੱਚ ਆਹ ਅੱਗੇ ਜਾ ਕੇ ਚੀਜ਼ਾਂ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਡੇ ਫਿਊਚਰ ਦੇ ਵਿੱਚ ਤੁਸੀਂ ਬੈਨੀਫਿਟ ਤੁਹਾਨੂੰ ਮਿਲੇ। ਅੱਛਾ, ਸੌਰੀ ਮੈਂ ਤੁਹਾਨੂੰ ਇੱਥੇ ਟੋਕ ਰਿਹਾ। ਮੈਂ ਗੱਲ ਕਰ ਰਿਹਾ ਤੁਹਾਡੇ ਨਾਲ, ਤਾਂ ਮੇਰੀ ਇੱਕ ਚੀਜ਼ ਮਾਈਂਡ 'ਚ ਆਈ। ਤੁਸੀਂ ਕਿਹਾ ਕਿ ਉੱਥੇ ਹੈ ਨਾ ਕਿ ਕਹਿ ਲਓ ਨੌਕਰੀਆਂ ਘੱਟ ਸੀ ਆਪਣੇ ਕੋਲ ਜਾਂ ਕੁਝ ਵੀ ਘੱਟ ਸੀ, ਹੈ ਨਾ। ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਸਿਰਫ ਜਿਵੇਂ ਪੰਜਾਬ ਦੇ ਹੈ ਨਾ, ਮੈਨੂੰ ਨਹੀਂ ਪਤਾ ਬਾਹਰ ਕੀ ਚੱਲ ਰਿਹਾ, ਕਿ ਅਸੀਂ ਪੰਜਾਬ 'ਚ ਦੇਖਾਂ ਤਾਂ ਆਪਣੇ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਆਪਾਂ ਕਿਹੜੇ ਕਿਹੜੇ ਟੈਸਟ ਦੇ ਸਕਦੇ ਹਾਂ, ਕਿਹੜੇ ਟੈਸਟ ਨਹੀਂ ਦੇ ਸਕਦੇ ਪੰਜਾਬ ਦੇ ਵਿੱਚ ਬੈਠੇ ਹਾਂ। ਬਿਲਕੁਲ ਮੈਂ ਤੁਹਾਨੂੰ ਦੱਸਦਾ ਹੈ ਨਾ, ਆਪਣੇ ਚਲੋ ਘਰ ਦੇ ਹਨਾ ਪੇਰੈਂਟਸ ਆਪਣੀ ਜਨਰੇਸ਼ਨ ਆ ਜਿਹੜੀ ਹਨਾ ਕਿ ਉਹਨਾਂ ਦੇ ਇੰਨੇ ਨਹੀਂ ਪੜ੍ਹੇ ਹੁੰਦੇ। ਸੋ ਉਹਨਾਂ ਨੂੰ ਮੇਨ ਕੀ ਹੁੰਦਾ, ਚਲੋ ਜਵਾਕ ਨੂੰ ਸਕੂਲੇ ਲਾਤਾ, ਸਕੂਲ ਗਿਆ ਜਵਾਕ, ਕਾਲਜ ਗਿਆ, ਤੇ ਆਪਣੇ ਜਵਾਕਾਂ ਦੇ ਵਿੱਚ ਜੋ ਘਰਦਿਆਂ ਨੂੰ ਵੀ ਇਹ ਪਤਾ ਹੁੰਦਾ ਆਰਟਸ ਕਰਾ ਦਈਏ, ਨਾਨ ਮੈਡੀਕਲ ਕਰਾ ਦਈਏ ਜੀ, ਬਸ ਹਨਾ। ਤੇ ਗਾਂ ਜਵਾਕ ਕੀ ਆ, ਲੱਲੀ ਦੇ ਮਗਰ ਜੋ ਵੀ ਹੁੰਦਾ ਹੈ ਹਨਾ, ਭੇਡਾਂ ਵਾਂਗੂ। ਓਕੇ ਜੀ, ਮੇਰੀ ਫਰੈਂਡ ਨੇ ਤਾਂ ਆਰਟਸ ਰੱਖੀ ਆ, ਮੈਂ ਆਰਟਸ ਰੱਖ ਲੈਣੀ ਆ, ਨਾਨ ਮੈਡੀਕਲ ਰੱਖੀ ਆ, ਮੈਂ ਨਾਨ ਮੈਡੀਕਲ। ਅੱਛਾ, +1 'ਚ ਹੋ ਗਈ ਹੈ, ਆਪਾਂ +1 'ਚ ਹੋ ਗਏ, ਅੱਛਾ ਤੂੰ ਕੀ ਕਰਨਾ ਹਨਾ। ਨਾਲ ਦੀ ਕੁੜੀ ਨੂੰ ਜਾਂ ਮੁੰਡੇ ਨੂੰ ਸਵਾਲ ਕਰਦੇ ਆ, ਯਾਰ BSc ਨਾਨ ਮੈਡੀਕਲ ਕਰ ਲੂੰਗੀ ਹਨਾ। ਅੱਛਾ, BSc ਨਾਨ ਮੈਡੀਕਲ। ਫਿਰ ਆਪਾਂ ਘਰੇ ਇੱਕ ਗੱਲ ਕਰਦੇ ਆ, ਮੰਮੀ ਮੇਰੀ ਸਹੇਲੀ ਨੇ ਤਾਂ BSc ਨਾਨ ਮੈਡੀਕਲ ਕਰਨੀ ਆ, ਕਿਉਂ ਨਾ ਮੈਂ ਵੀ ਉਹੀ ਕਰ ਲਾਂ ਹਨਾ। ਬਟ ਆਪਾਂ ਹਨਾ, ਤੁਸੀਂ ਆਪਣੀ ਸਹੇਲੀ ਨੂੰ ਪੁੱਛਿਆ ਕਿ ਤੂੰ BSc ਨਾਨ ਮੈਡੀਕਲ ਕਰ ਰਹੀ ਹੈ, ਤੂੰ ਕਿਉਂ ਕਰ ਰਹੀ ਹੈ? ਤੇ ਜਦੋਂ ਤੁਸੀਂ ਆਪਣੇ ਆਪ ਤੋਂ ਸਵਾਲ ਕੀਤਾ ਕਿ ਜੇ ਮੈਂ BSc ਨਾਨ ਮੈਡੀਕਲ ਕਰਨੀ ਹੈ ਤਾਂ ਮੈਂ ਕਿਉਂ ਕਰ ਰਹੀ ਹਾਂ, ਮੈਂ ਕਿਉਂ ਕਰਨੀ ਆ, ਘਰਦਿਆਂ ਅੱਗੇ ਸਵਾਲ ਕੁਐਸਚਨ ਆਪਾਂ ਨਹੀਂ ਕੀਤਾ ਹਨਾ, ਸਿਰਫ ਇੱਕ। ਸੋ ਜਿੱਦਾਂ ਤੁਸੀਂ ਕਿਹਾ ਨਾ ਟੀਚਰ, ਸੋ ਆਪਾਂ ਇਹ ਚੀਜ਼ਾਂ ਨੂੰ ਸੋਚਦੇ ਨਹੀਂ ਆ ਕਿ ਆਪਣੀ ਪੰਜਾਬ ਮੈਂ ਦੇਖਿਆ ਹਨਾ, ਜਿੱਥੋਂ ਤੱਕ ਆਪਣੇ ਮੋਸਟਲੀ ਹਨਾ ਕੀ ਹੁੰਦਾ, ਫੌਜ 'ਚ ਭਰਤੀ ਹੋ ਜਾਓ ਜੀ ਤੇ ਟੀਚਰ ਬਣ ਸਕਦੇ ਆ ਤੇ ਪੁਲਿਸ ਜਾ ਸਕਦੇ ਆ। ਮੈਨੂੰ ਨਹੀਂ ਲੱਗਦਾ ਇਸ ਤੋਂ ਬਾਅਦ ਹਨਾ ਸੋਚਦੇ ਹੋਣਗੇ 100 ਚੋਂ ਸਿਰਫ 20 ਬੱਚੇ, ਬਹੁਤ ਘੱਟ ਹਨਾ। ਸੋ ਇਹ ਚੀਜ਼ਾਂ ਸੋਚਦੇ ਨੇ, ਮੈਂ ਨੋਟ ਕੀਤੀ ਆ। ਦਿੱਲੀ ਵਗੈਰਾ ਵਾਲੀ ਸਾਈਡ ਚੱਲ ਜਾਓ, ਰਾਜਸਥਾਨ, ਇਦਾਂ ਦੀ ਚੀਜ਼ਾਂ ਸਮਝੋ, ਉਹਨਾਂ ਨੂੰ ਬੱਚਿਆਂ ਨੂੰ ਥੋੜੀ ਜਿਹੀ ਨੌਲੇਜ ਹੈਗੀ ਆ। ਉਹ ਕੀ ਕਰਦੇ ਨੇ, ਅਸੀਂ ਟੈਟ ਕਲੀਅਰ, ਚਲ ਟੈਟ ਵੀ ਆਉਂਦੇ ਨਾਲ ਹਨਾ ਰਿਲੇਟਡ ਆ ਗਿਆ ਟੀਚਰ ਨਾਲ, ਉਹ ਹੋਰ ਕਾਫੀ ਕੁਝ ਦੇਖਦੇ ਨੇ। ਮੈਂ IPS ਆਫਿਸਰ ਬਣ ਸਕਦਾ, ਮੈਂ ਉਹਦਾ ਟੈਸਟ ਕਲੀਅਰ ਕਰਾਂ, ਮੈਂ ਆਹ ਬਣ ਸਕਦਾ। ਆਪਾਂ ਇੱਥੋਂ ਤੱਕ ਸੋਚ ਲੈ ਜਾਂਦੇ ਨਹੀਂ, ਤੇ ਆਪਾਂ ਨੂੰ ਇਦਾਂ ਲੱਗਦਾ ਕਿ ਆਪਣੇ ਲਈ ਇੰਡੀਆ ਦੇ ਵਿੱਚ ਕੁਝ ਨਹੀਂ।
ਸਹੀ ਇੰਡੀਆ ਛੱਡੀਏ ਬਾਹਰ ਮਤਲਬ ਕਿ ਜਾਈਏ। ਆਪਾਂ ਨੂੰ ਇੰਨੀ ਗਾਈਡੈਂਸ ਹੀ ਨਹੀਂ ਮਿਲਦੀ ਕਿ ਆਪਾਂ ਅੱਗੇ ਦੇ ਬਾਰੇ ਸੋਚ ਸਕੀਏ ਕਿ ਆਪਾਂ ਕਿੱਧਰ ਜਾਣਾ। ਆਪਾਂ ਨੂੰ ਰਾਹ ਦਿਖਾਉਣ ਵਾਲਾ ਪ੍ਰੋਪਰ ਨਹੀਂ ਹੁੰਦਾ, ਜ਼ਰੀਆ ਜਿਹੜਾ ਉਹ ਸਹੀ ਨਹੀਂ ਹੈਗਾ ਜਿੱਦਾਂ ਤੇ ਕਹਿ ਨਾ ਸਕਦੇ ਹੀ ਆਪਾਂ ਨੂੰ ਉੱਥੇ ਟੀਚਰ ਇੰਨਾ ਗਾਈਡ ਕਰਦੇ ਨੇ ਹਾਂਜੀ, ਰਾਈਟ, ਕਿ ਉਹੀ ਮੈਂ ਤੁਸੀਂ ਕਹਿ ਰਹੀ ਹਾਂ। ਇੱਥੇ ਚੱਲ ਜੀਏ ਜਾਂ ਤੁਸੀਂ ਆਪਾਂ ਆਹ ਇਹ ਕਰ ਕਰ ਲਓ, ਸਕਦੇ ਹਾਂ। ਆਹ ਕਰ ਸਕਦੇ ਆ, ਬਸ ਜਿੰਨਾ ਕੁ ਮੋਟਾ ਆਪਾਂ ਨੂੰ ਟੀਵੀਆਂ 'ਚ ਦੇਖ ਲਿਆ ਜਾਂ ਕਿਸੇ ਤੋਂ ਸੁਣ ਲਿਆ, ਡਾਕਟਰ ਬਣ ਜਾਓ, ਟੀਚਰ ਬਣ ਜਾਓ, ਇੰਜੀਨੀਅਰ ਬਣ ਜਾਓ, ਬਸ ਇਹ 2-4 ਹਾਂ, ਚੀਜ਼ਾਂ। ਇੱਕ ਚੀਜ਼ ਮੈਂ ਇਹ ਵੀ ਬਸ। ਦੇਖਦਾ ਹੁੰਦਾ ਕਿ ਬੱਚਿਆਂ ਦੇ ਵਿੱਚ ਇਹ ਹੁੰਦਾ ਕਿ ਅਸੀਂ ਡਾਕਟਰ ਬਣਨਾ ਹੈ, ਉਹ ਸਿਰਫ ਉਦੋਂ ਤੱਕ ਹੁੰਦਾ ਜਦੋਂ ਛੋਟੇ ਹੁੰਦੇ, ਜਦੋਂ ਵੱਡੇ ਹੁੰਦੇ ਡਾਕਟਰ ਲੈਵਲ ਦੀ ਪੜ੍ਹਾਈ ਨਹੀਂ ਕਰਦੇ, ਉੱਥੇ ਤੱਕ ਪਹੁੰਚ ਹੀ ਨਹੀਂ ਪਾਉਂਦੇ, ਮੈਂ ਹਨਾ। ਖੁਦ ਇਹ ਚੀਜ਼ ਸੋਚੀ ਹੋਈ ਸੀ ਕਿ ਮੈਂ ਡਾਕਟਰ ਬਣਨਾ। ਛੋਟੇ ਹੁੰਦੇ ਜਵਾਕ ਨੂੰ ਆਪਣੇ ਪੰਜਾਬ 'ਚ ਪੁੱਛ ਲਈ ਨਾ ਕੀ ਬੰਨਾ ਪੁੱਤ ਤੂੰ, ਮੈਂ ਤਾਂ ਜੀ ਜਾਂ ਮੈਡਮ ਬਣੂੰਗੀ ਤੇ ਜਾਂ ਮੈਂ ਮਾਸਟਰ ਲੱਗ ਜੂੰਗਾ ਜੀ, ਤੇ ਜਾਂ ਮੈਂ ਡਾਕਟਰ ਬਣ ਜੂੰਗਾ ਜੀ। ਆਹ ਦੋ ਚੀਜ਼ਾਂ ਹੁੰਦੀਆਂ ਨੇ, ਹਨਾ। ਤੇ ਸੋ ਮੈਨੂੰ ਲੱਗਦਾ ਕਿ ਹਨਾ ਥੋੜਾ ਆਪਾਂ ਨੂੰ ਘਰਦਿਆਂ ਨੂੰ ਪਹਿਲਾਂ ਚਲੋ ਅੱਗੇ ਥੋੜੇ ਜਿਹੇ ਪੜ੍ਹੇ ਲਿਖੇ ਆ ਗਿਆ, ਨੋ ਡਾਊਟ, ਬਟ ਹਨਾ ਜਿਹੜੇ ਨਹੀਂ ਵੀ ਪੜ੍ਹੇ ਲਿਖੇ ਆ, ਆਪਣੇ ਕੋਈ ਲਾਗੇ ਤਾਗੇ ਹੁੰਦਾ ਕੋਈ ਸਲਾਹ ਲੈਣੀ ਚਾਹੀਦੀ ਹੈ ਕਿ ਮੈਂ ਬੱਚੇ ਨੂੰ ਇਹੋ ਜਿਹਾ ਕੀ ਕਰਾਵਾਂ। ਹੁਣ ਤੁਹਾਨੂੰ ਮੈਂ ਦੱਸਦਾ ਆਪਣੇ ਸਲਾਹ ਕੀ ਲੈਂਦੇ ਨੇ। ਮੇਰੇ ਵਰਗਾ ਬਾਹਰ ਬੈਠਾ, ਸਾਡਾ ਜਵਾਕ 10ਵੀਂ ਚ ਹੋ ਗਿਆ ਜੀ, ਇਹਨੂੰ 11ਵੀਂ ਚ ਕੀ ਰਹਾਈਏ ਕਿ ਸਾਡੇ ਜਵਾਕ ਨੂੰ ਬਾਹਰ ਕੈਨੇਡਾ ਆਉਣਾ ਸੌਖਾ ਹੋ ਜੇ। ਸੋ ਕੈਨੇਡਾ ਆ ਕੇ ਵੀ ਕੀ ਕਰਦੇ ਆ, ਕੈਨੇਡਾ ਆ ਕੇ ਵੀ 100 ਦੇ ਵਿੱਚੋਂ 20 ਜਾਂ 30 ਬੱਚੇ ਆਫਿਸ ਲੈਵਲ ਦੀ ਜੌਬ ਕਰਦੇ ਆ, ਬਾਕੀ ਸਾਰੇ ਇੱਥੇ ਨਾਰਮਲੀ ਵੇਅਰ ਹਾਊਸ ਫੈਕਟਰੀਆਂ ਦੇ ਵਿੱਚ ਹੀ ਜਾਂਦੇ। ਹਾਂਜੀ। ਸੋ ਆਪਾਂ ਚਲੋ ਪਹਿਲਾਂ ਹੀ ਜ਼ਿਆਦਾ ਹਨਾ ਉਹ ਜਿਹਾ ਚੱਲ ਗਏ, ਸੋ ਆਪਾਂ ਨਾਲ ਨਾਲ ਐਕਸਪਲੇਨ ਕਰਦੇ ਆ। ਅੱਛਾ, ਸੋ ਇਦਾਂ ਕਰਕੇ ਸੋ ਤੁਸੀਂ ਕਦੋਂ ਬਾਹਰ ਆਏ ਸੀ, ਕਿਹੜੇ ਈਅਰ ਦੇ ਵਿੱਚ ਆਏ ਸੀ? 2021 ਦੇ ਵਿੱਚ। ਓਕੇ, ਸੋ ਤੁਹਾਡੇ ਬਾਰੇ ਮੈਂ ਵੀ ਕਾਫੀ ਕੁਝ ਜਾਣਦਾ ਆ, ਹਨਾ। ਸੋ ਮੈਰਿਜ ਤੋਂ ਪਹਿਲਾਂ ਹੀ ਤੁਹਾਡੀ ਸਟੱਡੀ ਉੱਥੇ ਸਟਾਰਟ ਹੋ ਚੁੱਕੀ ਸੀ, ਰਾਈਟ? ਹਾਂਜੀ। ਕੈਨੇਡਾ ਦੀ। ਹਾਂਜੀ। ਬਟ ਲਾਕਡਾਊਨ ਕਰਕੇ ਤੁਸੀਂ ਇੱਥੇ ਆ ਨਹੀਂ ਪਏ। ਤੇ ਫਿਰ ਓਕੇ, ਤੁਹਾਡੀ ਮੈਰਿਜ ਹੋਈ ਤੇ ਮੈਰਿਜ ਤੋਂ ਕਿੰਨੇ ਟਾਈਮ ਬਾਅਦ ਤੁਸੀਂ ਇੱਥੇ ਕੈਨੇਡਾ ਆ ਸੋ ਗਏ? ਮੈਰਿਜ ਤੋਂ ਮੈਂ ਪੂਰੇ 4 ਮਹੀਨੇ, ਐਗਜ਼ੈਕਟ 4 ਮਹੀਨੇ ਬਾਅਦ ਵੈਲੈਂਟਾਈਨਸ ਵਾਲੇ ਦਿਨ 14 ਅਕਤੂਬਰ 14 ਉਹ 14 ਫੈਬ, ਸੌਰੀ, ਉਸ ਦਿਨ ਮੈਂ ਇੱਥੇ ਆਈ ਸੀ। 14 ਅਕਤੂਬਰ ਨੂੰ ਸਾਡੀ ਮੈਰਿਜ ਹੋਈ ਸੀ। ਸੋ ਮੇਰੇ ਮਾਈਂਡ 'ਚ ਉਹ ਚੀਜ਼ ਆ ਗਈ। ਸੋ ਓਕੇ, ਸੋ 14 ਫੈਬ ਨੂੰ ਓਕੇ। ਜਦੋਂ ਹਨਾ ਤੁਸੀਂ ਉੱਥੋਂ ਆਪਣੇ ਘਰ ਨਾਲ ਲੀਵ ਕੀਤਾ ਜਾਂ ਪਲੇਨ ਦੇ ਵਿੱਚ, ਕੀ ਚੱਲ ਰਿਹਾ ਸੀ ਉਹ ਮਾਈਂਡ ਦੇ ਵਿੱਚ? ਸਭ ਤੋਂ ਪਹਿਲੀ ਗੱਲ ਤਾਂ ਜਿੱਦਾਂ ਕਹਿ ਸਕਦੇ ਆ ਕਿ ਮੈਂ ਰੋਣਾ ਧੋਣਾ ਸਭ ਪਹਿਲਾਂ ਹੀ ਖਤਮ ਕਰ ਲਿਆ ਸੀ। ਜਦੋਂ ਆਪਾਂ 에ਅਰਪੋਰਟ ਤੇ ਪਹੁੰਚੇ ਉਦੋਂ ਮੈਨੂੰ ਇਦਾਂ ਲੱਗੇ ਕਿ ਮੈਨੂੰ ਜਿੱਦਾਂ ਕੋਈ ਧੱਕਾ ਲੱਗ ਗਿਆ ਹੁੰਦਾ, ਕਿ ਜਿੱਦਾਂ ਮੈਨੂੰ ਖੂਹ ਦੇ ਵਿੱਚ ਸਿੱਟਦੇ ਪਏ ਹੁੰਦੇ ਆ ਤੇ ਬਸ ਮੈਂ ਡਿੱਗ ਗਈ। ਐਂਡ ਜਦੋਂ ਮੈਂ ਅੰਦਰ 에ਅਰਪੋਰਟ ਦੇ ਐਂਟਰ ਕੀਤੀ ਤੇ ਮੈਨੂੰ ਇਦਾਂ ਲੱਗੇ ਬਸ ਹੁਣ ਉਹ ਛੁੱਟ ਗਿਆ ਤੇ ਮੈਂ ਆਪਣੀ ਫੈਮਿਲੀ ਨੂੰ ਪਿੱਛੇ ਕਦੇ ਨਹੀਂ ਮਿਲਣਾ, ਕਿ ਜੋ ਹੋਣਾ ਹੁਣ ਮੈਂ ਹੀ ਕਰਨਾ ਅੱਗੇ ਜਾ ਕੇ। ਕਿ ਇਦਾਂ ਦਾ ਕੁਝ ਫੀਲ ਹੋ ਰਿਹਾ ਸੀ ਕਿ ਜਿੱਦਾਂ ਬੰਦਾ ਸੁੰਨ ਹੋ ਜਾਂਦਾ, ਇਦਾਂ ਦੀ ਫੀਲਿੰਗ। ਓਕੇ, ਸੌਰੀ, ਆਪਾਂ ਪਹਿਲਾਂ ਜਹਾਜ਼ ਚੋਂ ਬਾਹਰ ਨਿਕਲੀ, ਇੱਕ ਵਾਰੀ ਉਤਰ ਗਏ, ਇੱਕ ਚੀਜ਼ ਟੌਪਿਕ ਕਵਰ ਕਰਨਾ ਆਪਣਾ ਰਹਿ ਗਿਆ। ਸੋ ਤੁਸੀਂ ਜਦੋਂ ਇੱਥੇ ਆਏ ਸੀ ਕੀ ਸਰਚ ਕਰਕੇ ਆਏ ਸੀ ਕਿ ਮੈਂ ਉੱਥੇ ਆਹ ਸਟੱਡੀ ਲੈਣੀ ਆ? ਕੁਝ ਵੀ ਨਹੀਂ, ਸਿਰਫ ਆਈ ਥਿੰਕ ਸਾਰੇ ਹੀ ਇਦਾਂ ਕਰਦੇ, ਸੇਮ ਪ੍ਰੋਸੀਜਰ ਮੈਂ ਫੋਲੋ ਕੀਤਾ। ਜਸਟ ਏਜੰਟ ਦੇ ਕੋਲ ਗਏ, ਮੇਰੇ ਇੰਨੇ ਬੈਂਡ ਆ ਗਏ ਆ ਤੇ ਮੈਂ ਬਾਹਰ ਜਾਣਾ ਤੇ ਤੁਸੀਂ ਮੈਨੂੰ ਖੁਦ ਸਟੱਡੀ ਦੱਸ ਦਿਓ ਕਿ ਕਿਹੜੀ ਕਿਹੜੀ ਕਰ ਸਕਦੀ ਆ, ਬੈਟਰ ਆ। ਅਗਰ ਜੇ ਮੇਰੀ ਫੀਲਡ ਦੇ ਨਾਲ ਰਿਲੇਟ ਕਰਦੀ ਆ ਤਾਂ ਗੁੱਡ ਆ। ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਤੇਰੇ ਫੀਲਡ ਦੇ ਨਾਲ ਰਿਲੇਟ ਕਰਦੀ ਆ। ਐਂਡ ਸਭ ਤੋਂ ਵੱਡੀ ਬੇਵਕੂਫੀ ਇਹ ਕਿ ਮੈਂ ਉਹਨੂੰ ਸਰਚ ਨਹੀਂ ਕੀਤਾ ਕਿ ਹਾਂ ਰਿਲੇਟ ਕਰਦੀ ਵੀ ਹੈ ਕਿ ਨਹੀਂ, ਮੈਨੂੰ ਇੱਥੇ ਆ ਕੇ ਪਤਾ ਲੱਗਾ। ਬਿਲਕੁਲ, ਆਪਣੇ ਘਰ ਦੇ ਨਹੀਂ ਪੜ੍ਹੇ ਲਿਖੇ ਨਾ, ਮੈਂ ਪਹਿਲਾਂ ਇਹ ਚੀਜ਼ ਕਵਰ ਕਰਤੀ। ਬਟ ਤੁਸੀਂ ਪੜ੍ਹੇ ਲਿਖੇ ਸੀ, ਤੁਸੀਂ ਗ੍ਰੈਜੂਏਸ਼ਨ ਕੀਤੀ ਸੀ, ਬੀਐਸਸੀ ਨਾਨ ਮੈਡੀਕਲ ਕੀਤਾ ਹੋਇਆ ਸੀ, ਹਨਾ। ਸੋ ਤੁਸੀਂ ਇੰਨੀ ਟਰਾਈ ਨਹੀਂ ਕੀਤੀ ਕਿ ਜਿਹੜੀ ਆਪਾਂ ਨੂੰ ਕੀ ਹੁੰਦਾ ਕਿ ਮੈਨੂੰ ਕੈਨੇਡਾ ਭੇਜ ਦਿਓ ਜੀ, ਬਸ ਮੈਂ ਕੈਨੇਡਾ ਜਾਣਾ, ਕੈਨੇਡਾ ਭੇਜ ਦਿਓ, ਬਸ ਕੈਨੇਡਾ ਮੈਂ ਜਾਣਾ ਅਜੇ ਤੱਕ ਆਣਾ ਹੁੰਦਾ। ਸੋ ਆਪਾਂ ਸਰਚ ਕਰ ਸਕਦੇ, ਤੁਸੀਂ ਸਰਚ ਕਰ ਸਕਦੇ ਸੀ ਹਨਾ ਕਿ ਮੈਨੂੰ ਇਹ ਸਟੱਡੀ ਦੇ ਰਿਹਾ ਭਾਈ, ਮੈਂ ਦੇਖਾਂ ਤਾਂ ਸਹੀ, ਮੈਂ ਬੀਐਸਸੀ ਨਾਨ ਮੈਡੀਕਲ ਕੀਤੀ ਆ ਜਾਂ ਠੀਕ ਆ ਮੈਂ ਬੀਐਸਸੀ ਨਾਨ ਮੈਡੀਕਲ ਕੀਤੀ, ਦਫਾ ਹੋਵੇ ਉਹ, ਮੈਨੂੰ ਨਹੀਂ ਸੀ ਪਤਾ ਮੈਂ ਕੀ ਸੋਚ ਕੇ ਕੀਤੀ ਕੀ ਨਹੀਂ ਸੋਚ ਕੇ ਕੀਤੀ। ਬਟ ਮੈਂ ਗਾਂ ਤੱਕ ਕੁਝ ਸੋਚ ਕੇ ਸਟੱਡੀ ਲਵਾਂ ਕੈਨੇਡਾ ਦੇ ਵਿੱਚ। ਓ ਸੌਰੀ, ਹਾਂ ਸੌਰੀ, ਮਾਫ ਕਰਿਓ। ਤੇ ਹਾਂ, ਸੋ ਤੁਸੀਂ ਇਹਨਾਂ ਦਾ ਸਟੱਡੀ ਸਰਚ ਕਰ ਸਕਦੇ ਸੀ ਹਨਾ ਕਿ ਮੈਂ ਕੈਨੇਡਾ ਚੱਲੀ ਆ, ਮੈਂ ਉੱਥੇ ਕੁਝ ਵਧੀਆ ਸਟੱਡੀ ਲਵਾਂ। ਹੁਣ ਮੈਂ ਇੱਥੇ ਹੀ ਤੁਹਾਨੂੰ ਮੈਂ ਐਕਸਪਲੇਨ ਕਰਦਾ। ਆਪਣੇ ਪੰਜਾਬੀ ਬੱਚਿਆਂ ਨੂੰ ਇਦਾਂ ਹੁੰਦਾ ਕੈਨੇਡਾ ਭੇਜ ਦੋ। ਹੁਣ ਮੈਂ ਦੇਖਦਾ ਜਿਹੜੇ ਮਦਰਾਸ ਸਾਈਡ ਜਾਂ ਇੱਧਰਲੀ ਸਾਈਡ ਦੇ ਲੋਕੀ ਤੇ ਕੈਨੇਡਾ ਦੇ ਵਿੱਚ ਆਉਂਦੇ ਆ ਨਾ, ਸੋ ਉਹ ਪੜ੍ਹਾਈ ਕਰਨ ਆਉਂਦੇ ਨੇ, ਪੜ੍ਹ ਕੇ ਜਾਂ ਤਾਂ ਆਈਟੀ ਵਗੈਰਾ ਕੋਈ ਸਮਥਿੰਗ ਕੁਛ ਇਦਾਂ ਦੀਆਂ ਚੀਜ਼ਾਂ 'ਚ ਪੈ ਕੇ ਜਾਂ ਤਾਂ ਇੱਥੇ ਵਧੀਆ ਜੌਬ ਕਰਦੇ ਨੇ, ਨਹੀਂ ਤਾਂ ਆਪਦੀ ਕੰਟਰੀ ਵਾਪਸ ਜਾਂਦੇ ਨੇ। ਸੋ ਆਪਣੇ ਮੋਸਟਲੀ ਟਰੱਕ ਚਲਾ ਲਿਆ, ਇਹ ਕਰ ਲਿਆ, ਉਹ ਕਰ ਲਿਆ। ਮੈਂ ਸਾਰਿਆਂ ਦੀ ਇਦਾਂ ਨਹੀਂ ਗੱਲ ਕਰਦਾ, ਬਹੁਤ ਬੱਚੇ ਹੈ ਨਾ, ਹਾਂਜੀ 90% ਇਦਾਂ ਹੀ ਹੈ, ਜਿੱਦਾਂ ਇਨਕਲੂਡਿੰਗ ਮੀ। ਆਪ ਮੇਰੇ ਵਰਗੇ ਬਹੁਤ ਲੋਕ ਨੇ ਜਿਹੜੇ ਇਦਾਂ ਹੀ ਆਪਾਂ ਸੋਚ ਕੇ ਆਉਂਦੇ ਆ ਕਿ ਹਾਂ ਆਪਾਂ ਕੈਨੇਡਾ ਜਾਣਾ, ਜਿਹੜਾ ਮਰਜ਼ੀ ਰਾਹ, ਜਿਹੜਾ ਮਰਜ਼ੀ ਸਬਜੈਕਟ, ਬਸ ਸਾਨੂੰ ਭੇਜ ਦਿਓ, ਜਿੱਦਾਂ ਮਰਜ਼ੀ ਹੋਵੇ ਉੱਥੇ ਜਾ ਕੇ ਦੇਖਾਂਗੇ ਆਪਾਂ। ਸੋ ਸੇਮ ਮੇਰੇ ਨਾਲ ਵੀ ਇਦਾਂ ਹੋਇਆ ਕਿ ਜਦੋਂ ਮੇਰੀ ਸਟੱਡੀ ਸਟਾਰਟ ਹੋਈ ਮੈਨੂੰ ਉਦੋਂ ਪਤਾ ਲੱਗਾ ਕਿ ਮੇਰੀ ਸਟੱਡੀ ਕਾਮਰਸ ਦੇ ਨਾਲ ਰਿਲੇਟ ਕਰਦੀ ਸੀ। ਐਂਡ ਉਹਦੇ ਵਿੱਚ ਅਕਾਊਂਟ ਸਬਜੈਕਟ ਸੀ ਜਿਹਦਾ ਕਿ ਮੈਨੂੰ
ABC ਵੀ ਨਹੀਂ ਸੀ ਆਉਂਦੀ, ਤੇ ਉਹ ਮੇਰੇ ਲਈ ਇੰਨਾ ਕੁ ਜ਼ਿਆਦਾ ਡਿਫਿਕਲਟ ਹੋਇਆ ਅੱਗੇ ਜਾ ਕੇ ਕਿ ਅਕਾਊਂਟਸ ਹੁਣ ਜਿਹਨੇ ਕਮਰਸ ਕੀਤੀ ਉਹਨੂੰ ਹੀ ਆਉਂਦਾ ਹੋਊਗਾ, ਨਾਨ ਮੈਡੀਕਲ ਵਾਲੇ ਬੱਚਿਆਂ ਨੂੰ ਨਹੀਂ ਕੁਝ ਪਤਾ ਹੁੰਦਾ ਕਿ ਹਾਂ ਉਹਦੇ ਵਿੱਚ ਕੀ ਹੁੰਦਾ। ਓਕੇ, ਤੇ ਇਹ ਵੀ ਚੀਜ਼ ਹਨਾ ਕਿ ਮੈਨੂੰ, ਮੈਂ ਜਿੱਦਾਂ ਹਨਾ ਪਹਿਲਾਂ ਵੀ ਕਹੀ, ਆਪਣੇ ਉੱਥੇ ਕੀ ਹੁੰਦਾ ਕਿ ਦੇਖੀ ਜਾਓ ਅੱਗੇ ਜਾ ਕੇ ਕੀ ਹੋਣਾ ਕੀ ਨਹੀਂ ਹੋਣਾ, ਤੁਸੀਂ ਕੈਨੇਡਾ ਭੇਜ ਦਿਓ ਸਾਨੂੰ ਬਸ। ਹਾਂਜੀ, ਕੈਨੇਡਾ ਭਲਾ ਆਪਾਂ ਨੂੰ ਸਾਲ ਦਾ ਕੋਰਸ ਦਵਾ ਦਿਓ, 6 ਮਹੀਨਿਆਂ ਦਾ ਦਵਾ ਦਿਓ, ਆਪਾਂ ਇੱਥੇ ਆ ਕੇ ਐਕਸਟੈਂਡ ਕਰਨ ਦੇ ਚੱਕਰਾਂ 'ਚ ਪਏ ਫਿਰਦੇ ਆ ਕਿ ਆਪਾਂ ਨੂੰ ਬਾਅਦ ਵਿੱਚ ਪੀਆਰ ਨਹੀਂ ਹੁੰਦੀ ਹਨਾ। +2 ਵਾਲੇ ਇੱਥੋਂ ਕੈਨੇਡਾ ਗਵਰਨਮੈਂਟ ਦੇ ਪੀਆਰ ਲਈ ਇੰਨੇ ਕਿ ਜ਼ਿਆਦਾ ਸਕੋਰ ਹਾਈ ਕਰਤੇ ਨੇ ਕਿ ਬੱਚੇ ਨੇ ਉੱਥੋਂ ਗ੍ਰੈਜੂਏਸ਼ਨ ਵੀ ਕੀਤੀ ਹੋਵੇ, ਇੱਥੇ ਕਿ ਪੋਸਟ ਗ੍ਰੈਜੂਏਸ਼ਨ ਵੀ ਕਰਦਾ ਤਾਂ ਉਹਦੇ ਸਕੋਰ ਇੱਥੇ ਓਨਟਾਰੀਓ ਵਗੈਰਾ ਦੇ ਵਿੱਚ ਹਨਾ, ਮੈਨੂੰ ਬਾਹਰਲੀਆਂ ਪ੍ਰੋਵਿੰਸਾਂ ਦੇ ਵਿੱਚ ਨਹੀਂ ਜ਼ਿਆਦਾ ਪਤਾ, ਸੋ ਪੀਆਰ ਲੈਣੀ ਔਖੀ ਹੋਈ ਪਈ ਆ। ਸੋ +2 ਕਰਕੇ ਜਿਹੜਾ ਬੱਚਾ ਇੱਥੇ ਆ ਕੇ ਗ੍ਰੈਜੂਏਸ਼ਨ ਕਰ ਰਿਹਾ ਤਾਂ ਉਹ ਤਾਂ ਇੱਥੇ ਭੁੱਲ ਹੀ ਜਾਵੇ ਹਨਾ ਓਨਟਾਰੀਓ ਪ੍ਰੋਵਿੰਸ ਦੇ ਵਿੱਚ ਕਿ ਇੱਥੇ ਪੀਆਰ ਲੈ ਸਕਦਾ। ਉਹ ਵੀ ਠੀਕ ਆ, ਆਪਾਂ ਵਾਪਸ ਜਹਾਜ਼ ਦੇ ਵਿੱਚ ਬਹਿੰਦੇ ਆ ਤੇ ਓਕੇ ਹਨਾ ਲੈਂਡ ਹੋਏ ਤੇ ਉਦੋਂ ਆਈ ਥਿੰਕ ਕੋਵਿਡ ਦਾ ਟਾਈਮ ਸੀ, ਰਾਈਟ? ਹਾਂਜੀ ਬਿਲਕੁਲ। ਸੋ ਥੋੜਾ ਪਾਓ ਅੱਗੇ ਚੱਲਣਾ। ਓਕੇ, ਸੋ ਲੈਂਡ ਹੋਈ ਮੈਂ ਉੱਥੇ ਕੋਵਿਡ ਦਾ ਟਾਈਮ ਸੀਗਾ, ਤੇ ਤੁਸੀਂ ਮਤਲਬ ਮੈਨੂੰ ਉੱਥੇ ਕਿਹਾ ਗਿਆ ਕਿ ਤੁਸੀਂ ਕੁਆਰੰਟਾਈਨ ਪੀਰੀਅਡ ਦੇ ਵਿੱਚ ਰਹਿਣਾ ਵਾ। 14 ਦਿਨਾਂ ਦਾ ਆਪਣੇ ਕੋਲ ਸੀ, ਹੋਟਲ ਦੇ ਵਿੱਚ ਆਪਾਂ ਸਟੇ ਕਰਨਾ ਸੀ। ਸੋ ਕਾਲਜ ਵਾਲਿਆਂ ਨੇ ਪਹਿਲਾਂ ਹੀ ਬੁੱਕ ਕਰਤਾ ਸੀ, ਆਪਾਂ ਉਹਨਾਂ ਨੂੰ ਪੇ ਕਰਤਾ ਸੀ, ਤੇ 14 ਦਿਨ ਆਪਾਂ ਰਹੇ ਉੱਥੇ। ਫੂਡ ਉਹਨਾਂ ਵੱਲੋਂ ਪ੍ਰੋਵਾਈਡ ਹੁੰਦਾ ਸੀ, ਕਦੇ ਕੁਛ ਆਉਂਦਾ ਸੀ ਕਦੇ ਕੁਛ ਆਉਂਦਾ ਸੀ। ਸੋ ਮੈਂ ਗਲਤੀ ਨਾਲ ਨੌਨ ਵੈਜ ਕਹਿਤਾ ਉਹਨਾਂ ਨੂੰ, ਨੌਨ ਵੈਜ ਦੀ ਮੇਰੇ ਤੋਂ ਆਪਸ਼ਨ ਸਿਲੈਕਟ ਹੋ ਗਈ। ਉਦੋਂ ਮੈਂ ਖਾ ਲੈਂਦੀ ਸੀ ਨੋ ਡਾਊਟ, ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਚਿਕਨ ਤੋਂ ਇਲਾਵਾ ਵੀ ਬਹੁਤ ਕੁਝ ਹੁੰਦਾ। ਸੋ ਉੱਥੇ ਕਦੇ ਕੁਝ ਬਫੇਲੋ ਆ ਜਾਏ, ਕਦੇ ਕੁਛ ਆ ਜਾਵੇ। ਉੱਥੇ ਐਡੇ ਐਡੇ ਚਿਕਨ ਦੇ ਪੀਸਿਸ, ਚਿਕਨ ਕਹਿ ਰਹੀ ਹਾਂ ਸੌਰੀ, ਮੀਟ ਦੇ ਪੀਸਿਸ ਹੁੰਦੇ ਸੀਗੇ। ਉਹ ਦੇਖ ਕੇ ਆਪਾਂ ਨੂੰ ਅਜੀਬ ਜੀ ਫੀਲਿੰਗ ਆਉਂਦੀ ਸੀ ਕਿ ਇਹਨੂੰ ਖਾਵਾਂ ਕਿ ਇਹਨੂੰ ਕੀ ਕਰਾਂ ਮੈਂ। ਅੱਛਾ, ਤੇ 14 ਦਿਨ ਇਕੱਲੇ ਬੰਦੇ ਨੂੰ ਐਡੀ ਫੈਮਿਲੀ ਛੱਡ ਕੇ ਆਉਣਾ, ਇੱਕ ਨਿੱਕੇ ਜਿਹੇ ਰੂਮ ਦੇ ਵਿੱਚ, ਹੋਟਲ ਰੂਮ ਦੇ ਵਿੱਚ ਬੰਦ ਹੋ ਕੇ ਰਹਿਣਾ ਬਹੁਤ ਔਖਾ ਨਾ। ਅੱਛਾ, ਤੇ ਫਿਰ ਇੱਕ ਤੁਹਾਡੇ ਨਾਲ ਕੋਈ ਫਨੀ ਕਿੱਸਾ ਵੀ ਹੋਇਆ ਸੀ ਨਾ ਲਾਸਟ ਵਾਲੇ ਦਿਨ ਤੇ, ਥੋੜਾ ਜਿਹਾ ਉਹ ਕੀ ਹੋਇਆ ਸੀ? ਓਕੇ, ਸੋ ਪਹਿਲੀ ਗੱਲ ਤਾਂ ਉਹ ਚੀਜ਼ ਹਜੇ ਤੱਕ ਮੈਂ ਕਿਸੇ ਨਾਲ ਰਿਵੀਲ ਨਹੀਂ ਕੀਤੀ ਸਿਵਾਏ ਮੇਰੇ ਹਸਬੈਂਡ ਤੋਂ। ਹਾਂ, ਤੇ ਹਾਂ, ਸੋ ਉਹਦੇ ਵਿੱਚ ਹੋਇਆ ਕੀ ਸੀਗਾ ਕਿ 14 ਦਿਨਾਂ ਦਾ ਆਪਣਾ ਕੁਆਰੰਟਾਈਨ ਪੀਰੀਅਡ ਹੁੰਦਾ। ਸੋ ਮੈਨੂੰ ਰੋਜ਼ ਇੱਕ ਮੋਨੀਟਰ ਪ੍ਰੋਵਾਈਡ ਕੀਤਾ ਗਿਆ ਹੁੰਦਾ ਕਿ ਕਾਲਜ ਵੱਲੋਂ ਕਿ ਜੋ ਵੀ ਰੋਜ਼ ਦੀ ਅਪਡੇਟ ਹੁੰਦੀ ਤੁਸੀਂ ਉਹਨਾਂ ਨੂੰ ਦੇਣੀ ਹੋ। ਆਪਾਂ ਨੂੰ ਕਾਲ ਕਰਦੇ ਆ, ਆਪਾਂ ਨੂੰ ਮੈਸੇਜ ਕਰਦੇ ਆ, ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਆ, ਕੁਝ ਵੀ ਆ, ਕੋਈ ਵੀ ਉਹਨਾਂ ਨੇ ਆਪਾਂ ਨੂੰ ਇਨਸਟਰਕਸ਼ਨ ਦੇਣੀ ਹੁੰਦੀ, ਉਹ ਆਪਾਂ ਨੂੰ ਰੋਜ਼ ਦੱਸਦੇ ਸੀ। ਸੋ ਮੈਨੂੰ ਇੱਦਾਂ ਸੀ 14 ਦਿਨਾਂ ਤੋਂ ਬਾਅਦ ਮੈਂ ਲੀਵ ਕਰਨਾ 14ਵੇਂ ਦਿਨ, ਠੀਕ ਹੈ। ਤੇ ਮੈਂ 14ਵਾਂ ਦਿਨ ਆਇਆ। ਸੋ ਮੈਂ ਕੀ ਕੀਤਾ, ਕਾਲਜ ਦੀ ਕੈਬ ਬੁੱਕ ਕੀਤੀ, ਇੱਕ ਸਾਈਟ ਬਣੀ ਹੋਈ ਸੀ, ਮੈਂ ਕਾਲਜ ਦੀ ਕੈਬ ਬੁੱਕ ਕੀਤੀ। ਮੈਂ ਆਪਣਾ ਕਾਰਡ ਜਿਹੜਾ ਹੋਟਲ ਵਾਲਿਆਂ ਨੂੰ ਪ੍ਰੋਵਾਈਡ ਕੀਤਾ, ਦੇਤਾ ਕਿ ਮੈਂ ਹੁਣ ਚੱਲੀ ਹਾਂ, ਠੀਕ ਹੈ। ਉਹਨਾਂ ਨੂੰ ਦੇ ਕੇ ਮੈਂ ਕੈਬ ਦੇ ਵਿੱਚ ਬੈਠੀ, ਉਹਨਾਂ ਨੇ ਮੈਨੂੰ ਛੱਡਤਾ। ਮੈਂ ਜਾ ਕੇ ਘਰੇ ਬੈਠੀ ਆਪਣੇ ਰਿਲੇਟਿਵਸ ਦੇ ਕੋਲ, ਮੈਂ ਫੂਡ ਖਾ ਰਹੀ ਹਾਂ, ਤੇ ਮੈਨੂੰ ਉਸੇ ਮੋਨੀਟਰ ਦੀ ਕਾਲ ਆਉਂਦੀ ਆ। ਉਹ ਕਹਿੰਦੀ ਹੈ ਹਾਂਜੀ ਕਿਵੇਂ ਹੋ ਤੁਸੀਂ, ਠੀਕ ਠਾਕ ਹੋ, ਜਿੱਦਾਂ ਵੀ ਆ ਸਾਰਾ ਕੁਝ, ਮੈਂ ਹਾਲ ਚਾਲ ਠੀਕ ਹੈ। ਉਹ ਕਹਿੰਦੇ ਠੀਕ ਹੈ, ਤੇ ਤੁਹਾਡਾ ਕੁਆਰੰਟਾਈਨ ਪੀਰੀਅਡ ਖਤਮ ਹੋ ਰਿਹਾ ਕਿ ਤੁਸੀਂ ਕੱਲ ਜਾ ਰਹੇ ਹੋ, ਉਹਨਾਂ ਨੇ ਮੈਨੂੰ ਇੱਦਾਂ ਕਿਹਾ। ਮੈਂ ਕਿਹਾ ਨਹੀਂ ਵੇਟ ਕਿ ਤੁਹਾਨੂੰ ਕੋਈ ਮਿਸਅੰਡਰਸਟੈਂਡਿੰਗ ਹੋ ਗਈ ਆ ਕਿ ਮੈਂ ਤਾਂ ਘਰੇ ਪਹੁੰਚ ਗਈ ਆ, ਮੇਰਾ ਖਤਮ ਹੋ ਗਿਆ ਅੱਜ, ਤੇ ਮੈਂ ਆ ਗਈ ਆ ਯਾਰ ਕਿ ਘਰੇ ਪਰੌਂਠੇ ਖਾਣ ਡਏ ਹੋਣੇ ਆ। ਤੇ ਇੱਥੇ ਹੀ ਸਾਰਾ ਕੰਮ ਖਤਮ, ਜਿੱਦਾਂ ਮੇਰੇ ਪੈਰਾਂ ਥੱਲੇ ਦੀ ਜ਼ਮੀਨ ਨਿਕਲਣੀ ਸ਼ੁਰੂ ਹੋ ਜਾਂਦੀ ਆ। ਉਹ ਮੇਰੇ ਨਾਲ ਥੋੜਾ ਅਜੀਬ ਤਰੀਕੇ ਨਾਲ ਗੱਲ ਕਰਦੀ, ਪਹਿਲਾਂ ਮੇਰੇ ਨਾਲ ਲੜੀ ਕਿ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ 14th ਡੇ ਨੂੰ ਜਾ ਰਹੇ ਹੋ, ਤੁਸੀਂ 14 ਡੇ ਤੋਂ ਬਾਅਦ ਜਾਣਾ। ਹਾਂ, ਕਿ ਉਹ ਆਪਾਂ 14 ਦਿਨ ਪੂਰੇ ਕਰਨੇ ਹੁੰਦੇ ਆ ਨਾ, ਰਾਈਟ? ਮਿਸਅੰਡਰਸਟੈਂਡਿੰਗ ਹੋ ਗਈ ਕਿ ਮੈਨੂੰ ਇਦਾਂ ਹੀ ਕਿ 14 ਦਿਨ ਪੂਰੇ ਕਰਕੇ ਜਾਣਾ ਹੈ ਕਿ 14ਵੇਂ ਦਿਨ ਜਾਣਾ, ਤੇ ਮੈਂ ਇਹ ਗੱਲ ਕਿਸੇ ਨੇ ਕਲੀਅਰ ਵੀ ਨਹੀਂ ਕੀਤੀ। ਐਂਡ ਮੈਨੂੰ ਫਿਰ ਬਹੁਤ ਕਾਲਾਂ ਆਈਆਂ ਕਾਲਜ ਵੱਲੋਂ, ਅੱਗੇ ਦੀ ਅੱਗੇ ਆਫਿਸਰਸ, ਇਹਨਾਂ ਦੇ ਕੁਝ ਹੈੱਡ ਹੋਣਗੇ ਹਨਾ, ਕਿ ਤੁਹਾਨੂੰ ਕੈਨੇਡਾ ਤੁਹਾਨੂੰ ਫਾਈਨ ਪਊਗਾ, $5000 ਤੱਕ ਵੀ ਪੈ ਸਕਦਾ, ਜਾਂ ਹੋ ਸਕਦਾ ਤੁਹਾਨੂੰ ਕਾਲਜ ਚੋਂ ਕੱਢ ਦਈਏ, ਕੁਝ ਵੀ ਹੋ ਸਕਦਾ, ਕਹਿੰਦੇ ਐਦਾਂ ਬੋਲ ਰਹੇ ਸੀ। ਮੈਂ ਉਹਨਾਂ ਨੂੰ ਬਹੁਤ ਐਕਸਪਲੇਨ ਕੀਤਾ, ਮੈਂ ਕਿ ਜੇ ਕੋਈ ਮੇਰੀ ਗਲਤੀ ਹੋਈ ਤਾਂ ਮੈਂ ਹੋਟਲ ਵਾਲਿਆਂ ਨੂੰ ਕਾਰਡ ਦੇ ਕੇ ਨਹੀਂ ਸੀ ਜਾਣਾ, ਜਾਂ ਉਹ ਮੈਨੂੰ ਰੋਕ ਸਕਦੇ ਸੀ ਕਿ ਤੇਰੀ ਕੋਈ ਗਲਤੀ ਹੋਊਗੀ ਹਨਾ, ਕਿ ਤੂੰ 14ਵੇਂ ਦਿਨ ਕੱਲ ਜਾਣਾ, ਤੂੰ ਅੱਜ ਨਹੀਂ ਜਾਣਾ। ਮੈਂ ਕਿਹਾ ਮੈਂ ਤੁਹਾਡੀ ਸਾਈਟ ਬੁੱਕ ਕਰਕੇ ਆਈ ਹਾਂ, ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਕਿ ਜਾਂ ਤਾਂ ਹੁੰਦਾ ਮੈਂ ਚੋਰੀ ਆ ਜਾਂਦੀ। ਫਿਰ ਐਂਡ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਘਰੇ ਰਹਿਣਾ ਇੱਕੋ ਰੂਮ ਦੇ ਵਿੱਚ, ਕਿ ਕਿਸੇ ਨਾਲ ਮਿਲਣਾ ਜੁਲਣਾ ਨਹੀਂ, ਏਦਾਂ ਉੱਦਾਂ। ਤੇ ਮੈਂ ਕਿਹਾ ਠੀਕ ਆ, ਓਕੇ। ਤੇ ਫਿਰ ਮੇਰੇ ਰਿਲੇਟਿਵਸ ਜਿਹੜੇ ਸੀ ਉਹਨਾਂ ਨੂੰ ਏਦਾਂ ਸੀ ਕਿ ਕੈਨੇਡਾ ਵਾ, ਇੱਥੇ ਕੌਣ ਕਿਸੇ ਨੂੰ ਚੈੱਕ ਕਰਦਾ ਹੈ, ਕਿੱਦਾਂ ਵੀ ਆ। ਉਹ ਮੈਨੂੰ ਸ਼ਾਮ ਨੂੰ CN ਟਾਵਰ ਦਿਖਾਉਣ ਲਈ ਲੈ ਕੇ ਜਾਂਦੇ ਆ, ਮੈਂ ਉਹਨਾਂ ਤੋਂ ਡਰਦੀ, ਮੈਂ ਕਿਹਾ ਨਹੀਂ ਨਾ ਲੈ ਕੇ ਜਾਓ ਕਿ ਮੈਨੂੰ ਲੋਕ ਕੋਈ ਦੇਖ ਲੂਗਾ। ਉਹ ਕਹਿੰਦੇ ਇੱਥੇ ਕਿਹਨੇ ਦੇਖਣਾ ਮੈਨੂੰ, ਕਿ ਇੱਥੇ ਬਹੁਤ ਜਨਤਾ ਫਿਰਦੀ ਆ। ਸੋ ਕੈਨੇਡਾ ਇੱਕ ਇਦਾਂ ਦੀ ਕੰਟਰੀ ਆ, ਆਪਾਂ ਇੱਥੇ ਬੈਠੇ, ਆਪਾਂ ਨੂੰ ਨਹੀਂ ਪਤਾ ਆਪਣੇ ਨਾਲ ਦੇ ਘਰ ਦੇ ਵਿੱਚ ਕੀ ਹੋ ਰਿਹਾ, ਕੌਣ ਰਹਿ ਰਿਹਾ, ਕੌਣ ਆ ਰਿਹਾ। ਸੋ ਸਭ ਤੋਂ ਆਪਣੇ ਵੱਡੀ ਗੱਲ ਗਵਾਂਢੀਆਂ ਦੇ ਇੰਡੀਆ ਦੇ ਵਿੱਚ ਹਨਾ, ਪਤਾ ਕੀ ਹੁੰਦਾ ਹੈ,
ਪੱਬ ਚੱਕ ਕੇ ਵੇਖਣੇ, ਕਿਉਂਕਿ ਆਪਣੇ ਨਾਲ ਦੇ ਘਰੋਂ ਮੋਟਰਸਾਈਕਲ ਕਾਰ ਵੀ ਨਿਕਲੀ ਆ ਨਾ, ਜਾਂ ਕੋਈ ਸੜਕ ਤੇ ਲੰਘ ਵੀ ਰਿਹਾ ਨਾ, ਤਾਂ ਆਪਣੇ ਬੀਬੀਆਂ ਨੂੰ ਆਦਤ ਹੁੰਦੀ ਆ ਨਾ, ਸੋ ਚੌਂਕੇ ਚੁੰਕੇ ਦੀ ਦਾ ਜੋ ਵੀ ਹਨਾ ਥੋੜੀ ਉੱਚੀ ਥਾਂ ਹੁੰਦੀ ਉੱਥੇ ਖੜ ਕੇ ਪੱਬ ਚੱਕ ਕੇ ਵੇਖਣ, ਤੇ ਇਹੀ ਚੀਜ਼ ਫਿਰ ਮੈਨੂੰ ਥੋੜਾ ਗਾਂਹ ਜਾ ਕੇ ਵੇਖਣਾ ਗਾੜੀ ਮੱਲਾਂ ਵਾਲੇ ਨੂੰ ਮੁੜੇ ਕਿ ਗਿਆਨ ਵਾਲਿਆਂ ਨੂੰ ਮੁੜੇ ਭਲਾ। ਇਹ ਚੀਜ਼ਾਂ ਬਹੁਤ ਚੱਲਦੀਆਂ ਮੇਰੇ ਮਾਈਂਡ 'ਚ ਆ ਰਹੀ ਸੀ ਕਿ ਮੈਨੂੰ ਕੋਈ ਇਦਾਂ ਦੇਖ ਨਾ ਲਵੇ, ਕਿਉਂਕਿ ਆਪਾਂ এনवायरमेंट 'ਚੋਂ ਇਦਾਂ ਆਏ ਹੁੰਦੇ ਕਿ ਆਸੇ-ਪਾਸੇ ਪਤਾ ਲੱਗ ਜੂਗਾ। ਸੋ ਉਹਨਾਂ ਨੇ ਮੈਨੂੰ ਕਿਹਾ ਇਦਾਂ ਦਾ ਕੁਝ ਨਹੀਂ ਹੈ, ਬਟ ਮੈਂ ਬਹੁਤ ਘਬਰਾ ਰਹੀ ਸੀ ਉਸ ਦਿਨ ਕਿ ਹਾਂ ਕਿਸੇ ਨੂੰ ਪਤਾ ਨਾ ਲੱਗ ਜਾਏ ਮੈਂ ਇਕੱਲੀ ਆ ਕਿ ਨਹੀਂ। ਹਾਲਾਂਕਿ ਮੇਰੀ ਰਿਪੋਰਟ ਜਿਹੜੀ ਆ ਉਹ ਨੈਗੇਟਿਵ ਆਈ ਸੀ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਮੇਰੀ ਰਿਪੋਰਟ ਵੀ ਆ ਚੁੱਕੀ ਹੈ, 2 ਵਾਰ ਟੈਸਟ ਹੋਏ ਸੀ। ਕਹਿੰਦੇ ਸਟਿਲ ਤੁਸੀਂ ਇੱਕ ਦਿਨ ਆਪਣਾ ਕੰਪਲੀਟ ਕਰਨਾ ਵਾ, ਫਿਰ ਉਸ ਤੋਂ ਬਾਅਦ ਤੁਸੀਂ ਕਿਸੇ ਨੂੰ ਮਿਲ ਸਕਦੇ ਹੋ। ਸੋ ਇਦਾਂ ਲੰਘਿਆ ਮੇਰਾ ਪਹਿਲਾ ਦਿਨ ਕੈਨੇਡਾ ਦਾ, ਕਹਿ ਸਕਦੇ ਆ ਕੁਆਰੰਟਾਈਨ ਪੀਰੀਅਡ। ਉਹ ਤਾਂ ਇੱਕ ਰੂਮ ਦੇ ਵਿੱਚ ਬੰਦ ਹੋਣਾ। ਕੈਨੇਡਾ ਦਾ ਸਭ ਤੋਂ ਪਹਿਲਾ ਦਿਨ ਮੇਰੇ ਲਈ ਬਹੁਤ ਬੁਰਾ ਸੀ। ਐਂਡ ਮੇਨ ਗੱਲ ਇਹ ਕਿ ਮੈਂ ਘਰਦਿਆਂ ਨੂੰ ਵੀ ਨਹੀਂ ਸੀ ਦੱਸ ਸਕਦੀ ਕਿ ਹਾਂ ਮੇਰੇ ਨਾਲ ਕੀ ਹੋਇਆ, ਕਿਉਂਕਿ ਮੈਂ ਉਹਨਾਂ ਨੂੰ ਟੈਨਸ਼ਨ ਨਹੀਂ ਸੀ ਦੇਣਾ ਚਾਹੁੰਦੀ। ਇੱਕ ਇਦਾਂ ਹੀ ਕਿ ਮੈਂ ਇੱਥੇ ਆਈ ਹਾਂ, ਅੱਗੇ ਘਰ ਦੇ ਨੂੰ ਦੇ ਸਕਦੇ ਆ, ਘਰਦਿਆਂ ਨੂੰ ਨਹੀਂ ਦੇ ਸਕਦੇ। ਘਰ ਵਾਲਾ ਇੱਕ ਸੈਪਰੇਟ ਚੀਜ਼ ਹੈ, ਘਰ ਵਾਲੇ ਇੱਕ ਸੈਪਰੇਟ ਚੀਜ਼ ਹੈ ਕਿ ਬੰਦਾ ਸੋ ਗੱਲ ਉਹ ਹੋ ਗਈ ਕਿ ਅਸਮਾਨ ਤੋਂ ਡਿੱਗੇ ਤੇ ਖਜੂਰ ਤੇ ਅੜ ਕੇ, ਬਿਕਾਜ਼ ਹਨਾ ਪਹਿਲਾਂ 14 ਦਿਨ ਬੰਦੇ ਨੇ ਮਸਾਂ ਕੱਢੇ ਕੁੱਡੇ ਜੋ ਵੀ ਹੋਇਆ, ਤੇ ਫਿਰ ਜਦੋਂ ਮੜਾ ਜਿਹਾ ਥੋੜਾ ਬੰਦਾ ਬਾਹਰ ਨਿਕਲਦਾ ਕਿ ਥੋੜਾ ਬਹੁਤ ਚਲੋ ਬਾਹਰ ਨਿਕਲਾਂਗੇ, ਬਾਹਰਲੀ ਦੁਨੀਆ ਵੇਖਾਂਗੇ, ਉਦੋਂ ਫੇਰ ਅਟਕ ਗਏ ਉੱਥੇ ਹਨਾ। ਸੋ ਐਨੀ ਹਾਊ ਤੇ ਅੱਗੇ ਦਾ ਫਿਰ ਮੇਨ ਹਨਾ ਕੈਨੇਡਾ ਦਾ ਸਫ਼ਰ ਹੁੰਦਾ ਸ਼ੁਰੂ, ਜਿਹੜਾ ਕੈਨੇਡਾ ਨੇ ਰੰਗ ਵਿਖਾਉਣੇ ਸ਼ੁਰੂ ਕਰਨੇ ਸੀ ਹਨਾ। ਸੋ ਕਿੰਨਾ ਟਾਈਮ ਤੁਸੀਂ ਫਿਰ ਆਪਣੇ ਰਿਸ਼ਤੇਦਾਰਾਂ ਕੋਲ ਰਹੇ ਹਨਾ। ਸੋ ਇੱਕ ਆਪਾਂ ਨੂੰ ਇਹ ਵੀ ਚੀਜ਼ ਬੜੀ ਸੁਣਨ ਨੂੰ ਮਿਲਦੀ ਹੈ ਕਿ ਇੱਥੇ ਰਿਸ਼ਤੇਦਾਰ ਸਾਥ ਨਹੀਂ ਦਿੰਦੇ। ਸੋ ਮੈਂ ਦੇਖਦਾ 90-60 ਤੋਂ 80% ਇਦਾਂ ਦੇ ਹੁੰਦੇ ਨੇ ਜਿਹੜੇ ਸਾਥ ਨਹੀਂ ਦਿੰਦੇ। ਸੋ ਇਹਦੇ ਵਿੱਚ ਇਹ ਵੀ ਇੱਕ ਰੀਜ਼ਨ ਆ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਉਹਨਾਂ ਦੀ ਵੀ ਗਲਤੀ ਨਹੀਂ ਹੁੰਦੀ। ਹਾਂਜੀ, ਹੁਣ ਅਸੀਂ ਆ, ਸਾਡੇ ਕੋਲ ਇੱਥੇ ਆਪਣਾ ਘਰ ਨਹੀਂ ਹੈਗਾ, ਅਸੀਂ ਵਰਕ ਪਰਮਿਟ ਤੇ ਆ, ਤੇ ਅਸੀਂ ਰੈਂਟ ਤੇ ਇੱਕ ਘਰ ਲੈ ਕੇ ਜਿੰਦੇ ਸਿਰਫ ਇੱਕ ਬੈਡਰੂਮ ਆ ਤੇ ਇੱਕ ਨਿੱਕੀ ਜਿਹੀ ਲੌਬੀ ਆ ਜਿੱਥੇ ਬਹਿ ਕੇ ਅਸੀਂ ਵੀਡੀਓ ਬਣਾ ਰਹੇ ਹਾਂ। ਸੋ ਇੰਨਾ ਕਿ ਸਾਡੇ ਕੋਲ ਆ ਹਨਾ। ਸਾਡੇ ਕੋਲ ਕੋਈ ਰਿਸ਼ਤੇਦਾਰ ਆਉਂਦਾ ਹੈ, ਨੋ ਡਾਊਟ ਸਾਡੇ ਕੋਲ ਕਾਫੀ ਜਾਣੇ ਆਏ ਆ ਹਨਾ। ਸੋ ਆਪਾਂ 5 ਤੋਂ 7 ਦਿਨ 10 ਦਿਨ ਆਪਾਂ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਹੁੰਦੇ ਆਪਾਂ ਕੋਲ ਰੱਖੀਦਾ, ਉਹਨਾਂ ਨੂੰ ਆਪਦੇ ਬੈੱਡ ਤੇ ਪਾਈਦਾ, ਬੇਸ਼ੱਕ ਬਾਹਰ ਇੱਥੇ ਸੋਫਿਆਂ ਤੇ ਪੈਣਾ ਪਵੇ, ਤੇ ਉਹਨਾਂ ਦੇ ਸਾਰੇ ਕੰਮ ਕਰਵਾਈਦੇ ਆ ਹਨਾ A to Z। ਆਪਣੇ ਕੋਲ 2-3 ਜਣੇ ਆ ਗਏ ਹਨਾ, ਨਵਦੀਪ ਆਈ ਥਿੰਕ, ਤੇ ਆਪਾਂ ਉਹਨਾਂ ਦੇ ਸਾਰੇ ਕੰਮ ਕਰਾਏ, SIN ਨੰਬਰ ਤੋਂ ਲੈ ਕੇ ਬੈਂਕਾਂ ਤੱਕ, ਕ੍ਰੈਡਿਟ ਕਾਰਡ ਤੱਕ, ਰੈਜ਼ੂਮੇ ਤੱਕ, ਸਾਰੇ ਜਿੰਨੇ ਹੋ ਸਕਦੇ ਅਸੀਂ ਸਾਰੇ ਕੰਮ ਕਰਵਾਏ, ਤੇ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਈਦਾ ਹਨਾ। ਸੋ ਇੱਕ ਤਾਂ ਇਹ ਚੀਜ਼ ਇਹ ਹੋ ਗਈ। ਸੋ ਆਪਾਂ ਨੂੰ ਉੱਥੇ ਲੱਗਦਾ ਹੈ ਕਿ ਆਪਾਂ ਰਿਸ਼ਤੇਦਾਰ ਕੋਲ ਚੱਲਨੇ ਆ ਕਿ ਪਤਾ ਨਹੀਂ ਪੱਕੇ ਹੀ ਉੱਥੇ ਰਹਿ ਸਕਦੇ ਆ ਜਾਂ ਕੁਝ ਵੀ। ਆਪਾਂ ਇੰਡੀਆ ਦੇ ਵਿੱਚ ਜਾਂਦੇ ਆ, ਮੇਨ ਆਪਣੇ ਅੰਦਰ ਥਿੰਕਿੰਗ ਇਹ ਹੁੰਦੀ ਕਿਉਂਕਿ ਕੈਨੇਡਾ ਦੀ ਲਾਈਫ ਤੇ ਇੰਡੀਆ ਦੀ ਲਾਈਫ 'ਚ ਬਹੁਤ ਫਰਕ ਹੈ। ਜਿੱਦਾਂ ਆਪਾਂ ਇੰਡੀਆ ਰਿਸ਼ਤੇਦਾਰਾਂ ਕੋਲ ਜਾਂਦੇ ਆ, ਆਪਾਂ ਸਿਰਫ ਉਦਾਂ ਹੀ ਸੋਚ ਲੈਂਦੇ ਕਿ ਆਪਣਾ ਸਾਰਾ ਭਾਰ ਉਹਨਾਂ ਦੇ ਸਿਰ ਤੇ ਹੈ। ਸੋ ਇੱਥੇ ਬੰਦੇ ਨੇ ਹਨਾ ਕੰਮ ਤੇ ਵੀ ਜਾਣਾ ਹੁੰਦਾ। ਸੋ ਆਪਾਂ ਨਾ ਤੋਂ ਇੰਡੀਆ ਤੋਂ ਨਵੇਂ ਆਏ ਹੁੰਨੇ, ਆਪਾਂ ਨੂੰ ਇਦਾਂ ਲੱਗਦਾ ਹੁੰਦਾ ਕਿ ਪਤਾ ਨਹੀਂ ਇਹ ਚੀਜ਼ਾਂ ਆਪਣੇ ਤੋਂ ਕਰਵਾਉਣ ਬਾਰੇ। ਸੋ ਹੁਣ ਜੇ ਅਸੀਂ ਆਪਣੀ ਗੱਲ ਕਰੀਏ ਹਨਾ, ਸੋ ਅਸੀਂ ਆਪਣੇ ਕੰਮ ਤੇ ਵੀ ਜਾਣਾ ਹੁੰਦਾ, ਅਸੀਂ ਜਿਹੜਾ ਬੰਦਾ ਸਾਡੇ ਕੋਲ ਆਇਆ ਉਹਦੀ ਰੋਟੀ ਪਾਣੀ ਦਾ ਵੀ ਕਰਨਾ ਹੁੰਦਾ, ਤੇ ਉਹ ਬੰਦੇ ਨੂੰ ਅਸੀਂ ਬਾਹਰ ਘੁਮਾਉਣ ਫਿਰਾਉਣ ਵੀ ਹਨਾ ਆਪਾਂ ਲੈ ਕੇ ਜਾਣਾ ਉਸ ਬੰਦੇ ਨੂੰ, ਤੇ ਉਹਦੇ ਕੰਮ ਵੀ ਕਰਵਾਉਣੇ ਆਪਾਂ ਹਨਾ। ਸੋ ਇਹਦੇ ਵਿੱਚ ਆਪਣੇ ਘਰ ਦੇ ਕੰਮ, ਸਾਡੇ ਭਾਂਡੇ ਉੱਥੇ ਦੇ ਉੱਥੇ ਪਏ ਰਹੇ ਮੰਨ ਕੇ ਚੱਲੋ। ਸੋ ਇਹ ਚੀਜ਼ਾਂ ਹਨਾ ਹੁੰਦੀਆਂ ਨੇ, ਨੋ ਡਾਊਟ। ਆਪਾਂ ਨਾ ਆਪਣੇ ਦਿਨ ਦੇ ਵਿੱਚ ਆਪਣਾ ਇੱਕ ਦਿਨ ਹੁੰਦਾ ਜਿਹੜਾ ਨਾਰਮਲੀ 8 ਘੰਟੇ ਹੁੰਦੇ ਆ ਨਾ, 8 ਘੰਟੇ ਦੀ ਰਾਤ ਹੁੰਦੀ, 16 ਘੰਟੇ ਹੁੰਦੇ ਆ। ਸੋ ਉਹਨਾਂ ਵਿੱਚੋਂ ਵੀ ਜਿਹੜੀ ਰਾਤ ਆ 2-4 ਘੰਟੇ ਪਹਿਲਾਂ, 2-4 ਘੰਟੇ ਬਾਅਦ ਮਾਰਨਿੰਗ ਦੇ ਮੰਨ ਲਓ। ਸੋ ਕੁੱਲ ਮਿਲਾ ਕੇ ਦਿਨ ਦੇ ਆਪਣੇ ਕੋਲ 8 ਘੰਟੇ ਹੁੰਦੇ, ਤੇ ਆਪਾਂ ਇੱਥੇ 8.5 ਘੰਟੇ ਸ਼ਿਫਟ ਕਰਨੀ ਹੁੰਦੀ ਆ, ਰਾਈਟ। 8.5 ਘੰਟੇ ਆਪਾਂ ਕੰਮ ਤੇ ਆਉਣਾ ਹੁੰਦਾ, ਤੇ ਫਿਰ ਉਹ ਘੰਟਾ ਪਹਿਲਾਂ ਆਪਾਂ ਕੰਮ ਤੇ ਨਿਕਲ ਆਉਂਦਾ, ਘੰਟਾ ਪਹਿਲਾਂ ਜਾਣਾ ਹੁੰਦਾ। ਸੋ ਕੁੱਲ ਮਿਲਾਉਣ ਨੂੰ ਕਿ 12-13 ਘੰਟੇ ਤਾਂ ਇਹੀ ਗਏ। ਫਿਰ ਉਸ ਤੋਂ ਬਾਅਦ ਆਪਾਂ 8 ਘੰਟੇ ਜਿਹੜਾ ਸੌਣਾ ਹਨਾ, ਤੇ ਉਹ ਹੋਰ ਆਪਾਂ ਨਿੱਕੇ ਮੋਟੇ ਕੰਮ ਕਰਨੇ, ਗਰੋਸਰੀਆਂ ਲਿਆਉਣੀਆਂ। ਸੋ ਕੁਛ ਕੁ ਬੰਦਾ ਇੰਡੀਆ ਤੋਂ ਇਹ ਨਹੀਂ ਸਮਝਦਾ ਕਿ ਉਹ ਆਪਾਂ ਨੂੰ ਬੰਦਾ 10 ਦਿਨ 20 ਦਿਨ ਰੱਖ ਰਿਹਾ, ਆਪਣੇ ਕੰਮ ਕਰਾ ਰਿਹਾ, ਆਪਾਂ ਨੂੰ ਇੰਨੇ ਤਰੀਕੇ ਨਾਲ ਆਪਦੇ ਕੰਮ ਦੇ ਵਿੱਚ ਮੈਨੇਜ ਵੀ ਕਰ ਰਿਹਾ, ਤਾਂ ਥੋੜਾ ਆਪਾਂ ਵੀ ਸਮਝੀਏ ਹਨਾ ਇਹ ਚੀਜ਼ਾਂ ਨੂੰ। ਸੋ ਇਹ ਚੀਜ਼ਾਂ ਹੋ ਜਾਂਦੀਆਂ ਨੇ। ਇਦਾਂ ਨਹੀਂ ਹੁੰਦਾ ਕਿ ਕੋਈ ਸਾਂਭਦਾ ਨਹੀਂ ਆ ਜਾਂ ਕੁਛ ਨਹੀਂ ਹੁੰਦਾ, ਕਿ ਇੱਥੇ ਰਿਸ਼ਤੇਦਾਰ ਸਾਥ ਨਹੀਂ ਦਿੰਦੇ। ਸੋ ਸਾਥ ਦੇਣ ਦਾ ਕਿਸੇ ਕੋਲ ਟਾਈਮ ਨਹੀਂ ਹੁੰਦਾ, ਕਿਸੇ ਦੀ ਕੋਈ ਗਲਤੀ ਨਹੀਂ ਹੈ। ਮਤਲਬ ਆਪਾਂ ਏਦਾਂ ਵੀ ਨਹੀਂ ਕਹਿ ਸਕਦੇ ਕਿ ਹਾਂ ਕਿਸੇ ਨੇ ਮੇਰੇ ਕਰਕੇ ਛੁੱਟੀਆਂ ਲੈ ਲਓ 4। ਇੱਥੇ ਏਦਾਂ ਵੀ ਨਹੀਂ ਚੱਲਦਾ, ਕਿਉਂਕਿ ਹਰੇਕ ਨੂੰ ਏਦਾਂ ਹੁੰਦਾ ਕਿ ਹਰੇਕ ਦਾ ਓਨਰ ਉਹਨੂੰ ਕੰਮ ਤੋਂ ਏਦਾਂ ਕੱਢ ਸਕਦਾ ਹੁੰਦਾ, ਤੇ ਪਿੱਛੇ 10 ਜਾਣੇ ਖੜੇ ਹੁੰਦੇ ਜੌਬ ਲਈ। ਬਿਲਕੁਲ। ਸੋ ਹੁਣ ਤਾਂ 10 ਕੀ, ਹੁਣ ਤਾਂ ਹਜ਼ਾਰਾਂ ਕਹਿ ਸਕਦੇ ਆ। ਓਕੇ ਠੀਕ ਆ। ਤੇ ਤੁਸੀਂ ਕਿੰਨਾ ਚਿਰ ਫਿਰ ਆਪਦੇ ਰਿਸ਼ਤੇਦਾਰਾਂ ਕੋਲ ਰਹੇ ਸੀ ਨਵਦੀਪ? ਸੋ ਮੈਂ 2 ਮਹੀਨੇ ਰਹੀ ਹਾਂ।
2 ਸੋ ਮਹੀਨੇ। ਕਿਉਂ ਲੱਗਾ ਕਿ ਤੁਹਾਨੂੰ ਕਿ ਰਿਸ਼ਤੇਦਾਰਾਂ ਕੋਲੋਂ ਮੂਵ ਹੋ ਜਾਣਾ, ਕਿ ਕੋਈ ਰੀਜ਼ਨ ਬਣ ਗਿਆ ਸੀ ਕਿ ਜਿੰਦੇ ਕਰਕੇ ਮਜਬੂਰੀ ਦੇ ਵਿੱਚ ਮੂਵ ਹੋਣਾ ਹੀ ਪਿਆ ਜਾਂ ਕੁਝ ਵੀ? ਸੋ ਸਭ ਤੋਂ ਪਹਿਲੀ ਗੱਲ ਉਹ ਸੀ ਸਿੰਗਲ ਬੈਡਰੂਮ ਬੇਸਮੈਂਟ, 2 ਜਾਣਿਆਂ ਦੀ ਜਗ੍ਹਾ ਸੀ ਜਿੱਦਾਂ ਆਪਾਂ ਰਹਿ ਰਹੇ ਹਾਂ। ਓਕੇ ਸੋ ਉਹਨਾਂ ਨੇ ਮੈਨੂੰ ਉਦਾਂ ਹੀ ਨਾਲ ਰੱਖਿਆ ਹੋਇਆ ਸੀ। ਇਹ ਤਾਂ ਉਹਨਾਂ ਦਾ ਬਹੁਤ ਵਧੀਆ ਨੇਚਰ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਨਹੀਂ ਕਦੇ ਵੀ ਕਿ ਹਾਂ ਕਿ ਅਸੀਂ ਔਖੇ ਹੋ ਕੇ ਤੈਨੂੰ ਰੱਖ ਰਹੇ ਹਾਂ। ਮੈਂ ਰੂਮ 'ਚ ਹੁੰਦੀ ਸੀ, ਉਹ ਬਾਹਰ ਸੌਂਦੇ ਹੁੰਦੇ ਸੀ, ਜਿੱਦਾਂ ਕਿ ਹੁਣੇ ਆਪਾਂ ਦੱਸਿਆ ਕਿ ਆਪਣੇ ਕੋਲ ਕੋਈ ਵੀ ਆਉਂਦਾ, ਤੇ ਮੈਨੂੰ ਕਿਤੇ ਨਾ ਕਿਤੇ ਫੀਲ ਹੁੰਦਾ ਸੀ ਕਿ ਹਾਂ ਮੇਰੇ ਕਰਕੇ ਉਹ ਔਖੇ ਨਾ ਹੁੰਦੇ ਆ ਜਿੱਦਾਂ ਵੀ ਆ। ਐਂਡ ਸਭ ਤੋਂ ਵੱਡੀ ਗੱਲ ਕਿ ਹੌਲੀ ਹੌਲੀ ਬੰਦੇ ਦਾ ਬੌਂਡ ਵੀਕ ਹੋਣਾ ਸ਼ੁਰੂ ਹੋ ਜਾਂਦਾ ਕਿਤੇ ਨਾ ਕਿਤੇ। ਸੋ ਮੈਂ ਇਹ ਨਹੀਂ ਸੀ ਚਾਹੁੰਦੀ ਕਿ ਰਿਸ਼ਤੇਦਾਰੀ ਇੰਨੀ ਵਧੀਆ, ਉਹਨਾਂ ਨੇ ਇੰਨਾ ਵਧੀਆ ਮੈਨੂੰ ਟਰੀਟ ਕੀਤਾ, ਮੇਰੇ ਸਾਰੇ ਕੰਮ ਕਰਾਏ, ਮੈਨੂੰ ਸਾਂਭਿਆ, ਕਿ ਅੱਗੇ ਜਾ ਕੇ ਕਿਤੇ ਨਾ ਕਿਤੇ ਕੁਝ ਖਰਾਬ ਹੋਵੇ। ਸੋ ਆਪਾਂ ਇਸ ਕਰਕੇ ਲੱਭਣਾ ਸ਼ੁਰੂ ਕਰਤਾ ਤੇ ਮਿਲ ਗਿਆ, ਫਿਰ ਉਹੀ ਮੈਨੂੰ ਛੱਡ ਕੇ ਆਏ। ਹੁਣ ਤੱਕ ਬਹੁਤ ਵਧੀਆ ਚੱਲ ਰਿਹਾ ਉਹਨਾਂ ਨਾਲ। ਤੇ ਹੁਣ ਉਹ ਇੰਡੀਆ ਬੈਠੇ ਨੇ? ਹੁਣ ਉਹ ਇੰਡੀਆ ਬੈਠੇ, ਹੁਣ ਉਹ ਮੌਜ ਕਰ ਰਹੇ। ਸਾਡੇ ਚਲੋ ਕੋਈ ਨਹੀਂ, ਆਊਗਾ ਸਾਡੇ ਦਾ ਟਾਈਮ ਤੇ ਆਪਾਂ ਵੀ ਜਲਦੀ ਜਾ ਰਹੇ ਇੰਡੀਆ ਨੂੰ। ਤੇ ਸੋ ਅੱਗੇ ਕੰਟੀਨਿਊ ਕਰਦੇ। ਤੁਹਾਡੀ ਸਟੱਡੀ ਸਾਰੀ ਆਨਲਾਈਨ ਨਿਕਲ ਗਈ ਮੇਰਾ ਖਿਆਲ ਹੈ ਹਨਾ? ਹਜੇ ਤੱਕ ਆਪ ਜੀ ਕਾਲਜ ਆ ਕੇ ਨਹੀਂ ਵੜੇ? ਬਿਲਕੁਲ ਕਾਲਜ ਦਾ ਮੂੰਹ ਦੇਖ ਕੇ ਮੈਂ ਇਹ ਕਹਿ ਸਕਦੀ ਹਾਂ ਕੈਨੇਡਾ ਦਾ ਮੈਨੂੰ ਸਭ ਤੋਂ ਵੱਡਾ ਪਲੱਸ ਪੁਆਇੰਟ ਇਹੀ ਲੱਗਾ, ਕੋਵਿਡ ਸੀ ਜਿਹਦੇ ਕਰਕੇ ਸਾਨੂੰ ਵਰਦਾਨ ਮਿਲ ਗਿਆ ਸਟੱਡੀ ਆਨਲਾਈਨ ਕਰਨ ਦਾ। ਸਾਰਾ ਕੁਝ ਆਨਲਾਈਨ ਆ ਗਿਆ ਕਿ ਆਪਾਂ ਈਜ਼ੀਲੀ ਕਵਰ ਕਰ ਲਿਆ, ਇਨਕਲੂਡਿੰਗ ਸ਼ਿਫਟ। ਹੁਣ ਇਦਾਂ ਕਿਉਂ ਵਧੀਆ ਹੋ ਗਿਆ ਉਸ ਟਾਈਮ ਕਿ ਆਨਲਾਈਨ ਸਟੱਡੀ ਗਈ ਹੈ? ਹੁਣ ਇੱਕ ਬੰਦਾ ਹੈ, ਹੁਣ ਇੱਥੇ ਬੰਦਾ ਰਹਿ ਰਿਹਾ ਬੱਸ ਤੇ, ਉਹਦੇ ਕਾਲਜ ਜਾਣ ਨੂੰ ਘੰਟਾ 2 ਘੰਟੇ ਲੱਗ ਜਾਂਦੇ ਆ। ਬਿਲਕੁਲ। ਸੋ ਪਹਿਲਾਂ ਬੰਦਾ ਜਾਊਗਾ, ਪਹਿਲਾਂ 8 ਘੰਟੇ 5 ਘੰਟੇ 7 ਘੰਟੇ ਕਲਾਸ ਆਪਣਾ ਕਾਲਜ ਅਟੈਂਡ ਕਰੂਗਾ, ਫਿਰ ਉਹ ਤੋਂ ਸਿੱਧਾ 8 ਘੰਟੇ ਦੀ ਸ਼ਿਫਟ ਕਰੂਗਾ, ਤੇ ਬੰਦਾ ਸੌਂ ਕਦੋਂ, ਰੋਟੀ ਪਾਣੀ ਕਦੋਂ ਖਾਊਗਾ? ਸੋ ਸਾਰਾ ਦਿਨ, ਸਭ ਤੋਂ ਵੱਡੀ ਗੱਲ, ਸੋ ਸਾਰਾ ਇਹ ਚੀਜ਼ਾਂ ਜੇ ਉਹੀ ਬੰਦੇ ਦਾ ਆਨਲਾਈਨ ਆ, ਘਰੇ ਬੈਠਾ ਰਾਤ ਨੂੰ ਜਾਂ ਕਈ ਵਾਰੀ ਬੰਦਾ ਕੰਮ ਤੇ ਵੀ ਐਡਜਸਟ ਕਰਕੇ, ਕੰਮ ਥੋੜਾ ਮਿਲ ਜੇ ਉਦਾਂ ਦਾ ਐਡਜਸਟ ਕਰਕੇ ਕਲਾਸਿਸ ਲਾ ਕੇ। ਸੋ ਓਕੇ ਠੀਕ ਆ। ਤੇ ਹੁਣ ਜਿੱਦਾਂ ਅੱਜ ਕੱਲ ਥੋੜਾ ਕੰਮ ਦੀ ਮੰਦੀ ਚੱਲ ਰਹੀ, ਤੇ ਕਿੰਨੇ ਟਾਈਮ ਬਾਅਦ ਤੁਹਾਨੂੰ ਕੰਮ ਮਿਲਿਆ? ਸੋ ਉਦੋਂ ਕੋਵਿਡ ਟਾਈਮ ਸੀ। ਹੁਣ ਚਲੋ ਕੋਵਿਡ ਤਾਂ ਨਹੀਂ ਹੈਗਾ, ਬਟ ਉਦੋਂ ਕੋਵਿਡ ਹੀ ਬਹੁਤ ਵੱਡਾ ਟਾਸਕ ਸੀ। ਜਦੋਂ ਮੈਂ ਆਈ ਤੇ ਸੋ ਉਦੋਂ ਬੋਲੋ ਜੀ, ਬੋਲ ਸਕਦੇ ਆ, ਇਹਦੇ ਵਿੱਚ ਕੋਈ ਘੱਟ ਨਹੀਂ ਲੱਗਣਾ, ਸਿੱਧੀ ਜਾਣੀ ਹੈ। ਓਕੇ ਹਾਂ, ਜਿੱਥੇ ਅੜਦੇ ਆ ਬਾਅਦ ਵਿੱਚ ਕੰਟੀਨਿਊ ਕਰ ਲਿਆ। ਸੋ ਕੋਵਿਡ ਉਹ ਸਭ ਤੋਂ ਵੱਡਾ ਟਾਸਕ ਇਹ ਸੀ ਕਿ ਜੌਬ ਲੱਭਣੀ ਤਾਂ ਗੱਲ ਡਿਫਰੈਂਟ, ਆਪਣੇ ਕੋਲ ਸਿਨ ਨੰਬਰ ਹੀ ਨਹੀਂ ਸੀ ਹੁੰਦਾ। ਸਭ ਪਹਿਲਾਂ ਮੈਂ ਇਹ ਸੁਣਦੀ ਹੁੰਦੀ ਸੀ ਕਿ ਜਦੋਂ ਆਪਾਂ 에ਅਰਪੋਰਟ ਤੋਂ ਉਤਰਦੇ ਹਾਂ, ਪਲੇਨ ਤੋਂ ਉਤਰਦੇ ਹਾਂ, ਆਪਾਂ ਨੂੰ ਸਿਨ 에ਅਰਪੋਰਟ ਤੇ ਹੀ ਪ੍ਰੋਵਾਈਡ ਕਰ ਦਿੰਦੇ ਸੀ। ਉਦੋਂ ਇਹ ਚੀਜ਼ ਨਹੀਂ ਸੀ, ਕੋਵਿਡ ਦਾ ਕਰਕੇ ਸਾਰਾ ਕੁਝ ਬੰਦ ਕੀਤਾ ਹੋਇਆ ਸੀ। ਤੇ ਮੈਂ ਸਿਨ ਦੀ ਅਪਾਇੰਟਮੈਂਟ ਬੁੱਕ ਕਰਨੀ, ਮੇਰੀ ਕੈਂਸਲ ਕਰ ਦੇਣੀ, ਉਹਨਾਂ ਨੇ ਬੁੱਕ ਕਰਨੀ ਕੈਂਸਲ ਕਰ ਦੇਣੀ। ਇਨ ਪਰਸਨ ਬੰਦ ਸੀ, ਉਹਨਾਂ ਨੂੰ ਮੈਂ ਆਨਲਾਈਨ ਬੁੱਕ ਕਰਨਾ, ਫਿਰ ਉਹ 2 ਮਹੀਨਿਆਂ ਦੀ ਅਪਾਇੰਟਮੈਂਟ, ਮਹੀਨੇ ਦੀ, ਕਦੇ 3 ਹਫ਼ਤਿਆਂ ਦੀ ਅਪਾਇੰਟਮੈਂਟ ਦੇਣੀ। ਸੋ 3-4 ਦਿਨ ਪਹਿਲਾਂ ਮੈਨੂੰ ਕਾਲ ਆਉਣੀ ਸਰਵਿਸ ਕੈਨੇਡਾ ਤੋਂ ਕਿ ਤੁਹਾਡੀ ਅਪਾਇੰਟਮੈਂਟ ਜਿਹੜੀ ਆ ਕੈਂਸਲ, ਕਿ ਕੋਵਿਡ ਜ਼ਿਆਦਾ ਵੱਧ ਗਿਆ, ਕੁਝ ਐਦਾਂ ਦੇ ਰੀਜ਼ਨ ਕਰਕੇ। ਸੋ ਮੈਨੂੰ 3 ਤੋਂ 4 ਮਹੀਨੇ ਤੱਕ ਮੇਰੇ ਹੱਥ 'ਚ ਸਿਨ ਨੰਬਰ ਹੀ ਨਹੀਂ ਆਇਆ। ਅੱਛਾ, ਹੁਣ ਇੱਕ ਚੀਜ਼ ਸੌਰੀ, ਹਾਂਜੀ, ਸਿਨ ਤੇ ਸਿਮ ਦੇ ਵਿੱਚ ਕਾਫੀ ਕਨਫਿਊਜ਼ਨ ਹੋ ਸਕਦੀ ਹੈ। ਜਿਹੜੇ ਇੰਡੀਆ ਹੁਣ ਤਾਂ ਚਲੋ ਹਨਾ, ਮੈਂ ਪਹਿਲਾਂ ਵੀ ਦੱਸਿਆ ਕਿ ਸੋਸ਼ਲ ਮੀਡੀਆ ਸਾਰਾ ਕੁਝ ਹੈਗਾ, ਬੰਦੇ ਨੂੰ ਸਾਰਾ ਕੁਝ ਪਤਾ ਲੱਗਦਾ, ਬਟ ਫਿਰ ਵੀ ਥੋੜਾ ਦੱਸ ਦਈਏ। ਸੋ ਸਿਨ ਨੰਬਰ ਇੱਥੋਂ ਦਾ ਇੱਕ ਇਦਾਂ ਦਾ ਨੰਬਰ ਹੁੰਦਾ ਜਿਹਦੇ ਤੇ ਆਪਣੀ ਸਾਰੇ ਕਹਿ ਸਕਦੇ ਆ ਕਿ ਕੈਨੇਡਾ ਦੀ ਹਿਸਟਰੀ ਚੜ੍ਹਦੀ ਆ, ਆਪਾਂ ਕਿੱਥੇ ਕੰਮ ਕੀਤਾ, ਕਿੰਨੇ ਘੰਟੇ ਕੰਮ ਕੀਤਾ। ਸੋ ਸਿਨ ਤੋਂ ਬਿਨਾ ਆਪਾਂ ਇੱਥੇ ਕੰਮ ਕਰਨਾ ਲੀਗਲ ਨਹੀਂ ਮੰਨਿਆ ਜਾਂਦਾ ਹਨਾ। ਸੋ ਨੋ ਡਾਊਟ ਕੈਸ਼ ਤੇ ਅੱਜ ਕੱਲ ਤਾਂ ਸਿਨ ਤੇ ਕੰਮ ਲੱਭਣਾ ਵੀ ਔਖਾ ਹੋ ਗਿਆ, ਕੈਸ਼ ਤੇ ਤਾਂ ਕਿਸੇ ਨੂੰ ਕੀ ਲੱਭਣਾ। ਸੋ ਬਟ ਫਿਰ ਵੀ ਲੀਗਲ ਤੌਰ ਤੇ ਸਿਮ ਤੇ ਹੀ ਆਪਾਂ ਕੰਮ ਕਰ ਸਕਦੇ ਹੁੰਦੇ ਆ। ਸੋ ਕੈਸ਼ ਕੂਸ਼ ਵਾਲੇ ਨੂੰ ਲੀਗਲ ਨਹੀਂ ਸਮਝਿਆ ਜਾਂਦਾ। ਸੋ ਸਿਨ ਵਗੈਰਾ ਕੰਮ ਆਪਾਂ ਕਰ ਸਕਦੇ ਆ। ਸੋ ਸਿਨ ਤੇ ਸਾਰਾ ਰੈਕਟ ਚੜ੍ਹਦਾ ਕਿ ਇਹ ਬੰਦੇ ਨੇ ਇੰਨੇ ਘੰਟੇ, ਹੁਣ ਜਿੱਦਾਂ ਸਟੂਡੈਂਟ ਨੂੰ 20 ਘੰਟੇ ਦਿੰਦੇ ਨੇ ਰਾਈਟ, ਤੇ ਆਪਾਂ ਜੇ ਲੀਗਲ ਕੰਮ ਕਰ ਰਹੇ ਆ ਤਾਂ ਜੇ ਆਪਾਂ ਸਿਨ ਤੇ ਕੰਮ ਕਰ ਰਹੇ ਆ ਤਾਂ ਆਪਾਂ 20 ਘੰਟੇ ਹੀ ਕੰਮ ਕਰ ਸਕਦੇ ਆ ਨਾ। ਜੇ ਆਪਾਂ 20 ਘੰਟੇ ਤੋਂ ਵੱਧ ਕੰਮ ਕਰ ਰਹੇ ਆ ਲੀਗਲ ਵੇ ਦੇ ਨਾਲ, ਕੈਸ਼ ਕੁਸ਼ ਤੇ ਕਰ ਰਹੇ ਆ ਤਾਂ ਡਿਫਰੈਂਟ ਥਿੰਗ ਆ, ਜੇ ਕੋਈ ਦੇ ਰਿਹਾ ਜਾਂ ਜਿਵੇਂ ਵੀ ਆ। ਤੇ ਜੇ ਆਪਾਂ ਲੀਗਲ ਵੇ ਦੇ ਨਾਲ ਆਪਾਂ ਕੰਮ ਕਰ ਰਹੇ ਆ ਇੱਥੇ ਕੈਨੇਡਾ ਦੇ ਵਿੱਚ, ਤਾਂ ਬਾਅਦ ਵਿੱਚ ਆਪਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ, ਵਰਕ ਪਰਮਿਟ ਦੇ ਵਿੱਚ ਇਸ਼ੂ ਆਉਂਦਾ ਹੈ। ਸੋ ਹੁਣ ਕਾਫੀ ਬੱਚਿਆਂ ਦੀ ਇਹ ਵੀ ਕਨਫਿਊਜ਼ਨ ਚੱਲ ਰਹੀ ਹੈ ਕਿ ਪਤਾ ਨਹੀਂ 20 ਸਤੰਬਰ ਨੂੰ ਕਿ ਜਿਨ੍ਹਾਂ ਦੇ ਪਹਿਲਾ ਰਿਜ਼ਲਟ ਆਏ ਅਗਸਤ ਪਤਾ ਨਹੀਂ ਕੀ, ਕਿ ਬਾਅਦ ਵਿੱਚ। ਸੋ ਮੈਨੂੰ ਇਦਾਂ ਲੱਗ ਰਿਹਾ ਹੈ ਸੋ ਉਹਨਾਂ ਨੇ ਵੀ ਪਤਾ ਨਹੀਂ ਕਲੀਅਰ ਆ ਕਿ ਨਹੀਂ, ਬੱਚੇ ਕੰਮ ਕਰ ਰਹੇ ਨੇ, ਬਟ ਮੇਰੇ ਸੁਣ ਦੇ ਵਿੱਚ ਇਦਾਂ ਹੈ ਕਿ ਉਸ ਡੇਟ ਤੋਂ ਜਿਨ੍ਹਾਂ ਦੇ ਵੀਜ਼ੇ ਪਹਿਲਾਂ ਆ ਚੁੱਕੇ ਸੀ, ਨਾ ਕਿ ਪਹਿਲਾਂ ਫਾਈਲਾਂ ਲੱਗ ਚੁੱਕੀਆਂ ਸੀ। ਸੋ ਬਟ ਸਾਰੇ ਬੱਚੇ ਕੰਮ ਕਰ ਰਹੇ ਨੇ ਕੱਲ ਨੂੰ ਵਰਕ ਪਰਮਿਟ ਦੇ ਵਿੱਚ। ਸੋ ਮੇਰੇ ਨਾਲ ਇੱਕ ਮੁੰਡਾ ਕੰਮ ਕਰਦਾ, ਸੋ ਉਹਨੂੰ ਮੇਲ ਵੀ ਆ ਚੁੱਕੀ ਹੈ ਹਾਂਜੀ ਕਿ ਤੁਸੀਂ ਸਟੂਡੈਂਟ ਆ ਤਾਂ ਤੁਸੀਂ 20 ਘੰਟੇ ਤੋਂ ਵੱਧ ਕੰਮ ਕਿੱਦਾਂ ਕਰ ਰਹੇ ਆ, ਕੋਈ ਸਮਥਿੰਗ ਕੁਛ ਇਦਾਂ ਦੇ ਕਰਕੇ ਆ। ਸੋ ਮੈਂ ਉਸ ਤੋਂ ਬਾਅਦ ਉਹ ਮੁੰਡੇ ਨੂੰ ਮਿਲਿਆ ਹੀ ਨਹੀਂ, ਮੈਂ ਪਤਾ ਨਹੀਂ ਉਹਨੇ ਆਉਣਾ ਛੱਡਤਾ ਕੰਮ ਤੇ ਜਾਂ ਕਿੱਦਾਂ, ਕਨਫਰਮ ਨਹੀਂ ਆ ਮੈਨੂੰ। ਸੋ ਚਲੋ ਅੱਗੇ, ਫਿਰ ਕਿੰਨੇ ਟਾਈਮ ਬਾਅਦ ਤੁਹਾਡਾ ਸਿਨ ਨੰਬਰ ਆ ਗਿਆ ਸੀ? ਸੋ ਮੈਨੂੰ ਪੂਰੇ 4 ਮਹੀਨੇ ਬਾਅਦ ਸਿਨ ਨੰਬਰ ਮਿਲਿਆ। ਓਕੇ। ਸੋ ਸਿਨ ਨੰਬਰ ਨਹੀਂ ਸੀ ਮਿਲ ਰਿਹਾ ਹਨਾ, ਇਸ ਕਰਕੇ ਮੈਂ ਜੌਬ ਲੱਭਣੀ ਸ਼ੁਰੂ ਕੀਤੀ, ਜਿੱਦਾਂ ਕਿ ਆਪਾਂ ਕੈਸ਼ ਦੀ ਗੱਲ ਕਰ ਰਹੇ ਸੀ।
ਸੋ ਉਹਨਾਂ ਟਾਈਮਾਂ 'ਚ ਉਹ ਵੀ ਕੈਸ਼ ਤੇ ਵੀ ਉਹ ਕਹਿ ਰਹੇ ਸੀ ਕਿ ਆਪਾਂ ਨੂੰ ਸਿਨ ਨੰਬਰ ਪਹਿਲਾਂ ਦਿਓ, ਬਟ ਸਿਨ ਤਾਂ ਮੈਨੂੰ ਮਿਲ ਹੀ ਨਹੀਂ ਸੀ ਰਿਹਾ। ਫਿਰ ਮੈਨੂੰ 1-2 ਜਣਿਆਂ ਤੋਂ ਇੱਦਾਂ ਨੰਬਰ ਅੱਗੇ ਦੀ ਅੱਗੇ ਮਿਲਿਆ, ਸੋ ਮੈਨੂੰ ਜੌਬ ਮਿਲ ਗਈ। ਤੇ ਉਹ ਜੌਬ ਵੀ ਕਾਫੀ ਜ਼ਿਆਦਾ ਔਖੀ ਸੀ, ਜਿੱਦਾਂ ਕਹਿ ਸਕਦੇ ਓਕੇ, ਹਾਂ। ਸਿਨ ਤੇ ਮਿਲੀ ਸੀ? ਨਹੀਂ, ਉਹ ਕੈਸ਼ ਤੇ ਸੀ। ਓਕੇ। ਹਾਂਜੀ, ਜਿੱਦਾਂ ਕਹਿ ਸਕਦੇ ਹਾਂ 13 ਦਿਨ, 13 ਤੋਂ 14 ਦਿਨ ਮੈਨੂੰ ਏਦਾਂ ਕੰਮ ਮਿਲਿਆ। ਸੋ ਉਹ ਕਾਫੀ ਔਖਾ ਕੰਮ ਸੀਗਾ। ਅੱਛਾ, ਇਹ ਤੁਹਾਡੀ ਪਹਿਲੀ ਸ਼ਿਫਟ ਸੀ? ਪਹਿਲੀ ਸ਼ਿਫਟ ਸੀ। ਕੀ ਐਕਸਪੀਰੀਅੰਸ ਸੀ ਹਨਾ, ਕਿੱਦਾਂ ਦੀ ਕੀ ਮਿਲੀ ਪਹਿਲੀ ਸ਼ਿਫਟ ਸੋ ਤੁਹਾਨੂੰ? ਪਹਿਲੇ ਦਿਨ ਸੇਮ ਏਜੰਸੀ ਵੱਲੋਂ ਮੈਂ ਗਈ ਸੀ। ਪਹਿਲਾ ਦਿਨ ਜਿਹੜਾ ਸੀ ਉਹ ਲੋਹੇ ਵਾਲਾ ਕੰਮ ਸੀ। ਹਾਂ। ਉਸ ਤੋਂ ਬਾਅਦ ਅੱਛਾ, ਨਹੀਂ ਕੀ ਮਤਲਬ ਕੀ ਪਹਿਲੇ ਦਿਨ ਕੀ ਪਹਿਲੇ ਕੰਮ ਦਿਨ ਇੱਕ ਤਾਂ ਸਭ ਤੋਂ ਵੱਡਾ ਔਖਾ ਕੰਮ ਇਹ ਸੀ ਕਿ ਸੇਫਟੀ ਸ਼ੂਜ਼ ਪਾ ਕੇ ਗਈ ਸੀ। ਦੂਜੀ ਗੱਲ ਇਹ, ਮੈਨੂੰ ਕਿਸੇ ਨੇ ਇਹ ਨਹੀਂ ਦੱਸਿਆ ਕਿ ਸੇਫਟੀ ਸ਼ੂਜ਼ ਵੀ ਕਈ ਤਰ੍ਹਾਂ ਦੇ ਹੁੰਦੇ ਨੇ। ਇੱਕ ਸਿੰਪਲ ਸਲਿਪ ਨਹੀਂ, ਜਿਹਨਾਂ ਪੈਰ ਪੂਰਨਾ ਸਲਿਪ ਕਰੇ ਥੱਲੇ, ਸਮਥਿੰਗ ਕੁਛ ਇੱਕ ਹਾਂਜੀ, ਸਿੰਪਲ ਤੇ ਇੱਕ ਇੱਕ ਕੋ ਮਾਰਕ lightweight, ਲੱਗਾ ਹੋਣਾ ਚਾਹੀਦਾ। ਹਾਂਜੀ, ਇੱਕ ਲਾਈਟ weight ਹੁੰਦੇ ਆ, ਇੱਕ ਸਿੰਪਲ ਹੁੰਦੇ ਆ। ਸੋ ਮੈਨੂੰ ਕੁਝ ਵੀ ਨਹੀਂ ਪਤਾ। ਆਪਾਂ ਗਏ ਵਾਲਮਾਰਟ, ਉਥੋਂ ਜਿਹੜੇ ਵੀ ਉੱਥੇ ਲਿਖਿਆ ਹੋਇਆ ਸੀ ਵੀ ਇਹ ਵਾਲੇ ਹੈਗੇ ਆ, ਆਪਾਂ ਉਹ ਸੇਫਟੀ ਸ਼ੂਜ਼ ਲੈ ਆਏ। ਉਹ ਇੰਨੇ ਕੁ ਹੈਵੀ ਸੀ ਜਿੱਦਾਂ ਇੱਟਾਂ ਪੈਰਾਂ 'ਚ ਪਾਈਆਂ ਹੁੰਦੀਆਂ, ਉਹ ਏਦਾਂ। ਸੋ ਸੇਫਟੀ ਸ਼ੂਜ਼ ਕੀ ਹੁੰਦਾ ਹੈ, ਆਪਣੇ ਉਧਰ ਨਹੀਂ ਚੱਲਦੇ। ਸੋ ਇਧਰ ਕੈਨੇਡਾ ਦੇ ਵਿੱਚ ਕੀ ਬੂਟ ਹੁੰਦੇ ਆ, ਉਹਨਾਂ ਦੇ ਅਗਲੀ ਸਾਈਡ ਸਟੀਲ ਲੱਗੀ ਹੁੰਦੀ ਆ। ਸਾਰੇ ਕਹ ਲਓ ਸਟੀਲ ਦੇ ਬਣੇ ਹੁੰਦੇ ਕਿ ਆਪਣੇ ਪੈਰ ਤੇ ਕੋਈ ਚੀਜ਼ ਵੱਜੇ, ਡਿੱਗੇ ਤੇ ਪ੍ਰੋਟੈਕਟ ਕਰਦੀ ਆ। ਸੋ ਜਿੰਦੇ ਕਰਕੇ ਕਹਿ ਲਓ ਕਿ ਲੋਹੇ ਦੇ ਬੂਟ ਪਾ ਕੇ ਜਾਣਾ ਪੈਂਦਾ ਕੰਮਾਂ ਦੇ ਤੇ, ਜਿਹੜੇ ਆਪਾਂ ਵੇਅਰ ਹਾਊਸ ਵਗੈਰਾ ਜਾਂ ਜ਼ਰੂਰੀ ਨਹੀਂ ਵੇਅਰ ਹਾਊਸ। ਸੋ ਕਾਫੀ ਇਦਾਂ ਦੇ ਕੰਮ ਹੁੰਦੇ ਨੇ ਜਿੱਥੇ ਆਪਾਂ ਨੂੰ ਇਦਾਂ ਦੇ ਸੇਫਟੀ ਸ਼ੂਜ਼ ਪਾ ਕੇ ਹੀ ਜਾਣਾ ਪੈਂਦਾ। ਅੱਛਾ, ਤੇ ਫਿਰ ਸੋ ਸਭ ਤੋਂ ਪਹਿਲਾਂ ਤਾਂ ਮੈਨੂੰ ਜਿਹੜੇ ਨਾਰਮਲ ਸ਼ੂਜ਼ ਆ, ਮੈਂ ਕਦੇ ਉਹ ਨਹੀਂ ਪਹਿਲਾਂ ਪਾਏ ਹੋਏ ਸੀ, ਕਿ ਬਹੁਤ ਘੱਟ ਪਾਉਂਦੀ ਸੀ, ਕਿ ਮੈਨੂੰ ਉਹਨਾਂ ਦੇ ਨਾਲ ਹੀ ਥੋੜੀ ਸਵੈਲਿੰਗ ਹੁੰਦੀ ਸੀ। ਤਾਂ ਜਦੋਂ ਮੈਂ ਉਹ ਪਾ ਕੇ ਗਈ, ਸਾਰਾ ਦਿਨ ਉੱਥੇ ਰਹੀ, ਵੂਕ ਕੀਤੀ, ਤਾਂ ਉਹ ਪੈਰਾਂ 'ਚ ਸਵੈਲਿੰਗ ਆ ਗਈ, ਕਿਤੋਂ ਛਿੱਲੇ ਵੀ ਗਏ ਸੀ ਕਿਉਂਕਿ ਪਹਿਲੀ ਵਾਰ ਪਾਏ ਸੀ। ਸੋ ਅੱਛਾ, ਤੇ ਕੰਮ ਕੀ ਸੀ? ਕੰਮ ਮੈਂ ਇਹ ਨਹੀਂ ਕਹਿ ਸਕਦੀ, ਮੈਂ ਪੂਰਾ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕਰ ਸਕਦੀ, ਕਿਉਂਕਿ ਇੱਕ ਪਹਿਲਾ ਕੰਮ ਸੀ। ਦੂਸਰੀ ਗੱਲ, ਮੈਨੂੰ ਸਮਝ ਨਹੀਂ ਸੀ ਆਉਂਦੀ ਵੀ ਹੈਗੀ ਉਹ ਪਲਾਸਟਿਕ ਫੈਕਟਰੀ ਸੀ। ਤੇ ਜਿੱਦਾਂ ਉਹਨਾਂ ਨੇ ਬਕਟ ਸੀ ਐਡੀਆਂ ਆਉਂਦੀਆਂ, ਉਹਦੇ ਉੱਪਰ ਥੋੜੀ ਪਲਾਸਟਿਕ ਵਧੀ ਹੋਈ ਹੁੰਦੀ ਸੀ, ਜਿੱਦਾਂ ਲਿਫਾਫੇ ਵਾਂਗੂ। ਸੋ ਮੇਰੇ ਕੋਲ ਇੱਕ ਕਟਰ ਹੁੰਦਾ ਸੀ, ਉਹ ਮੈਨੂੰ ਕਹਿੰਦੇ ਸੀ ਇਹਨੂੰ ਛਿੱਲਣਾ। ਸੋ ਉਹ ਮੈਨੂੰ ਉੱਥੇ ਪਹਿਲਾਂ ਲਾਤਾ। ਹਰੇਕ ਪੁਆਇੰਟ ਤੇ ਇੱਕ ਕੁੜੀ ਹੁੰਦੀ ਸੀ, ਹਰੇਕ ਲਾਈਨ ਤੇ। ਸੋ ਉਹ ਆਈ ਜਾਂਦੇ ਸੀ, ਉਹ ਜਲਦੀ ਛਿੱਲ ਕੇ ਰੱਖਣੇ ਹੁੰਦੇ ਸੀ। ਸੋ ਮੇਰੇ ਤੋਂ ਹੋਇਆ ਨਹੀਂ। ਓਕੇ, ਸੋ ਮਤਲਬ ਕਿ ਇੱਕ ਬੈਲਟ ਚੱਲਦੀ ਹੁੰਦੀ ਆ। ਹਾਂਜੀ। ਸੋ ਬੈਲਟ ਚੱਲਦੀ, ਆਪਾਂ ਛਿੱਲ ਕੇ ਰੱਖਣੀ ਕਿ ਅਗਲਾ ਬੰਦਾ ਵਿਹਲਾ ਨਾ ਖਲੋਵੇ, ਆਪਣੀ ਟਰਨ ਤੇ ਬਸ ਮਿੰਟੋ ਮਿੰਟ ਕਰਕੇ ਕਹ ਲਓ ਕਿ ਇੱਕ ਲਾਈਨ ਤੁਰੀ ਜਾਂਦੀ ਆ। ਉਹ ਲਾਈਨ ਤੁਰੀ ਦੇ ਵਿੱਚ ਆਪਾਂ ਜਲਦੀ ਕੰਮ ਖਤਮ ਕਰਕੇ ਉਹ ਚੀਜ਼ ਨੂੰ ਗਾਂ ਕੰਟੀਨਿਊ ਕਰਨਾ। ਹਾਂਜੀ। ਸੋ ਉਹ ਬਕਟ ਦੇ ਉੱਪਰੋਂ ਮੇਰੇ ਤੋਂ ਲਿਫਾਫਾ ਜਿਹੜਾ ਵਾਧੂ ਦੀ ਪਲਾਸਟਿਕ ਜਿੱਦਾਂ ਕਹਿ ਸਕਦੇ, ਉਹ ਛਿੱਲੀ ਨਹੀਂ ਸੀ ਜਾ ਰਹੀ, ਕਿ ਉਹ ਪੂਰੇ ਨਹੀਂ ਸੀ। ਉਹ ਇਦਾਂ ਲਾਈਨ ਆ ਰਹੀ ਸੀ, ਉਹ ਇੱਥੇ 7-8 ਇਕੱਠੇ ਹੋ ਗਏ। ਮੈਂ 2-3 ਕਰ ਰਹੀ ਸੀ, ਉਹ ਇਕੱਠੇ ਹੋ ਗਏ। ਸੋ ਉਹਨਾਂ ਨੇ ਦੇਖਿਆ 2-3 ਵਾਰ ਕਿ ਨਹੀਂ ਹੋ ਰਿਹਾ। 2-3 ਵਾਰ ਮੈਨੂੰ ਦੱਸਿਆ ਵੀ, ਮੈਂ ਦੱਸਿਆ ਉਹਨਾਂ ਨੇ, ਮੇਰੇ ਤੋਂ ਨਹੀਂ ਹੋਇਆ ਕੰਪਲੀਟ। ਸੋ ਕੋਈ ਆਇਆ, ਉਹਨਾਂ ਦਾ ਓਨਰ ਜਾਂ ਕੁਝ ਵੀ ਹੋਣਾ, ਕੋਈ ਹੈਡ ਸੁਪਰਵਾਈਜ਼ਰ ਵਗੈਰਾ, ਉਹਨਾਂ ਨੇ ਕਿਹਾ ਹੋਣਾ ਕਿ ਇਹ ਸਹੀ ਤਰ੍ਹਾਂ ਨਹੀਂ ਕਰ ਰਹੀ, ਇਹਨੂੰ ਪਿੱਛੇ ਕੰਸਟਰਕਸ਼ਨ ਏਰੀਆ 'ਚ ਭੇਜ ਦਿਓ। ਤੇ ਉਹ ਮੇਰੇ ਸਾਹਮਣੇ ਗੱਲ ਕਰਦੇ ਪਏ ਸੀ ਕਿ ਕੰਸਟਰਕਸ਼ਨ ਏਰੀਆ 'ਚ ਭੇਜ ਦਿਓ। ਇੱਦਾਂ ਮੈਨੂੰ ਸੁਣ ਗਿਆ। ਫਿਰ ਉਹਨਾਂ ਨੇ ਮੈਨੂੰ ਹੀ ਭੇਜਤਾ। ਮੈਨੂੰ ਫਿਰ ਪਤਾ ਲੱਗਾ ਅੱਛਾ ਮੇਰੇ ਬਾਰੇ ਗੱਲ ਕਰ ਰਹੀ ਸੀ। ਸੋ ਮੈਨੂੰ ਭੇਜਤਾ ਬ੍ਰੇਕਡਾਊਨ ਏਰੀਆ, ਕੁਝ ਇੱਦਾਂ ਨਾਮ ਸੀ ਉਹਦਾ। ਪਿੱਛੇ ਗਈ, ਐਡੇ ਲੋਹੇ ਦੀਆਂ ਪਲੇਟਾਂ ਸੀ, ਐਡੀਆਂ ਚੌੜੀਆਂ ਇੱਦਾਂ। ਉਹਨਾਂ ਦਾ ਐਡੀ ਲੰਬੀ ਲਾਈਨ, ਜਿੱਦਾਂ 100 200 ਦੀ ਲਾਈਨ ਆਪਾਂ ਲਾਉਣੀ ਹੁੰਦੀ ਸੀ, ਉਹਨੂੰ ਚੱਕ ਕੇ ਜ਼ੋਰ ਦੇ ਨਾਲ ਇੱਦਾਂ ਮਾਰਨਾ, ਉਹਦੇ ਵਿੱਚੋਂ 3 4 ਲੋਹੇ ਦੀਆਂ ਰੋਡਸ ਨਿਕਲਦੀਆਂ ਸੀ। ਹੁਣ ਉਹ ਨਹੀਂ ਪਤਾ ਉਹ ਕਾਹਦੇ ਲਈ ਸੀ। ਉਹ ਰੋਡਸ ਵਿੱਚੋਂ ਕੱਢ ਕੇ ਫਿਰ 2-3 ਵਾਰ ਮਾਰ ਕੇ ਉਹਦੇ ਵਿੱਚੋਂ ਕੁਝ ਬਬਲਸ ਜੇ ਨਿਕਲਦੇ ਸੀਗੇ, ਗੋਲੀਆਂ ਜਿੱਦਾਂ ਬੰਟੇ ਹੁੰਦੇ ਆ, ਉਹ ਡਿੱਗ ਕੇ ਫਿਰ ਉਹਨੂੰ ਰੱਖ ਦੇਣਾ ਸੀ। ਸੋ ਉਸ ਦਿਨ ਮੈਂ 100 ਦੀਆਂ ਲਾਈਨਾਂ ਇੱਦਾਂ ਲਾਈਆਂ ਸੀ, ਪੂਰਾ ਦਿਨ ਇੱਕੋ ਕੰਮ ਕੀਤਾ। ਸੋ ਉਹਦੇ 'ਚ ਵੀ ਇੱਕ ਸਭ ਤੋਂ ਵੱਡੀ ਕਨਫਿਊਜ਼ਨ ਮੇਰੇ ਨਾਲ ਇਹ ਹੋਈ ਸੀ। ਉੱਥੇ ਇੱਕ ਬੰਦਾ ਸੀ, ਉਹਦਾ ਨਾਮ ਨਾਰਾਇਣ ਕੁਝ ਕਰਕੇ ਸੀ। ਉਹ ਕਾਚਾਮਾ ਚਜਾ ਮਾਰਿਆ ਹੋਇਆ ਸੀ ਨਾਮ ਦੇ ਪਿੱਛੇ। ਮੈਨੂੰ ਲੱਗਾ ਇਹ ਮੇਰਾ ਨਾਮ ਉਹ ਬੰਦੇ ਨੇ ਲਿਖਿਆ ਵੀ ਉਹ ਆਪਾਂ ਰੈਕਡ ਦੇਣਾ ਹੁੰਦਾ ਸੀਗਾ ਕਿ ਆਹ ਇੰਨੇ ਮੈਂ ਆਹ ਕੰਮ ਕੀਤਾ ਅੱਜ। ਸਾਰਿਆਂ ਦੇ ਵੱਖੋ ਵੱਖਰੇ ਬਣੇ ਹੋਏ ਸੀ, ਮੇਰਾ ਬਣਿਆ ਨਹੀਂ ਸੀ। ਉਹਨੇ ਕੋਈ ਹੋਰ ਬਣਾਇਆ ਹੋਣਾ, ਉਹਦਾ ਨਾਮ ਸੀ। ਸੋ ਉਹਨੇ ਵੀ ਲਿਖੇ, ਮੈਂ ਵੀ ਉਹਦੇ ਤੇ ਲਿਖੀ ਜਾਵਾਂ, ਉਹ ਆਪਣੇ ਲਿਖੀ ਜਾਵੇ, ਮੈਂ ਵੀ ਆਪਣੇ ਲਿਖੀ ਜਾਵਾਂ ਕਿ ਮੈਂ ਇੰਨੇ ਬਣਾਏ। ਐਂਡ ਤੇ ਬਾਅਦ ਚੋਂ ਉਹਨੇ ਕਿਤੇ ਵੇਖਿਆ ਇਦਾਂ ਕਰਕੇ, ਫਿਰ ਉਹਨੇ ਹੋਰ ਬਣਾਤੀ। ਮੈਂ ਉਹਦੇ ਤੇ ਲਿਖਣ ਲੱਗੀ, ਕਹਿੰਦਾ ਇਹਦੇ ਤੇ ਲਿਖ ਦੇ। ਮੈਨੂੰ ਇਹ ਨਹੀਂ ਪਤਾ ਲੱਗਾ ਕਿ ਆ ਮਿਸਮੈਚ ਹੋ ਗਿਆ ਕੁਛ। ਐਂਡ ਤੇ ਮੈਨੂੰ ਪਤਾ ਲੱਗਦਾ ਵੀ ਹਾਂ ਮੇਰੀਆਂ ਤਾਂ ਬਹੁਤ ਥੋੜੀਆਂ ਹੋ ਗਈਆਂ। ਸੋ ਉਹਨਾਂ ਨੇ ਅਗਲੇ ਦਿਨ ਮੈਨੂੰ ਸ਼ਾਮ ਨੂੰ ਹੀ ਕਹਿਤਾ ਕਿ ਤੁਸੀਂ ਕੱਲ ਨਹੀਂ ਆਉਣਾ, ਕੱਲ ਨੂੰ ਤੁਹਾਡੀ ਸ਼ਿਫਟ ਨਹੀਂ। ਮੇਰੇ ਨਾਲ ਇੱਕ ਕੁੜੀ ਕੰਮ ਕਰਦੀ ਸੀਗੀ, ਉਹਦਾ ਵੀ ਪਹਿਲਾ ਦਿਨ ਸੀ, ਕਹਿੰਦਾ ਤੁਸੀਂ ਆਉਣਾ। ਤੇ ਉਸ ਦਿਨ ਮੇਰਾ ਉਹ ਕੰਮ ਵੀ ਚਲਾ ਗਿਆ ਪਹਿਲਾ ਦਿਨ। ਤੇ ਉਹ ਏਦਾਂ ਹੀ, ਮੈਂ ਕੁਝ ਬੋਲ ਵੀ ਨਹੀਂ ਸੀ ਸਕਦੀ ਕਿ ਹਾਂ ਮੇਰੇ ਨਾਲ ਵੀ ਏਦਾਂ ਇਹਨਾਂ ਨੇ ਕੀਤਾ ਜਾਂ ਕੁਝ ਵੀ ਆ। ਸੋ ਉਸ ਤੋਂ ਅਗਲੇ ਦਿਨ ਮੇਰੀ ਫਿਰ ਅਗਲੀ ਸ਼ਿਫਟ ਹੋਈ, ਮੈਨੂੰ ਉਹਨਾਂ ਨੇ ਕਿਤੇ ਹੋਰ ਭੇਜਤਾ। ਉਹ ਸੀ ਪੀਜ਼ਾ ਫੈਕਟਰੀ।
ਉਹ ਵੀ ਇਦਾਂ ਦਾ ਹੀ ਕੰਮ ਕਹਿ ਸਕਦੇ ਆ। ਉੱਥੇ ਸਾਰੇ ਅਫਰੀਕਾ ਵਾਲੇ ਜਿੱਦਾਂ ਕਹਿ ਸਕਦੇ ਆ ਉਦਾਂ ਦੇ ਲੋਕ ਸੀਗੇ ਕਿ ਸਮਝ ਨਹੀਂ ਸੀ। ਪਹਿਲੀ ਗੱਲ ਤਾਂ ਜਦੋਂ ਹੋਰ ਕਮਿਊਨਿਟੀ ਦੇ ਲੋਕ ਆਪਾਂ ਦੇਖਦੇ ਆ ਨਾ ਤੇ ਅੱਜ ਮੈਨੂੰ ਕੁਝ ਫੀਲ ਨਹੀਂ ਹੁੰਦਾ, ਉੱਥੇ ਸਾਰੇ ਉਦਾਂ ਦੇ ਲੋਕ ਸੀਗੇ ਜਿੱਦਾਂ ਸਾਊਥ ਵਾਲੇ। ਸੋ ਉਹ ਦੇਖ ਕੇ ਮੈਨੂੰ ਅਜੀਬ ਜਿਹਾ ਫੀਲ ਹੋਵੇ ਕਿ ਜਿੱਦਾਂ ਘਬਰਾਹਟ ਜੀ ਕਿ ਮੈਂ ਕਿੱਥੇ ਆ ਗਈ ਹਾਂ ਜਾਂ ਕਿੱਦਾਂ ਕੰਮ ਕਰੂੰਗੀ ਇੱਦਾਂ। ਹੌਲੀ ਹੌਲੀ ਫਿਰ ਓਕੇ ਲੱਗਾ। ਇੱਕ ਦੋ ਕੁੜੀਆਂ ਹੋਰ ਵੀ ਮੇਰੇ ਨਾਲ ਪਹਿਲੇ ਦਿਨ ਸੀ। ਸੋ ਉੱਥੇ ਪੀਜ਼ੇ ਫਰੋਜ਼ਨ ਹੁੰਦੇ ਸੀ, 7-7 8-8 ਪੀਜ਼ੇ ਆਉਂਦੇ ਸੀ ਐਡਾ ਫਰੋਜ਼ਨ। ਉਹ ਲਿਫਾਫੇ 'ਚ ਪਾ ਕੇ, ਉਹਨਾਂ ਨੂੰ ਕੱਢ ਕੇ ਲਿਫਾਫੇ 'ਚ ਪਾ ਕੇ ਜੁੜੇ ਹੁੰਦੇ ਸੀ, ਚੱਕ ਕੇ ਬੋਰੀ ਵਾਂਗੂ ਪਿੱਛੇ ਐਦਾਂ ਦੀ ਚੱਕ ਕੇ ਆਪਾਂ ਸਟੀਲ ਦੀ ਇੱਕ ਟੇਬਲ ਬਣਿਆ ਹੁੰਦਾ ਸੀ ਉਹਦੇ ਤੇ ਮਾਰਨਾ ਹੁੰਦਾ ਸੀ, ਉਹ ਵੱਖ-ਵੱਖ ਹੋ ਜਾਂਦੇ ਸੀ। ਇੱਕ ਕੱਢ ਕੇ ਆਪਾਂ ਲਾਈਨ ਤੇ ਫਟਾਫਟ ਰੱਖਣੀ ਸੀ, ਉਹ ਲਾਈਨ ਵੇਲੀ ਨਹੀਂ ਸੀ ਕਰਨੀ ਹੁੰਦੀ। ਸੋ ਉਹਦੇ ਤੇ ਵੀ 2 ਜਾਣੇ ਹੁੰਦੇ ਸੀ, ਇੱਕ ਇੱਧਰਲੀ ਲਾਈਨ ਤੇ ਇੱਕ ਇੱਧਰਲੀ ਲਾਈਨ ਤੇ। ਸੋ ਆਪਾਂ ਕੱਢ ਕੇ ਫਟਾਫਟ ਰੱਖਣੇ ਹੁੰਦੇ ਸੀ। ਸੋ ਉਹ ਵੀ ਇੱਕ ਬਹੁਤ ਔਖਾ ਕੰਮ ਸੀ, ਬਟ ਹੌਲੀ ਹੌਲੀ ਜਿਵੇਂ ਕਹਿ ਸਕਦੇ ਆ ਆਪਾਂ ਕਰਦੇ ਗਏ ਥੋੜਾ ਠੀਕ ਹੁੰਦਾ ਗਿਆ। ਬਟ ਪਹਿਲੇ ਦਿਨ ਜਿਹੜੇ ਆ ਉਹ ਜਿੱਦਾਂ ਕਹਿ ਸਕਦੇ ਆ ਰੱਬ ਨੂੰ ਇਹ ਕਹਿੰਦੇ ਸੀ ਕਿ ਰੱਬਾ ਇਹ ਕਿਹੜਾ ਗੁਨਾਹ ਕਰਤਾ ਜਿਹੜਾ ਅਸੀਂ ਇੱਥੇ ਆ ਗਏ ਆ। ਓਕੇ, ਸੋ ਮਤਲਬ ਕਿ ਜਿਹੜਾ ਇੰਡੀਆ ਦੇ ਵਿੱਚ ਆਪਣੇ ਮੁੰਡੇ ਵੀ ਜਿਹੜਾ ਕੰਮ ਹਨਾ ਕਿ ਬਹੁਤ ਹੈਵੀ ਸਮਝਦੇ ਆ ਕਿ ਉਹ ਆਪਾਂ ਹਨਾ ਕਹਿ ਸਕਦੇ ਆ ਕਿ 4-4 5-5 ਬੰਦੇ ਰਲ ਕੇ ਕਰਦੇ ਆ, ਦਿਹਾੜੀਏ ਲਾ ਲਏ ਆਪਾਂ ਤੇ ਸਾਰਿਆਂ ਨੇ ਮਿਲ ਕੇ। ਸੋ ਉੱਥੇ ਉਹ ਕੁੜੀਆਂ ਨੂੰ ਵੀ ਇੱਥੇ ਕਿ ਇਕੱਲਿਆਂ ਕਰਨਾ ਹਾਂਜੀ, ਪੈਂਦਾ। ਸਭ ਤੋਂ ਵੱਡੀ ਗੱਲ ਕੁੜੀਆਂ ਮੁੰਡੇ ਕੋਈ ਵੀ ਆ, ਉਹਨਾਂ ਨੇ ਇਹ ਨਹੀਂ ਸਮਝਣਾ ਕਿ ਹਾਂ ਇਹ ਕੁੜੀ ਆ ਇਹ ਮੁੰਡਾ ਵਾ। ਜਿਹੜਾ ਕੰਮ ਹੈਗਾ ਆ ਬੰਦੇ ਨੇ ਕਰਨਾ। ਐਂਡ ਉੱਥੇ ਕੋਈ ਮਜਬੂਰੀ ਨਹੀਂ ਸਮਝਦਾ ਜੇ ਬੰਦਾ ਠੀਕ ਨਹੀਂ ਆ। ਉੱਥੇ ਇਹ ਆਪਾਂ ਨੂੰ ਐਲੀਗੇਸ਼ਨ ਲਾਇਆ ਜਾਂਦਾ ਕਿ ਤੁਸੀਂ ਡਰਾਮੇ ਕਰ ਰਹੇ ਹੋ, ਇਦਾਂ ਹੁੰਦਾ। ਅੱਛਾ, ਤੇ ਪੜ੍ਹਾਈ ਤੇ ਕੰਮ ਦੋਨੇ ਚੀਜ਼ਾਂ ਕਿੱਦਾਂ ਮੈਨੇਜ ਹੋਈਆਂ? ਮਤਲਬ ਚਲੋ ਫਿਰ ਵੀ ਆਨਲਾਈਨ ਆ ਬਟ ਕਲਾਸਿਸ ਤਾਂ ਲੱਗਦੀਆਂ ਹੋਣੀਆਂ। ਹਾਂਜੀ ਬਿਲਕੁਲ। ਸੋ ਸੀ ਔਖਾ ਲੱਗਾ, ਬਟ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਹੁਣ ਵਾਲੇ ਬੱਚਿਆਂ ਨਾਲੋਂ ਬਹੁਤ ਸੌਖਾ ਸੀ। ਬਟ ਇਹ ਸੀਗਾ ਕਿ ਹਾਂ ਕਲਾਸਿਸ ਵੀ ਲਾਉਣੀਆਂ, ਕੰਮ ਵੀ ਕਰਨਾ, ਕਿਉਂਕਿ ਕਲਾਸਿਸ ਦਾ ਟਾਈਮ ਦਾ ਸਕੇਜੂਲ ਹੀ ਉਦੋਂ ਇਦਾਂ ਹੁੰਦਾ ਸੀ। ਇੱਕ ਕਲਾਸ ਮੇਰੀ ਮਾਰਨਿੰਗ, ਇੱਕ ਮੇਰੀ ਈਵਨਿੰਗ ਦੇ ਵਿੱਚ ਇਦਾਂ ਸਬਜੈਕਟ ਵਾਈਜ਼ ਕਰਦੇ ਹੁੰਦੇ ਸੀ। 5 ਦਿਨ ਮੇਰੀ ਕਲਾਸ ਹੁੰਦੀ ਸੀ। ਸੋ ਹੁਣ ਕੰਮ ਕੋਈ ਵੀ ਦਊਗਾ ਆਪਾਂ ਨੂੰ ਇਦਾਂ ਤਾਂ ਦਊਗਾ ਨਹੀਂ ਹਾਂ ਵੀ ਤੁਹਾਡੀ ਇੱਕ ਦਿਨ ਤੁਹਾਡੀ ਮਾਰਨਿੰਗ ਲੱਗ ਰਹੀ, ਇੱਕ ਦਿਨ ਤੁਹਾਡੀ ਈਵਨਿੰਗ ਕਲਾਸ ਲੱਗ ਰਹੀ ਹੈ, ਕਿੱਦਾਂ ਵੀ ਹੈ। ਸੋ ਮੈਂ ਕੀ ਕਰਨਾ, ਮੈਂ ਲੈਪਟਾਪ ਔਨ ਰੱਖ ਲੈਣਾ ਤੇ ਫੋਨ ਆਪਣੀ ਪਾਕਟ 'ਚ ਪਾ ਲੈਣਾ। ਤੇ ਕਈ ਵਾਰੀ ਮੈਨੂੰ ਕਾਲ ਆ ਜਾਂਦੀ ਹੁੰਦੀ ਸੀ ਮੇਰੀ ਫਰੈਂਡ ਵਗੈਰਾ ਦੀ ਕਿ ਹਨਾ ਅਟੈਂਡੈਂਸ ਲੱਗ ਰਹੀ ਹੈ, ਅਟੈਂਡੈਂਸ ਲਗਾ ਲਾ ਤੂੰ। ਸੋ ਆਪਾਂ ਅਟੈਂਡੈਂਸ ਲਾ ਦੇਣੀ, ਦੈਟਸ ਇਟ। ਓਕੇ, ਚਲੋ ਤੁਹਾਨੂੰ ਤਾਂ ਕੰਮ ਵੀ ਉਦੋਂ ਦਾ ਹੋ ਸਕਦਾ ਮਿਲ ਗਿਆ ਹੋਵੇ ਕਿ ਤੁਹਾਡੇ ਹਾਂਜੀ। ਲੈਪਟਾਪ ਕੋਲ ਰੱਖਣ ਦੇ ਤਾਂ ਹਨਾ। ਕਈਆਂ ਹਾਂਜੀ, ਕੰਮਾਂ ਦੇ ਵਿੱਚ ਸਭ ਤੋਂ ਤਾਂ ਵੱਡੀ ਗੱਲ ਇਹ ਸੀ ਫੋਨ ਕਿ ਵੀ ਬਾਹਰ ਰਖਾ ਦਿੰਦੇ ਨੇ ਕਿ ਲੋਕਰ ਵਿੱਚ ਹਾਂਜੀ। ਫੋਨ ਰੱਖੋ ਕਿ ਅੰਦਰ ਸੋ ਫੋਨ ਵੀ ਨਹੀਂ ਮੇਰਾ ਲੱਗੇਗਾ। ਸੌਖਾ ਟਾਈਮ ਇਦਾਂ ਲੰਘ ਗਿਆ। ਪਹਿਲਾਂ ਚਲੋ ਠੀਕ ਆ, ਮੈਂ ਉਦੋਂ 13-14 ਦਿਨ ਕੰਮ ਕੀਤਾ। ਉਸ ਤੋਂ ਬਾਅਦ ਮੇਰਾ ਡ੍ਰੌਪ ਆ ਗਿਆ। ਸੋ ਮੇਰਾ ਆਉਣ ਸਾਰ 1.5 ਮਹੀਨੇ ਬਾਅਦ ਮੇਰਾ ਸੈਕਿੰਡ ਸਮੈਸਟਰ ਖਤਮ ਹੋ ਗਿਆ, ਫਿਰ ਮੇਰਾ 4 ਮਹੀਨੇ ਦਾ ਡ੍ਰੌਪ ਆ ਗਿਆ। ਸੋ ਮੈਨੂੰ ਉਦੋਂ ਔਖਾ ਨਹੀਂ ਲੱਗਾ। ਉਸ ਤੋਂ ਬਾਅਦ ਫਿਰ ਮੈਂ ਇੱਕ ਹੋਰ ਜੌਬ ਚੇਂਜ ਕਰ ਲਈ, ਫਿਰ ਥੋੜਾ ਈਜ਼ੀ ਹੋ ਗਿਆ ਮੈਨੂੰ। ਓਕੇ, ਤੇ ਫੀਸ ਦਾ ਕਿੱਦਾਂ? ਫੀਸ ਨਿਕਲ ਗਈ ਈਜ਼ੀਲੀ? ਹਾਂਜੀ, ਈਜ਼ੀਲੀ ਨਿਕਲ ਗਈ ਸੀ। ਚਲੋ ਰੱਬ ਦੇ ਸ਼ੁਕਰ ਹੋ ਗਿਆ ਕਿ ਮੈਨੂੰ ਕੰਮ ਮਿਲ ਗਿਆ। ਓਕੇ, ਕੰਮ ਸੋ ਮੈਨੂੰ ਤੁਹਾਡਾ ਡ੍ਰੌਪ ਆਇਆ ਹਨਾ। ਸੋ ਉਦੋਂ ਹਾਂਜੀ। ਕੰਮ ਹੈਗਾ ਸੀ, ਚਲੋ ਇੰਨਾ ਨਹੀਂ ਸੀ ਮੰਦਾ ਜਿੰਨਾ ਹੁਣ ਮੰਦਾ। ਸੋ ਡ੍ਰੌਪ ਕਰਕੇ ਐਡਜਸਟ ਹੋ ਗਿਆ। ਹਾਂਜੀ ਬਾਕੀ ਚਲੋ ਜੇ ਘਟਦੇ ਹੁੰਦੇ ਕਿਤੇ ਥੋੜੇ ਬਹੁਤ ਕਿਸੇ ਫਰੈਂਡ ਤੋਂ ਉਧਾਰ ਸ਼ਧਾਰ ਫੜ ਕੇ ਬੰਦਾ ਫਿਰ ਬਾਅਦ ਵਿੱਚ ਰਿਟਰਨ ਕਰ ਦਿੰਦਾ, ਰਾਈਟ? ਹਾਂਜੀ ਸੋ ਠੀਕ ਆ। ਸੋ ਇਦਾਂ ਸਟੱਡੀ ਦੇ ਨਾਲ ਕੰਮ ਮੈਨੇਜ ਹੁੰਦਾ ਗਿਆ। ਸੋ ਤੁਸੀਂ ਰੈਸਟੋਰੈਂਟ ਦੇ ਵਿੱਚ ਕਾਫੀ ਲੰਬੇ ਟਾਈਮ ਜੌਬ ਕੀਤੀ ਹੈ ਨਾ? ਹਾਂਜੀ। ਹਾਂ। ਸੋ ਮੈਂ ਜਿੱਦਾਂ ਇੱਕ ਹਫਤੇ 'ਚ ਮੈਂ 6 ਦਿਨ ਕੰਮ ਕਰਦੀ ਹੁੰਦੀ ਸੀ। 11 ਘੰਟੇ ਦੀ ਸ਼ਿਫਟ ਹੁੰਦੀ ਸੀ ਮੇਰੀ। ਜਿੱਦਾਂ ਕਈ ਵਾਰੀ 10 ਤੋਂ 10 ਵੀ ਹੋ ਜਾਂਦੀ ਸੀ ਉਹ, ਬਟ ਕਦੇ ਨਹੀਂ ਤਾਂ ਮੇਰੀ 11 ਘੰਟੇ ਦੀ ਸ਼ਿਫਟ ਹੁੰਦੀ ਸੀ। ਸਵੇਰ 10 ਤੋਂ ਲੈ ਕੇ ਰਾਤ ਦੇ 10 ਤੱਕ, ਜਾਂ ਸਵੇਰ ਦੇ 10 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਹੁੰਦੀ ਸੀ। ਓਕੇ, ਸੋ ਉਹ ਡ੍ਰੌਪ ਦੇ ਵਿੱਚ ਮੇਨ ਜਿੰਦੇ ਕਰਕੇ Main। ਤੁਹਾਡੀ ਫੀਸ ਨਿਕਲ ਗਈ ਹਨਾ। ਦਿਨ ਦੇ ਵਿੱਚ ਹਫਤੇ ਦੇ ਵਿੱਚ 7 ਦਿਨ ਹੁੰਦੇ ਨੇ, 7 ਦਿਨ ਹਨਾ। ਤੇ 7 ਦਿਨ ਦੇ ਵਿੱਚ ਹਰ ਇੱਕ 6 ਦਿਨ ਦਾ ਕੰਮ ਕਰਨਾ ਤੇ ਇੱਕ ਦਿਨ ਦੇ ਵਿੱਚ 11 ਘੰਟੇ ਕੰਮ ਕਰਨਾ ਹਾਂਜੀ ਲਗਾਤਾਰ। ਬਿਲਕੁਲ। ਸੋ ਇੱਥੋਂ ਦੇ ਕੰਮ ਇਦਾਂ ਦੇ ਨੇ, ਕੋਈ ਕੰਮ ਇਦਾਂ ਇੰਡੀਆ ਦੇ ਵਿੱਚ ਜਿਹੜਾ ਆਪਾਂ ਬੈਠ ਕੇ ਕਰ ਸਕਦੇ ਆ ਨਾ, ਆਪਾਂ ਬੈਠ ਕੇ ਕਰ ਸਕਦੇ ਆ। ਸੋ ਇੱਥੇ ਕੰਮ ਇਦਾਂ ਦੇ ਨੇ ਜੇ ਆਪਾਂ ਉਸ ਲੈਵਲ ਦਾ ਹਨਾ। ਸੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਆਫਿਸ ਜੌਬ ਸਿਰਫ 20% ਲੋਕ ਕਰਦੇ ਨੇ ਆਪਣੇ ਇੰਡੀਆ ਤੋਂ ਪੰਜਾਬੀ ਆ ਕੇ। ਸੋ ਬਾਕੀ ਇੱਥੇ ਉਹੋ ਜੀ ਜਾਣਾ, ਕੰਸਟਰਕਸ਼ਨ ਦਾ ਕੰਮ ਹੋ ਗਿਆ, ਲਟਰਮ ਪਟਰਮ। ਸੋ ਜੇ ਆਪਾਂ ਬੈਠ ਕੇ ਵੀ ਕੰਮ ਕਰ ਸਕਦੇ ਨਾ ਤਾਂ ਉਹ ਆਪਾਂ ਨੂੰ ਜੌਬ ਤੇ ਬੈਠਣ ਨਹੀਂ ਦੇਣਗੇ। ਸੋ ਆਪਾਂ ਖਲੋ ਕੇ ਤੁਰ ਫਿਰ ਕੇ ਹੀ ਕੰਮ ਕਰਨਾ ਹੁੰਦਾ। ਸੋ ਇਦਾਂ ਦੇ ਕੰਮ ਆ ਇੱਥੇ। ਤੇ ਫਿਰ ਤਾਂ ਕਰਕੇ ਤੁਹਾਡੀ ਫੀਸ ਨਿਕਲ ਗਈ ਹਨਾ? ਹਾਂਜੀ। ਓਕੇ। ਉਹਦੇ 'ਚ ਵੀ ਮੈਨੂੰ ਕੁਝ ਪ੍ਰੋਬਲਮਸ ਆਈਆਂ ਸੀ। ਜਿੱਦਾਂ ਕਿ ਬੇਸਿਕ ਪੇ ਰੇਟ ਉਦੋਂ ਸੀ ਕੁਝ 1435 ਮੇਬੀ ਸੀ। ਸੋ ਬੇਸਿਕ ਸੀ, ਠੀਕ ਆ, ਮੈਂ ਖੁਸ਼ ਸੀ, ਬਹੁਤ ਵਧੀਆ ਕਿ ਮੈਨੂੰ 40 ਆਵਰਸ ਮਿਲਦੇ ਪਏ ਸੀ। ਤੇ 40 ਆਵਰਸ ਤੋਂ ਵੱਧ ਵੀ ਜਾਂਦੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਰੋਜ਼ ਦੇ 11 ਇੱਕ ਚੀਜ਼ ਮੈਂ ਵੀ ਦੱਸਦਾ। ਸੋ ਜਿਹੜੇ ਆਪਣੇ ਇੰਡੀਅਨ ਰੈਸਟੋਰੈਂਟ ਵਾਲੇ ਆ ਹਨਾ, ਸਪੈਸ਼ਲੀ ਇੱਥੇ ਕੀ ਕਰਦੇ ਨੇ ਬੱਚੇ, ਕੈਸ਼ ਤੇ ਕੰਮ ਕਰ ਲਿਆ ਜਾਂ ਕੁਝ ਵੀ।
ਸੋ ਬੇਸਿਕ ਪੇ ਰੇਟ ਇਸ ਟਾਈਮ ਕੈਨੇਡਾ ਨੇ ਓਨਟਾਰੀਓ ਦੇ ਵਿੱਚ 16 ਦੇ ਕਰੀਬ ਕੀਤਾ ਪਿਆ। ਹਾਂਜੀ ਬਟ ਜਿਹੜੇ ਆਪਣੇ ਪੰਜਾਬੀ ਰੈਸਟੋਰੈਂਟ ਵਾਲੇ ਆ ਇਹ ਨਹੀਂ ਸਮਝਦੇ ਕਿ ਉਹ ਵੀ ਪੰਜਾਬੀ ਇੱਕ ਬੱਚੇ ਤੋਂ ਕੰਮ ਕਰਾ ਰਹੇ ਆ ਬਿਲਕੁਲ। ਸੋ ਉਹ 12 11 ਸੋ ਕਈਆਂ ਨੂੰ ਮੈਂ ਦੇਖਿਆ 8 8 10 10 ਡਾਲਰ ਤੇ ਵੀ 8 8 7 7 ਤੇ ਵੀ ਕੰਮ ਕੀਤਾ ਉਹਨਾਂ ਨੇ ਕਿਹਾ ਹਾਂਜੀ ਸਿਰਫ ਰੈਸਟੋਰੈਂਟ ਦੇ ਵਿੱਚ ਹਨਾ। ਇਹ ਹਾਂਜੀ। ਚੀਜ਼ਾਂ ਸੋ ਥੋੜਾ ਸਮਝਣਾ ਚਾਹੀਦਾ ਜਿਹੜੇ ਬੰਦੇ ਪਹਿਲਾਂ ਆਏ ਆ, ਤਾਂ ਹੀ ਕਹਿ ਦਿੰਦੇ ਕਿ ਜਿਹੜੇ ਬੰਦੇ ਪਹਿਲਾਂ ਗਏ ਇੱਥੇ ਸੈੱਟ ਹੋ ਗਏ ਉਹ ਨਵੇਂ ਬੰਦਿਆਂ ਦੇ ਪੈਰ ਨਹੀਂ ਲੱਗਣ ਦਿੰਦੇ। ਸੋ ਗੱਲ ਕੀ ਉਹ ਬੰਦਿਆਂ ਨੇ ਤਾਂ ਪਹਿਲਾਂ ਕਮਾਈ ਕਰ ਲਈ, ਜੇ ਇੱਕ ਬੱਚਾ ਉਹਨੇ ਫੀਸ ਵੀ ਕੱਢਣੀ ਆ ਸਾਰਾ ਕੁਝ ਕਰਨਾ, ਘੰਟੇ ਦੇ ਵਿੱਚ ਉਹਨੂੰ 8-8 ਡਾਲਰ ਮਿਲ ਰਿਹਾ ਆ, ਤਾਂ ਉਹ ਬੱਚਾ ਕਿੱਥੋਂ ਜ਼ਿੰਦਗੀ 'ਚ ਕਾਮਯਾਬ ਹੋ ਜਾਊਗਾ ਰਾਈਟ। ਬਿਲਕੁਲ ਬਿਲਕੁਲ ਸੋ ਇਹ ਚੀਜ਼ਾਂ ਸੋਚ ਕੇ ਆਓ। ਪਹਿਲੀ ਤੇ ਗੱਲ ਸਟੱਡੀ ਹੀ ਵਧੀਆ ਇਦਾਂ ਦੀ ਲੈ ਕੇ ਆਓ ਕਿ ਤੁਹਾਨੂੰ ਇੱਥੇ ਆ ਕੇ ਸਰਚ ਕਰੋ। ਸਾਨੂੰ ਵੀ ਕੁਝ ਨਹੀਂ ਪਤਾ ਇਹ ਚੀਜ਼ਾਂ ਬਾਰੇ, ਬਟ ਸਰਚ ਕਰੋ ਕਿ ਮੈਂ ਸਟੱਡੀ ਲੈ ਕੇ ਜਾ ਰਿਹਾ ਉੱਥੇ ਕੋਈ ਫਾਇਦਾ ਹੈਗਾ। ਜੇ ਉੱਥੇ ਨਹੀਂ ਫਾਇਦਾ ਹੈਗਾ ਤਾਂ ਮੈਂ ਉੱਥੋਂ ਸਟੱਡੀ ਖਤਮ ਕਰਕੇ ਆਪਣੀ ਕੰਟਰੀ ਦੇ ਵਿੱਚ ਆ ਸਕਦਾ, ਇੱਥੇ ਕੋਈ ਕੰਮ ਉੱਦਾਂ ਦਾ ਸ਼ੁਰੂ ਕਰ ਸਕਦਾ। ਸੋ ਇਦਾਂ ਦੀਆਂ ਚੀਜ਼ਾਂ ਪਹਿਲਾਂ ਸਰਚ ਕਰਿਆ ਕਰੋ। ਮੇਨ ਆਪਣੀ ਸਟੱਡੀ ਤੇ ਫੋਕਸ ਕਰਿਆ ਕਰੋ, ਜਿਹੜੀ ਮੈਂ ਸਟੱਡੀ ਲੈ ਕੇ ਚੱਲਣਾ ਆ। ਮੇਨ ਆਪਾਂ ਇੱਥੇ ਹੋਰ ਨਹੀਂ ਕਿਸੇ ਚੀਜ਼ ਦੇ ਪੈਸੇ ਲੱਗਦੇ, ਸਟੱਡੀ ਦੇ ਪੈਸੇ ਲੱਗਦੇ ਆ। ਮੈਂ 18 ਲੱਖ ਦੇਣ ਡਿਆ ਫੀਸ ਦੇਣ ਡਿਆ, 10 ਲੱਖ ਹੁਣ ਦੇਣ ਡਿਆ, ਕੋਈ 10 ਲੱਖ ਮੈਂ ਫੇਰ ਦੇਣੀ ਆ, 20 ਲੱਖ ਰੁਪਏ ਮੈਂ ਕੈਨੇਡਾ ਗਵਰਨਮੈਂਟ ਤੋਂ ਫੀਸ ਦੇਣ ਡਿਆ। ਸੋ ਮੈਨੂੰ ਫਾਇਦਾ ਕੀ ਹੁੰਦਾ? ਸੋ ਇਹ ਚੀਜ਼ਾਂ ਨੂੰ ਥੋੜਾ ਜਿਹਾ ਸੋਚ ਕੇ ਆਇਆ ਕਰੋ। ਤੇ ਅੱਛਾ, ਤੇ ਫਿਰ ਮੈਂ ਇੱਕ ਇਹ ਵੀ ਚੀਜ਼ ਸੁਣੀ ਆ ਕਿ ਇੱਥੇ ਆ ਕੇ ਆਪਾਂ ਨੂੰ ਬੜੇ ਗੰਦੇ ਤੋਂ ਗੰਦੇ ਲੋਕਾਂ ਦਾ ਵਾਹ ਪੈਂਦਾ ਹਨਾ। ਬਿਲਕੁਲ ਸੋ ਮੈਂ ਮੋਸਟਲੀ ਸੁਣਿਆ ਆ ਕਿ ਇੱਕ ਚੀਜ਼ ਹੋਰ ਵੀ ਆ, ਜੇ ਤੁਹਾਨੂੰ ਮੈਂ ਮਿਲਦਾ ਤਾਂ ਤੁਸੀਂ ਕਹੋਗੇ, ਮੈਂ ਕਹੂੰਗਾ ਕਿ ਯਾਰ ਮੇਰਾ ਤਾਂ ਉਹਦੇ ਨਾਲ ਹੀ ਬੜੇ ਗੰਦੇ ਬੰਦਿਆਂ ਨਾਲ ਵਾਹ ਪੈ ਗਿਆ, ਮੇਰੇ ਹੱਥ ਖੜੇ ਆ। ਜੇ ਉਹੀ ਬੰਦਾ ਕਿਸੇ ਹੋਰ ਨੂੰ ਮਿਲਦਾ, ਮਤਲਬ ਕਿ ਹਰ ਇੱਕ ਬੰਦੇ ਦੇ ਮੂੰਹ ਤੇ ਲਫ਼ਜ਼ ਹੁੰਦਾ ਹੈ। ਸੋ ਕਿਉਂ ਹੁੰਦਾ ਹੈ? ਹਰ ਇੱਕ ਬੰਦਾ ਇੱਥੇ ਮਿਲਦਾ ਕੰਮ ਤੇ ਜਾਂਦਾ ਹੈ, ਸੋ ਬੰਦਾ ਚੀਜ਼ਾਂ ਮੈਨੇਜ ਨਹੀਂ ਕਰ ਪਾਉਂਦਾ। ਸੋ ਕਿਸੇ ਬੰਦੇ ਦੀ ਆਪਾਂ ਆਪੋ ਆਪਣੇ ਘਰੇ ਰਹਿੰਦੇ ਆ, ਘਰ ਦੇ ਚੀਜ਼ ਮੈਨੇਜ ਕਰ ਲੈਂਦੇ ਆ ਰਾਈਟ। ਸੋ ਇੱਥੇ ਹੈ ਕਿ ਆਪਾਂ ਉਹ ਬੰਦਿਆਂ ਨਾਲ ਵੀ ਰਹਿੰਦੇ ਜਿਨ੍ਹਾਂ ਨੂੰ ਆਪਾਂ ਪਹਿਲਾਂ ਜਾਣਦੇ ਨਹੀਂ ਹੁੰਦੇ, ਜਾਂ ਫਰੈਂਡਸ ਕਹਿ ਲਓ। ਸੋ ਨਿੱਕੀ ਨਿੱਕੀ ਚੀਜ਼ ਕਰਕੇ ਉਹ ਬੰਦੇ ਦਾ ਲਿਵਿੰਗ ਸਟਾਈਲ ਕੁਝ ਹੋਰ ਆ ਹਨਾ। ਉਹ ਬੰਦੇ ਨੇ ਕਿਸੇ ਹੋਰ ਤਰੀਕੇ ਨਾਲ ਰਹਿਣਾ ਹੈ, ਇੱਕ ਬੰਦੇ ਨੇ ਕਿਸੇ ਹੋਰ ਤਰੀਕੇ ਨਾਲ ਰਹਿਣਾ ਹੈ। ਸੋ ਉਹ ਬੰਦੇ ਨੂੰ ਉਹਦਾ ਜ਼ਰੀਆ ਨਹੀਂ ਪਸੰਦ ਆਉਂਦਾ ਰਹਿਣ ਦਾ, ਤੇ ਉਹਨੂੰ ਨਹੀਂ ਪਸੰਦ ਆਉਂਦਾ, ਜਿੰਨਾ ਕਰਕੇ ਦੋਨਾਂ 'ਚ ਨੋਕ ਝੋਕ ਹੁੰਦੀ ਆ। ਉਹ ਬੰਦਾ ਆਪਦੇ ਐਂਡ ਤੱਕ ਸੋਚਦਾ ਕਿ ਮੈਂ ਇਹ ਚਲਾਕੀ ਦਾ ਲੈਵਲ ਕਿੱਥੇ ਲਿਜਾਵਾਂ ਕਿ ਇਹ ਬੰਦੇ ਨੂੰ ਮੈਂ ਥੱਲੇ ਕਰਦਾ। ਸੋ ਇਧਰਲਾ ਬੰਦਾ ਇਹ ਸੋਚਦਾ ਹੈ ਕਿ ਅੱਛਾ ਇਹ ਬੰਦਾ, ਮੈਂ ਆਪਦੀ ਚਲਾਕੀ ਦਾ ਲੈਵਲ ਕਿੱਥੇ ਲਿਜਾਵਾਂ ਕਿ ਮੈਂ ਇੱਥੇ ਕਰਦਾ, ਕਿਉਂਕਿ ਉਹ ਬੰਦੇ ਦੀ ਸੋਚ ਹੋਰ ਆ ਰਹਿਣ ਦੀ, ਉਹ ਬੰਦੇ ਦੀ ਸੋਚ ਹੋਰ ਆ। ਮੈਨੂੰ ਲੱਗਦਾ ਇਹ ਸਭ ਤੋਂ ਵੱਡਾ ਰੀਜ਼ਨ ਆ। ਮੈਂ ਉਹਦੇ ਨਾਲ ਹਰ ਇੱਕ ਬੰਦੇ ਤੋਂ ਸੁਣਦਾ ਕਿ ਮੇਰਾ ਤਾਂ ਉਹਦੇ ਨਾਲ ਬੜੇ ਭੈੜੇ ਬੰਦਿਆਂ ਨਾਲ ਵਾਹ ਪੈ ਗਿਆ। ਸੋ ਤੁਸੀਂ ਆਪਣੀ ਸਟੋਰੀ ਸ਼ੇਅਰ ਕਰੋ, ਤੁਹਾਡੇ ਨਾਲ ਕੀ ਹੋਇਆ ਕਿ ਤੁਹਾਨੂੰ ਲੱਗਾ ਕਿ ਹਾਂ ਬੜੇ ਗੰਦੇ ਗੰਦੇ ਬੰਦਿਆਂ ਨਾਲ ਵਾਹ ਪਿਆ, ਜਾਂ ਕੀ ਹੋਇਆ? ਸੋ ਮੇਨ ਗੱਲ ਇਹ ਸੀ ਕਿ ਸਭ ਤੋਂ ਪਹਿਲਾਂ ਮੈਂ ਰਿਲੇਟਿਵਸ ਤੋਂ ਬਾਹਰ ਚੇਂਜ ਕੀਤਾ ਜਦੋਂ ਰੂਮ, ਤੇ ਜਿੱਥੇ ਮੈਂ ਰਹਿੰਦੀ ਸੀ 4 ਕੁੜੀਆਂ ਸੀ ਇਨਕਲੂਡਿੰਗ ਮੀ, ਡਬਲ ਬੈਡਰੂਮ ਬੇਸਮੈਂਟ ਸੀ, ਤੇ ਉੱਥੇ ਕਿਸੇ ਨੂੰ ਮੈਂ ਜਾਣਦੀ ਨਹੀਂ ਸੀ। ਤੇ ਹੁਣ ਜਦੋਂ ਕੋਈ ਕਿਸੇ ਨੂੰ ਨਹੀਂ ਜਾਣਦਾ ਹੁੰਦਾ, ਆਫ ਕੋਰਸ ਹਨਾ, ਚਿਟ ਚੈਟ ਥੋੜੀ ਬਹੁਤ ਹੁੰਦੀ ਰਹਿੰਦੀ ਆ ਕਿ ਉਹ ਬੰਦਾ ਕਿੱਦਾਂ ਦੀ ਨੇਚਰ ਦਾ, ਉਹ ਬੰਦਾ ਕਿੱਦਾਂ ਦੀ ਨੇਚਰ ਦਾ, ਸਾਰਾ ਕੁਝ। ਤੇ ਮਤਲਬ ਕਿ ਠੀਕ ਆ, ਥੋੜਾ ਬਹੁਤ ਹੋ ਜਾਣਾ, ਦੈਟਸ ਓਕੇ, ਕਿ ਹਰ ਜਗ੍ਹਾ ਹੁੰਦਾ ਹੈ। ਜੇ ਫੈਮਿਲੀ ਦੀ ਗੱਲ ਕਰੀਏ, ਆਪਾਂ ਫੈਮਿਲੀ 'ਚ ਵੀ ਹੋ ਜਾਂਦਾ ਤਾਂ ਇਟਸ ਓਕੇ। ਜਾਂ ਫਿਰ ਤਾਂ ਆਪਾਂ ਰਹੇ ਹੀ ਅਜਨਬੀਆਂ ਦੇ ਨਾਲ ਰਹੇ ਆ ਤਾਂ ਕੋਈ ਚੱਕਰ ਨਹੀਂ, ਜਿੰਨਾ ਮਰਜ਼ੀ ਹੋ ਜਾਵੇ। ਮੈਨੂੰ ਕੁਝ ਖਾਸ ਫਰਕ ਨਹੀਂ ਸੀ ਪੈਂਦਾ ਕਿ ਮੇਰੇ ਆਸੇ-ਪਾਸੇ ਜੇ ਕੋਈ ਲੜਦਾ ਪਿਆ, ਮੈਨੂੰ ਵੀ ਕਹਿੰਦਾ ਠੀਕ ਆ। ਮੈਂ ਜੇ ਮੈਨੂੰ ਇੱਕ ਕਹਿੰਦਾ ਸੀ, ਮੈਂ 2 ਸੁਣਾ ਦਿੰਦੀ ਸੀ, ਮੈਨੂੰ ਇਦਾਂ ਦਾ ਹਿਸਾਬ ਬਰਾਬਰ, ਗੱਲ ਖਤਮ। ਬਟ ਗੱਲ ਇਹ ਹੀ ਕਿ ਕੁਛ ਕੁ ਬੰਦਿਆਂ ਦੇ ਚਲਾਕੀ ਦਾ ਲੈਵਲ, ਤੇ ਨਵਦੀਪ ਜਿੰਨੀ ਭੋਲੀ ਲੱਗਦੀ ਉਨੀ ਹੈ ਨਹੀਂ, ਮੁੱਕ ਦੀ ਗੱਲ ਹੈ ਨਾ। ਹਾਂਜੀ, ਸੋ ਇਹ ਚੀਜ਼ ਹਰ ਇੱਕ ਬੰਦੇ 'ਚ ਹੋਣੀ ਚਾਹੀਦੀ ਹੈ। ਜਿਹੜਾ ਬੰਦਾ ਜਿੱਥੇ ਜਵਾਕ ਬਣਨਾ ਉੱਥੇ ਜਵਾਕ ਬਣ ਕੇ ਰਹੋ। ਸੋ ਥੋੜਾ ਜਿਹਾ ਮਾਈਂਡ ਦੇ ਲੈਵਲ ਤੋਂ ਸੋਚਿਆ ਕਰੋ, ਥੋੜਾ ਜਿਹਾ ਸੋਚਿਆ ਕਰੋ ਕਿ ਮੈਂ ਕਿੱਥੇ ਆਪਦੇ ਲਈ ਕੀ ਚੀਜ਼ ਵਧੀਆ ਕਰ ਰਿਹਾ ਹਾਂ ਹਨਾ। ਸੋ ਜੇ ਕੋਈ ਤੁਹਾਡੇ ਨਾਲ ਸਹੀ ਆ ਤਾਂ ਉਹਦੇ ਨਾਲ ਸਹੀ ਚੱਲੋ। ਮੇਨ ਗੱਲ ਇਹ ਸੀ, ਮੈਨੂੰ ਬੜੇ ਲੋਕਾਂ ਨੇ ਮੇਰੇ ਮੂੰਹ ਤੇ ਕਿਹਾ ਜਿਨ੍ਹਾਂ ਦੇ ਨਾਲ ਅੱਜ ਤੱਕ ਗੜਬੜ ਹੋਈ ਆ। ਸੋ ਮੈਨੂੰ ਬੜੇ ਲੋਕਾਂ ਨੇ ਕਿਹਾ, ਮੇਰੇ ਮੂੰਹ ਤੇ ਨਹੀਂ, ਮਤਲਬ ਮੈਨੂੰ ਸੁਣ ਜਾਂਦਾ ਸੀ ਜਿੱਦਾਂ ਕੋਈ ਬਾਹਰ ਗੱਲ ਕਰ ਰਿਹਾ ਹੋਵੇ, ਇੱਕੋ ਜਗ੍ਹਾ ਪਰ ਰਹਿ ਰਹੇ ਆ, ਆਪਾਂ ਨੂੰ ਬਾਹਰੋਂ ਆਵਾਜ਼ ਸੁਣੂਗੀ। ਸੋ ਇਦਾਂ ਕਹਿ ਰਹੇ ਆ ਕਿ ਲੱਗਦੀ ਤਾਂ ਬੜੀ ਭੋਲੀ ਹੈ ਬਟ ਹੈ ਨਹੀਂ। ਹੁਣ ਜੇ ਤੁਸੀਂ ਮੇਰੇ ਨਾਲ ਚਲਾਕੀ ਕਰੋਗੇ, ਮੈਨੂੰ ਤੁਸੀਂ ਉੱਲੂ ਬਣਾਓਗੇ, ਮੈਂ ਹੁਣ ਐਡੀ ਤਾਂ ਉਹ ਹੈ ਨਹੀਂ ਕਿ ਹਾਂ ਮੈਂ ਬਣੀ ਜਾਊਂਗੀ ਕਿ ਹਾਂ ਸੌਰੀ ਇਦਾਂ ਦੀ ਕੋਈ ਗੱਲ ਨਹੀਂ। ਜੇ ਮੈਨੂੰ ਤੁਸੀਂ ਇੱਕ ਸੁਣਾਓਗੇ ਤਾਂ ਮੈਂ 2 ਜਾਂ 3 ਜਾਂ 4 ਵੀ ਸੁਣਾ ਸਕਦੀ ਹਾਂ। ਆਪਣੇ ਹਨਾ ਗੁਰੂ ਜਿੰਨੇ ਵੀ ਆਪਣੇ ਹੋਏ ਹਨਾ, ਸੋ ਉਹਨਾਂ ਦਾ ਵੀ ਕਹਿਣਾ ਇਹੀ ਰਿਹਾ ਆ ਕਿ ਜੇ ਆਪਾਂ ਕਿਸੇ ਦੇ ਪਹਿਲ ਨਾ ਕਰੋ, ਜੇ ਜ਼ੁਲਮ ਕਰਨਾ ਪਾਪ ਆ ਤਾਂ ਜ਼ੁਲਮ ਨੂੰ ਸਹਿਣਾ ਵੀ ਪਾਪ ਆ ਹਨਾ। ਆਪਣੇ ਹੱਕ ਦੇ ਵਿੱਚ ਆਵਾਜ਼ ਚੱਕਣੀ ਜ਼ਰੂਰੀ ਆ। ਸੋ ਉਹਨੂੰ ਆਪਾਂ ਇਸ ਚੀਜ਼ ਨਾਲ ਰਿਲੇਟ ਨਹੀਂ ਕਰ ਸਕਦੇ ਕਿ ਇਹ ਬੰਦਾ ਭੋਲਾ ਹੈ ਤੇ ਇਸ ਚੀਜ਼ ਲਈ ਦੇਖੋ ਕਿੱਡਾ ਉਹ ਆ। ਸੋ ਨਹੀਂ, ਇਹ ਚੀਜ਼ਾਂ ਨਹੀਂ। ਬਾਕੀ ਜੇ ਕੋਈ ਕਹਿ ਵੀ ਲਓ ਆਪਾਂ ਨੂੰ, ਮੈਂ ਸਗੋਂ ਖੁਸ਼ੀ ਹੁੰਦੀ ਸੀ, ਇਟਸ ਓਕੇ, ਮੈਂ ਆਪਣੇ ਲਈ ਸਟੈਂਡ ਲੈ ਰਹੀ ਹਾਂ, ਮੈਂ ਠੀਕ ਹਾਂ।
ਸੋ ਉਦਾਂ ਹਨਾ, ਸੋ ਉਦਾਂ ਚਲਾਕੀਆਂ, ਉਹ ਦੂਸਰੀਆਂ ਚਲਾਕੀਆਂ ਕੁਝ ਹੋਰ ਹੁੰਦੀਆਂ ਨੇ। ਸੋ ਉਹ ਚੀਜ਼ਾਂ ਤੋਂ ਚਲੋ ਮੈਨੂੰ ਲੱਗਦਾ ਤੁਸੀਂ So, ਦੂਰ ਹੀ ਆ, ਤੇ ਮੈਂ ਬਾਬਾ ਦੂਰ ਹੀ ਜਿੱਦਾਂ ਰੱਖੀ। ਜਿੱਦਾਂ ਮੈਂ 2-3 ਚੀਜ਼ਾਂ ਦੱਸਦੀ ਆ ਜਿਹਦੇ ਕਰਕੇ ਮੇਰੀ ਹੱਦ ਨਾਲੋਂ ਵੱਧ ਗੜਬੜ ਹੋਈ ਸੀਗੀ ਕਿਸੇ ਨਾਲ। ਸੋ ਚੱਕਰ ਇਹ ਹੋਇਆ ਕਿ ਇੱਕ ਪਰਸਨ ਆ, ਉਹ ਜਿੱਦਾਂ ਕੁੜੀਆਂ ਦੀ ਗੱਲ ਕਰ ਰਹੀ ਆ ਮੈਂ, ਜਿੱਦਾਂ 3 ਕੁੜੀਆਂ ਨਾਲ ਰਹਿ ਰਹੀ ਸੀ। ਸੋ ਮੇਨ ਜਿਹਦੇ ਨਾਲ ਗੜਬੜ ਹੋਈ ਸੀ, ਉਹ ਕੁੜੀ ਬਾਕੀ ਕੁੜੀਆਂ ਨੂੰ ਵੀ ਕਹਿ ਰਹੀ ਆ ਕਿ ਹਾਂ ਵੀ ਜਿੱਦਾਂ ਮਿਸਗਾਈਡ ਕਰਦੀ ਆ ਮੈਨੂੰ, ਨਹੀਂ ਜਿਵੇਂ ਜਿੱਦਾਂ ਰੈਂਡਮਲੀ ਆਪਾਂ ਗੱਲ ਕਰ ਰਹੇ ਆ ਕਿ GIC ਦੀ ਗੱਲ ਕਰਦੇ ਆ, ਆਪਾਂ GIC ਆਪਾਂ ਸੇਵ ਕਰਦੇ ਹੁੰਦੇ ਆ ਕਿ ਹਾਂ ਆਪਣੀ ਫੀਸ ਨਿਕਲ ਜੇ ਜਾਂ ਜ਼ਰੂਰੀ ਖਰਚੇ ਜਿੱਥੇ ਅੱਛਾ ਵੀ ਲੋੜ ਇੱਕ ਸੈਕਿੰਡ ਇੱਥੇ ਇੱਕ ਪਾਜ਼ ਦਿਓ। ਹਾਂਜੀ ਨਵਦੀਪ ਨੂੰ ਜਿਸ ਤੱਕ ਮੈਂ ਜਾਂਦਾ, ਇਹਦੀ ਫੀਸ ਨਿਕਲਣਾ ਮੇਨ ਰੀਜ਼ਨ ਇਹ ਸੀ, ਇਹਨੇ GIC ਸੇਵ ਕੀਤੀ, ਹਾਂਜੀ ਆਉਂਦਿਆਂ ਨਾਲ ਕੋਈ ਫਾਲਤੂ ਦਾ ਖਰਚਾ ਨਹੀਂ। ਹਾਂ ਇਸ ਚੀਜ਼ ਸੌਰੀ ਹੁਣ ਇਹ ਚੀਜ਼ ਤੇ ਮੈਂ ਤੁਹਾਨੂੰ ਦੱਸਦੀ ਆ। GIC ਤੋਂ ਮੈਨੂੰ ਇੱਕ ਚੀਜ਼ ਯਾਦ ਆਈ। ਸੋ ਮੈਂ ਆਪਣੇ ਪੈਸੇ ਖਰਚਣੇ ਸ਼ੁਰੂ ਕੀਤੇ ਆ ਜਦੋਂ ਤੁਸੀਂ ਆਏ ਜਾਂ ਥੋੜਾ ਟਾਈਮ ਪਹਿਲਾਂ, ਜਦੋਂ ਮੈਂ ਪੂਰੀ ਜੌਬ 'ਚ ਸਟੇਬਲ ਹੋ ਗਈ। ਸੋ ਮੈਂ ਇੱਕ ਡਾਲਰ ਵੀ ਇਹਦੇ 'ਚ ਕਹਿਣ 'ਚ ਮੈਨੂੰ 1% ਵੀ ਸ਼ਰਮ ਨਹੀਂ ਆਉਂਦੀ ਕਿ ਮੈਂ ਜਮਾਂ 20 ਰੁਪਈਆ ਵੀ ਨਹੀਂ ਸੀ ਖਰਚਦੀ ਹੁੰਦੀ। ਕਿਉਂ? ਕਿਉਂਕਿ ਮੈਨੂੰ ਪਤਾ ਸੀ ਮੈਂ ਘਰਦਿਆਂ ਨੂੰ ਕਿਉਂ ਕਵਾਂ ਜਦੋਂ ਮੈਂ ਆਪ ਕਰ ਸਕਦੀ ਆ। ਠੀਕ ਆ ਮੈਨੂੰ ਜੌਬ ਨਹੀਂ ਮਿਲ ਰਹੀ, ਜਦੋਂ ਮੈਨੂੰ ਮਿਲ ਗਈ ਠੀਕ ਆ ਮੈਂ ਕਰ ਲੈਣਾ, ਪਰ ਮੈਂ 1% ਜਿੱਥੋਂ ਵੀ ਬਚਦਾ ਸੀ ਮੈਂ ਬਚਾਉਂਦੀ ਸੀ ਕਿ ਫालतू ਖਰਚ ਨਾ ਕਰਾਂ, ਤਾਂ ਕਿ ਮੈਨੂੰ ਇਨ ਫਿਊਚਰ ਮੈਨੂੰ ਖੁਦ ਨੂੰ ਔਖਾ ਨਾ ਹੋਣਾ ਪਵੇ, ਮੇਰੇ ਘਰਦਿਆਂ ਨੂੰ ਨਾ ਔਖਾ ਹੋਣਾ ਸੋ ਪਵੇ। ਐਜ਼ ਅ ਹਸਬੰਡ ਮੈਂ ਦੇਖਿਆ, ਮੈਂ ਇਹਨੂੰ ਕਿਆ ਕਰਨਾ ਕਿ ਤੂੰ ਕੋਈ ਪੀ ਲਾ ਖਾ ਲਾ ਬਾਹਰਲਾ, ਘਰਦਿਆਂ ਨੇ ਇਹਨੇ $2 ਦੀ ਕਾਫੀ ਲੈਣ ਲੱਗਿਆ ਵੀ ਇਹਨੇ ਟਿਮ ਤੋਂ 36 ਵਾਰੀ ਸੋਚਣਾ ਹਨਾ। ਸੋ ਕਿਤੇ ਮੈਨੂੰ ਲੱਗਦਾ ਮਹੀਨੇ ਛਮਾਈ ਬੰਦਾ ਕਿਤੇ ਮਹੀਨੇ ਮਸਿਆ ਹਨਾ ਕਾਫੀ ਫੜਦੀ ਹੋਏਗੀ, ਮੈਨੂੰ ਲੱਗਦਾ ਟਿਮ ਤੋਂ ਤੁਸੀਂ ਫੜਦੇ ਹੋਵੋਗੇ, ਰਾਈਟ? ਕੋਈ ਨਹੀਂ, ਕਮੀਆਂ ਹੁਣ ਪੂਰੀਆਂ ਹਾਂ ਕਰਦੇ ਹੋਰ ਕਮੀਆਂ। ਹਾਂ ਹਾਂ ਸੋ ਇਹ ਚੀਜ਼- ਮੇਨ ਗੱਲ ਕੀ ਆ, ਬੰਦਾ ਇੱਕ ਵਾਰੀ ਫੀਸਾਂ ਕੱਢੇ, ਸਭ ਕੁਝ ਹਾਂਜੀ। ਥੋੜਾ ਜਿਹਾ ਸਟੇਬਲ ਹੋਵੇ। ਹੁਣ ਅਸੀਂ ਸਟੇਬਲ ਆ, ਬਹੁਤ ਸਟੇਬਲ ਆ ਹਨਾ। ਸੋ ਇੱਥੇ ਬਾਬੇ ਦੀ ਕਿਰਪਾ ਨਾਲ ਇੰਨਾ ਵੀ ਜ਼ਿਆਦਾ ਨਹੀਂ ਆ, ਹਾਂ ਬਸ ਸੋ ਜਿੰਨਾ ਕਹਿ ਕੁ ਸਕਦੇ ਲੋੜ ਹਾਂ ਕਿ ਜਿੰਨੀ ਸਟੇਬਲ ਆ, ਲੋੜ ਬਟ ਉਹਨਾਂ ਆਪਾਂ ਹਜੇ ਉੱਪਰ ਹਾਂਜੀ। ਜਾਣਾ ਸੀ। ਕਿ ਲੋੜ ਇਹ ਮੁਤਾਬਿਕ ਇਹਨੂੰ ਕਰ ਸਟੇਬਲ ਨਹੀਂ ਕਹਿ ਸਕਦੇ ਸਕਦੇ, ਬਟ ਠੀਕ ਆ, ਠੀਕ ਆ, ਓਕੇ ਆ, okay ਸਾਡਾ ਵਧੀਆ ਚੱਲਦਾ ਪਿਆ, ਬਹੁਤ ਵਧੀਆ ਚੱਲਦਾ ਹਾਂਜੀ। ਪਿਆ ਬਾਬੇ ਦੀ ਕਿਰਪਾ ਨਾਲ। ਤੇ ਪਹਿਲਾਂ ਫੀਸਾਂ ਨਵਦੀਪ ਤੁਹਾਡੀਆਂ ਮਤਲਬ ਮੁੱਕਦੀ ਗੱਲ ਇਦਾਂ ਨਿਕਲੀਆਂ ਕਿ ਹਰ ਇੱਕ ਪੈਸੇ ਨੂੰ ਸੇਵ ਕਰਕੇ ਜਿੱਧਰੋਂ ਰੱਖੋ, ਵੀ ਸੇਵ save ਕਰਕੇ ਕੀਤਾ, ਰੱਖੋ, ਕਰ ਲਓ। ਖਾਣੇ ਨਹੀਂ ਉਹਨਾਂ ਚਿਰ ਮੂੰਹ ਬੰਦ, ਪਹਿਲਾਂ ਆਪਣੀਆਂ ਫੀਸਾਂ ਕੱਢਣੀਆਂ, ਹਾਂਜੀ। ਸਾਰਾ ਕੁਝ ਸੋ ਕਰਨਾ, ਰਾਈਟ? ਮੈਂ ਤੁਹਾਨੂੰ ਸੱਚੀ ਦੱਸਾਂ, ਮੈਨੂੰ ਕਿਸੇ ਇੱਕ ਵਿਨਰਸ, ਆਪਾਂ ਗੱਲ ਕਰ ਰਹੇ ਸੀ ਉਸ ਦਿਨ, ਵਿਨਰ ਸਟੋਰ ਦੇ ਬਾਰੇ ਮੈਨੂੰ ਨਹੀਂ ਸੀ ਪਤਾ। ਮੈਨੂੰ ਇਦਾਂ ਹੁੰਦਾ ਸੀ ਵਿਨਰਸ ਇੱਕ ਕੱਪੜਿਆਂ ਵਾਲਾ ਜਗ੍ਹਾ ਨਹੀਂ ਜਿੱਥੋਂ ਆਪਾਂ ਕੱਪੜੇ ਖਰੀਦਦੇ, ਮੈਨੂੰ ਇਦਾਂ ਲੱਗਦਾ ਸੀ ਉਹ ਸ਼ਰਾਬ ਵਾਲੀ ਜਗ੍ਹਾ ਵਿਨਰਸ। ਮੈਨੂੰ 1.5 ਸਾਲ ਘੱਟ ਹਨਾ ਤੁਸੀਂ ਕਹਿੰਦੇ ਦੇ ਵਿੱਚ, ਜਦ ਕਿ ਵਿਨਰਸ ਹਰ ਇੱਕ ਪਲਾਜ਼ੇ ਦੇ ਵਿੱਚ, ਹਰ ਇੱਕ ਲਾਗੇ ਤਾਗੇ ਹੁੰਦੇ ਮੈਨੂੰ ਰਾਈਟ? ਬੜੀਆਂ ਚੀਜ਼ਾਂ ਦਾ ਨਹੀਂ ਸੀ ਪਤਾ, ਇੱਥੋਂ ਆਹ ਚੀਜ਼ ਮਿਲਦੀ, ਇੱਥੋਂ ਆਹ ਚੀਜ਼, ਕਿਉਂਕਿ ਨਿਕਲੇ ਨਹੀਂ ਸੀ। ਕਿਉਂਕਿ ਉਦੋਂ ਇਹ ਚੀਜ਼ ਸੀ ਕਿ ਹਾਂ ਜਿੱਧਰੋਂ ਵੀ ਹੈਗਾ ਸੇਵ ਕਰ ਲਈ, ਬਾਕੀ ਉਦੋਂ ਟਾਈਮ ਨਹੀਂ ਸੀ ਹੁੰਦਾ। 6 ਦਿਨ ਕੰਮ ਕਰਨਾ, ਇੱਕ ਦਿਨ ਬੰਦੇ ਦਾ ਉਹੀ ਨਹੀਂ ਮਨ ਕਰਦਾ ਘਰੋਂ ਬਾਹਰ ਨਿਕਲਣ ਦਾ, ਬਸ ਗਰੋਸਰੀ ਕਰਨਾ ਹੀ ਬਹੁਤ ਭਾੜ ਲੱਗਦਾ ਹੁੰਦਾ ਸੀ ਉਸ ਟਾਈਮ। ਤੇ ਹੁਣ ਉਹ ਚੀਜ਼ਾਂ ਠੀਕ ਆ, ਹੁਣ ਕੱਲੀ ਚੀਜ਼ ਪਤਾ, ਜਿਹੜੀ ਚੀਜ਼ ਨਹੀਂ ਵੀ ਪਤਾ ਹੋਣੀ ਚਾਹੀਦੀ ਸਾਰੇ ਆਸੇ ਅੱਛਾ ਪਾਸੇ ਚਲ ਆਪਾਂ ਨੂੰ ਗਰੋਸਰੀ ਤੇ ਆਪਾਂ ਬਾਅਦ ਵਿੱਚ ਆਉਂਦੇ ਆ ਨਾ ਕਿ ਕਿੱਦਾਂ ਮੈਨੇਜ ਹੁੰਦੀ ਸਾਰੇ ਕੁਝ। ਸੋ ਤੁਸੀਂ ਗੱਲ ਦੱਸ ਰਹੇ ਸੀ ਕਿ ਕੋਈ ਕੁੜੀ ਮਿਸਗਾਈਡ ਕਰਦੀ ਸੀ GIC ਨੂੰ ਲੈ ਕੇ। ਸੋ GIC ਤੋਂ ਗੱਲ ਕਿੱਦਾਂ ਚੱਲੀ? ਸੋ ਗੱਲ ਇਹ ਸੀ, ਮੇਰੇ ਸਾਹਮਣੇ ਗੱਲ ਹੋਈ ਸੀ ਕਿ GIC ਮੈਨੂੰ ਨਹੀਂ ਸੀ ਕਹਿ ਰਹੇ, ਬਾਕੀ ਕੁੜੀਆਂ ਸੀਗੀਆਂ। ਜਿਹੜੀ ਕੁੜੀ ਸੋ ਇੱਕ ਕੁੜੀ ਦੂਜੀ ਕੁੜੀ ਨੂੰ ਕਹਿ ਰਹੀ ਹੈ ਕਿ GIC, ਸੋ ਉਹ ਕੁੜੀ ਨੇ GIC ਯੂਜ਼ ਨਹੀਂ ਸੀ ਕੀਤੀ 1% ਵੀ ਹਜੇ ਤੱਕ। ਉਹ ਸ਼ਾਇਦ ਘਰੋਂ ਪੈਸੇ ਲੈ ਕੇ ਆਈ ਹੋਵੇ, ਜਿੱਦਾਂ ਵੀ ਉਹ ਮੈਨੇਜ ਕਰ ਰਹੀ ਸੀ। ਸੋ ਉਹਨੇ ਦੇਖਿਆ ਅਕਾਊਂਟ ਦੇ ਵਿੱਚ ਕਿ ਤੂੰ GIC ਯੂਜ਼ ਨਹੀਂ ਕੀਤੀ ਜਮਾਂ ਵੀ। ਉਹ ਕਹਿੰਦੀ ਨਹੀਂ ਵੀ ਪੈਸੇ ਮੈਂ ਘਰੋਂ ਲੈ ਕੇ ਆਈ ਸੀ ਪੈਸੇ, ਕੁਛ ਏਦਾਂ। ਲੈ ਇਹਨੂੰ ਯੂਜ਼ ਕਰਦੇ, ਇਹ ਤਾਂ ਜਲਦੀ ਖਤਮ ਕਰ ਦੇਦੀ, ਇਹ ਤਾਂ ਹੁਣ ਸਟੂਡੈਂਟ ਹੁੰਦੀ ਆ, ਉਹ ਤਾਂ ਉਦੋਂ ਤੱਕ ਹੀ ਆਉਂਦੀ ਹੁੰਦੀ ਆ ਵੀ, ਫਿਰ ਸਟੂਡੈਂਟ ਯੂਜ਼ ਕਰ ਦਿੰਦੇ ਹੁੰਦੇ ਫਟਾਫਟ। ਮਤਲਬ ਉਹਨੇ ਇਸ ਤਰੀਕੇ ਨਾਲ ਕਿਹਾ ਵੀ ਇਹ ਬਾਅਦ ਚੋਂ ਪੈਸੇ ਉੱਡ ਜਾਣੇ, ਪਤਾ ਨਹੀਂ ਕੁਛ ਏਦਾਂ, ਕਿ ਤੂੰ ਹੁਣੇ ਇਹਨੂੰ ਫਟਾਫਟ ਯੂਜ਼ ਕਰ ਦੇ। ਕਿਉਂਕਿ ਉਹ ਕੁੜੀ ਦੀ ਖੁਦ ਯੂਜ਼ ਕੀਤੀ ਹੋਈ ਸੀ ਤੇ ਉਹ ਦੂਜਿਆਂ ਨੂੰ ਕਹਿੰਦੀ ਵੀ ਇਹਨਾਂ ਦੇ ਕੋਲ ਪੈਸੇ ਰਹਿਣ ਨਾ ਜਾਣ ਕਿਸੇ ਤਰੀਕੇ ਨਾਲ। ਅੱਛਾ, ਤੇ ਇਹ ਮੈਂ ਇੱਕ ਚੀਜ਼ ਇੱਥੇ ਸੌਰੀ ਤੁਹਾਨੂੰ ਰੋਕਦਾ, ਜਿਹੜੇ ਇਦਾਂ ਦੇ ਬੰਦੇ ਹੁੰਦੇ ਆ ਨਾ, ਉਹਨਾਂ ਨੇ ਆਸੇ-ਪਾਸੇ ਬਹੁਤ ਜੁਗਾੜ ਕਰਨੇ ਹੁੰਦੇ ਆ, ਰਾਈਟ? ਤੁਸੀਂ ਉਹ ਦੇਖੋਗੇ ਉਹ ਬੰਦੇ ਨੇ ਫੀਸ ਆਦੀ ਜੋੜੀ ਹੋਊਗੀ। ਹਾਂਜੀ ਬਿਲਕੁਲ। ਸੋ ਉਹ ਬੰਦਾ ਡਬਲ ਸ਼ਿਫਟਾਂ ਵੀ ਕਰ ਰਿਹਾ ਸੀ। ਉਹ ਦੂਜੇ ਬੰਦੇ ਨੂੰ ਕਹਿ ਰਿਹਾ ਸੀ ਕਿ ਤੁਸੀਂ ਇਧਰੋਂ ਆ ਚੀਜ਼ ਨਾ ਕਰੋ, ਆ ਚੀਜ਼ ਨਾ ਕਰੋ, ਇੱਧਰ ਨਾ ਕਰੋ, ਉੱਧਰ ਨਾ ਕਰੋ। ਉਹ ਬੰਦਾ ਆਪਣੇ ਆਪ ਨੂੰ ਬਹੁਤ ਸਿਆਣਾ ਦਿਖਾ ਰਿਹਾ। ਓਕੇ ਹੋਊਗਾ ਆਪਣੀ ਲਾਈਫ ਚ। ਅੱਛਾ ਤੁਸੀਂ ਇਹ ਸਟਾਰਟਿੰਗ ਕੀਤੀ, ਮੈਂ ਤੇ ਤੁਹਾਨੂੰ ਸਟਾਰਟਿੰਗ ਤੇ ਰੋਕਦਾ ਕਿ ਜਦੋਂ ਤੁਹਾਨੂੰ ਨਹੀਂ ਸੀ ਕਹਿ ਰਿਹਾ, ਉਹ ਕਿਸੇ ਹੋਰ ਬੰਦੇ ਨੂੰ ਕਹਿ ਰਿਹਾ ਸੀ, ਤੇ ਤੁਹਾਨੂੰ ਕੀ ਲੋੜ ਸੀ ਵਿੱਚ ਜਾਣ ਦੀ? ਕਿਉਂਕਿ ਮੈਨੂੰ ਗੁੱਸਾ ਚੜ ਰਿਹਾ ਸੀ ਕਿ ਆਹ ਕੋਈ ਤਰੀਕਾ ਥੋੜੀ ਹੈ ਕਿਸੇ ਨੂੰ ਇੱਕ, ਕਿਉਂਕਿ ਆਪਾਂ ਸਾਰੇ ਇੱਕੋ ਜੀ ਫੈਮਿਲੀ ਚੋਂ ਆਏ ਹੁੰਦੇ ਆ, ਸਾਰਿਆਂ ਨੇ ਸਟਰਗਲ ਕੀਤਾ ਹੁੰਦਾ। ਕੋਈ ਜਿੰਨਾ ਮਰਜ਼ੀ ਤਕੜਾ ਹੋਵੇ, ਕੋਈ ਜਿੰਨਾ ਮਰਜ਼ੀ ਮਾੜਾ ਹੋਵੇ, ਹਰੇਕ ਦੀ ਫੈਮਿਲੀ ਪਿੱਛੋਂ ਏਦਾਂ ਹੀ ਹੁੰਦੀ ਕਿ ਹਾਂ ਵੀ ਪੁੱਤ ਜੇ ਤੈਨੂੰ ਲੋੜ ਆ ਅਸੀਂ ਭੇਜ ਦਿੰਦੇ, ਪਰ ਔਖਾ ਹੋ ਕੇ ਬੰਦਾ ਕਰਦਾ। ਸੋ ਜੇ ਕੋਈ ਚੀਜ਼ ਤੁਹਾਡੇ ਸਾਹਮਣੇ ਗਲਤ ਹੁੰਦੀ ਆ, ਉਹ ਚੀਜ਼ ਨੂੰ ਆਪਾਂ ਕਿਉਂ ਨਾ ਉਹ ਕਰੀਏ, ਹਨਾ? ਸੋ ਮੈਂ ਉਦੋਂ ਮੈਨੂੰ ਸ਼ੌਕ ਲੱਗਾ ਕਿ ਆ ਕੀ ਆ, ਕਿਉਂਕਿ ਉਸ ਟਾਈਮ 'ਚ ਉਹ ਮੇਰੀ ਫਰੈਂਡ ਸੀ, ਬਿਲਕੁਲ ਵਧੀਆ ਹੀ। ਮੈਨੂੰ ਹੌਲੀ ਹੌਲੀ ਰੰਗ ਦਿਖਣੇ ਸ਼ੁਰੂ ਹੋਏ। ਸੋ ਉਸ ਟਾਈਮ 'ਚ ਮੈਂ ਤੁਹਾਨੂੰ ਦੱਸਿਆ ਮੇਰੇ ਕੋਲ ਕੰਮ ਨਹੀਂ ਸੀ ਹੈਗਾ,
ਤੇ ਸਿਨ ਨੰਬਰ ਨਹੀਂ ਸੀ ਹੈਗਾ ਮੇਰੇ ਕੋਲ, ਮੈਨੂੰ ਕਿਤੋਂ ਜੌਬ ਨਹੀਂ ਸੀ ਮਿਲ ਰਹੀ। ਉਹ ਕੁੜੀ ਨੇ ਮੈਨੂੰ ਇਦਾਂ ਕਿਹਾ ਹੋਇਆ ਸੀ ਕਿ ਹਾਂ ਮੈਂ ਹਰ ਜਗ੍ਹਾ ਤੇਰਾ ਨਾਮ ਦਿੱਤਾ ਹੋਇਆ, ਇੱਦਾਂ ਮੈਂ ਜੌਬ ਦਿਵਾऊं। ਠੀਕ ਆ, ਜੌਬ ਕੋਈ ਨਹੀਂ ਦਿਵਾ ਸਕਦਾ, ਬਟ ਉਹ ਉਸੇ ਤਰੀਕੇ ਨਾਲ ਉਹਨੇ ਇੱਕ ਹੋਰ ਕੁੜੀ ਆਉਂਦੀ ਆ, ਜਿੱਦਾਂ ਮੇਰੇ ਨਾਲ ਟਰੀਟ ਕੀਤਾ ਸੇਮ ਉਦਾਂ ਜਿੱਦਾਂ ਮੈਂ ਤੇਰੀ ਹੀ ਆ, ਇਦਾਂ ਕਰਕੇ। ਠੀਕ ਆ, ਉਹਨੂੰ ਕਹਿਤਾ ਓਕੇ ਵੀ ਜੌਬ ਚਲੋ ਠੀਕ ਆ, ਬੰਦੇ ਦੇ ਵਾਸਤੇ ਨਹੀਂ ਹੁੰਦਾ ਦਿਵਾਉਣੀ, ਬਟ ਉਹਨੂੰ ਕਹਿਤਾ ਓਕੇ। ਤੇ ਹੋਇਆ ਕੀ, ਉਹਨੇ ਮੈਨੂੰ ਕਿਹਾ ਬਾਅਦੋਂ ਕਿ ਇਹ ਤਾਂ ਇੱਕ ਵਾਰ ਕਹਿਣਾ ਹੀ ਹੁੰਦਾ ਕਿ ਜੌਬ ਆਪੇ ਲੱਭ ਲੂਗੀ ਉਹ, ਇਦਾਂ ਉਦਾਂ। ਫਿਰ ਮੈਨੂੰ ਪਤਾ ਚੱਲਿਆ ਵੀ ਇਹ ਸਾਰੀ ਕਹਾਣੀ ਕੀ ਹੈ ਕਿ ਹਰੇਕ ਨੂੰ ਇਦਾਂ ਮੇਰੇ ਨਾਲ ਵੀ ਇਦਾਂ ਹੀ ਕਰਦੀ ਉਹ ਸੇਮ। ਜੇ ਉਹਨੂੰ ਇਹ ਚੀਜ਼ ਕਹਿ ਕੇ ਉਹ ਮੈਨੂੰ ਇਦਾਂ ਬੋਲ ਰਹੀ ਹੈ ਕਿ ਹਾਂ ਆਪੇ ਲੱਭ ਲੂ, ਤਾਂ ਆਪਾਂ ਇੱਕ ਵਾਰ ਕਹਿਣਾ ਹੀ ਹੁੰਦਾ। ਐਂਡ ਇੱਕ ਚੀਜ਼ ਹੋਰ, ਮੈਨੂੰ ਉਹ ਪਰਸਨ ਕਹਿ ਰਹੀ ਸੀ ਕਿ ਜਿੱਥੇ ਆਪਾਂ ਰਹਿ ਰਹੇ ਸੀ ਬੇਸਮੈਂਟ 'ਚ, ਕਹਿ ਰਹੀ ਸੀ ਕਿ ਮੈਂ ਤੇਰੀ ਸਿਕਿਉਰਿਟੀ ਭਰਦੀ ਹਾਂ। ਤੇ ਮੈਂ ਕਿਹਾ ਸਿਕਿਉਰਿਟੀ ਕੀ ਸਿਕਿਉਰਿਟੀ, ਇਹ ਕੀ ਮਤਲਬ ਮੈਨੂੰ ਸਮਝ ਨਹੀਂ ਆਈ। ਮੈਂ ਇਦਾਂ ਕਿਹਾ, ਕਹਿੰਦੀ ਤੂੰ ਹੋਸਟਲ 'ਚ ਨਹੀਂ ਰਹੀ ਕਦੇ, ਉੱਥੇ ਸਿਕਿਉਰਿਟੀ ਭਰੀ ਦੀ ਹੁੰਦੀ, ਆਪਾਂ ਹੋਸਟਲ ਦੀ ਫੀਸ ਤਾਂ ਦਿੰਦੇ, ਆਪਾਂ ਸਿਕਿਉਰਿਟੀ ਐਜ਼ ਅ ਸੇਫਟੀ ਭਰੀ ਦੀ ਆ ਕਿ ਵੀ ਜਿੱਦਾਂ ਵੀ ਆ ਕਿ ਸੇਫ ਰਵੇ ਬੱਚਾ, ਵੀ ਉਹਦੇ ਪੈਸੇ ਭਰੀ ਦੇ ਆ ਕਿ ਉਹ ਬੱਚੇ ਦੀ ਸਿਕਿਉਰਿਟੀ ਰਵੇ ਉੱਥੇ। ਮੈਂ ਕਿਹਾ ਹੋਸਟਲ 'ਚ ਤਾਂ ਮੈਂ ਵੀ ਰਹੀ ਹਾਂ, ਕਿਹੜੀ ਸਿਕਿਉਰਿਟੀ, ਕਿਉਂਕਿ ਮੈਂ ਰਹੀ ਸੀ, ਮੈਨੂੰ ਪਤਾ ਸੀ ਜੇ ਮੈਂ ਨਾ ਰਹੀ ਹੁੰਦੀ ਫਿਰ ਤਾਂ ਮੈਂ ਵੀ ਫਸਣਾ ਸੀ ਇੱਕ ਤਰੀਕੇ ਨਾਲ, ਮੈਨੂੰ ਵੀ ਹੋਣਾ ਹੀ ਹਾਂ ਯਾਰ ਇਹਨੇ ਮੇਰੇ ਪੈਸੇ ਭਰੇ। ਕਹਿੰਦੀ ਮੈਂ ਤੇਰੀ, ਉਦੋਂ $50 ਕਿਹਾ ਸੀ ਮੈਨੂੰ, 500 ਕਿ 50 ਕਿਹਾ ਸੀ ਮੈਨੂੰ ਲੱਗਦਾ, $50। ਕਹਿੰਦੀ $50 ਮੈਂ ਤੇਰੇ ਵੀ ਅਲੱਗ ਤੋਂ ਭਰੇ ਆ, ਮਜ਼ਾਕ 'ਚ ਹਾਸੇ 'ਚ ਕਹਿ ਰਹੀ ਸੀ ਉਹ। ਬਾਅਦ 'ਚੋਂ ਇੱਕ ਦੋ ਵਾਰ ਉਹਨੇ ਫਿਰ ਮੈਨੂੰ ਕਿਹਾ, ਮੈਂ ਕਿਹਾ ਮੈਡਮ ਕਿਹੜੇ ਵੀ, ਇੱਕ ਵਾਰ ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਵੀ ਰਹੀ ਹਾਂ, ਗੁੱਸੇ 'ਚ ਕਿਹਾ ਸੀ ਮੈਂ ਉਦੋਂ, ਮੈਂ ਕਿਹਾ ਮੈਂ ਵੀ ਰਹੀ ਹਾਂ ਕਿ ਸਿਕਿਉਰਿਟੀ ਕੋਈ ਨਹੀਂ ਹੁੰਦੀ। ਕਹਿੰਦੀ ਅਸੀਂ ਤਾਂ ਭਰਦੇ ਹੁੰਦੇ। ਮੈਂ ਕਿਹਾ ਸਾਡੀ ਕੋਈ ਸਿਕਿਉਰਿਟੀ ਨਹੀਂ ਹੁੰਦੀ, ਜੇ ਤੂੰ ਮੇਰੇ ਬੇਸ ਤੇ ਭਰੀ ਆ ਆਪਣੀ ਲੈ ਲਾ, ਮੈਂ ਤੈਨੂੰ ਕੁਝ ਨਹੀਂ ਕਿਹਾ ਹੈਗਾ ਕਿ ਤੂੰ ਮੇਰੇ ਬਿਹਾਫ ਤੇ ਭਰ। ਠੀਕ ਆ, ਉਹ ਚੁੱਪ ਹੋ ਗਈ। ਫਿਰ ਐਂਡ ਤੇ ਜਦੋਂ ਸਾਡਾ ਥੋੜੀ ਜਿਹੀ ਗੱਲ ਹੋਰ ਵੱਧ ਗਈ ਕਿਤੇ ਨਾ ਕਿਤੇ ਗੱਲਾਂ ਦੇ ਵਿੱਚੋਂ, ਹੁਣ ਮੈਨੂੰ ਉਹਦੀਆਂ ਚੀਜ਼ਾਂ ਤਾਂ ਯਾਦ ਵੀ ਨਹੀਂ ਕਿ ਕੀ ਹੋਇਆ। ਸੋ ਮੈਂ ਉਹਨਾਂ ਨੂੰ ਮੈਂ ਕਿਹਾ, ਮੈਂ ਕਿ ਜਿਹੜੀ ਇਹਨੇ ਸਿਕਿਉਰਿਟੀ ਭਰੀ ਸੀ ਮੈਨੂੰ ਦੱਸੋ ਕਿੰਨੀ ਸਿਕਿਉਰਿਟੀ ਭਰੀ ਸੀ ਇਹਨੇ। ਉਹ ਕਹਿੰਦੇ ਕਿਹੜੀ ਸਿਕਿਉਰਿਟੀ, ਉਹਨਾਂ ਨੇ ਮੈਨੂੰ ਗੁੱਸੇ 'ਚ ਕਿਹਾ, ਉਹ ਸਾਹਮਣੇ ਸੀ। ਮੈਂ ਕਿਹਾ ਮੇਰਾ ਦਿਮਾਗ ਖਾ ਗਈ, 4 ਮਹੀਨਿਆਂ ਤੋਂ ਮੈਨੂੰ ਕਹਿ ਰਹੀ ਹੈ ਕਿ ਤੁਸੀਂ ਇਹ ਮੇਰੀ ਸਿਕਿਉਰਿਟੀ ਭਰਦੀ ਇੱਦਾਂ। ਮੈਂ ਕਿਹਾ ਇਹ ਕੀ ਮਤਲਬ ਹੋਇਆ, ਸਿਕਿਉਰਿਟੀ ਕਾਹਦੀ ਭਰਦੀ ਹੈ, ਪੁੱਛੋ ਮਾੜਾ ਜਿਹਾ। ਉਹ ਕਹਿੰਦੇ ਕੋਈ ਹੈ ਹੀ ਨਹੀਂ ਤਾਂ ਪੁੱਛਾਂ ਕੀ ਮੈਂ। ਫਿਰ ਉਹ ਬੰਦ, ਉਹਦਾ ਮੂੰਹ ਬੰਦ। ਐਂਡ ਉਹ ਕੋਈ ਹੋਰ ਗੱਲਾਂ ਕਰ ਰਹੀ ਆ, ਉਹ ਮੈਨੂੰ ਮੇਰੀ ਗੱਲ ਦਾ ਜਵਾਬ ਨਹੀਂ ਦਿੰਦੀ ਪਈ ਕਿ ਹਾਂ ਮੈਂ ਕੋਈ ਸਿਕਿਉਰਿਟੀ ਦੇ ਨਾਮ ਦੀ ਕੋਈ ਗੱਲ ਕਰ ਰਹੀ ਹਾਂ, ਮੈਂ ਤਾਂ ਪੁੱਛ ਰਹੀ ਹਾਂ। ਉਹ ਬੰਦਾ ਮੁੱਕਰ ਹੀ ਜਾਂਦਾ ਕਿ ਹਾਂ ਕਿ ਇਦਾਂ ਦੀ ਕੋਈ ਗੱਲ ਹੋਈ ਆ ਕਿ ਨਹੀਂ ਹੋਈ। ਤੇ ਮੈਨੂੰ ਫਿਰ ਪਤਾ ਲੱਗਾ ਵੀ ਹਾਂ ਵੀ ਇੱਥੇ ਦੁਨੀਆ ਕਿੱਦਾਂ ਦੀ ਹੈ। ਫਿਰ ਮੈਂ ਉਸ ਤੋਂ ਬਾਅਦ ਇਦਾਂ ਹੋ ਗਿਆ ਕਿ ਜਿਹੜਾ ਮਰਜ਼ੀ ਆਵੇ ਜਾਵੇ, ਕਿਸੇ ਤੇ ਯਕੀਨ ਨਹੀਂ ਕਰਨਾ, ਜੋ ਮਰਜ਼ੀ ਜਿੱਦਾਂ ਦਾ ਮਰਜ਼ੀ ਬੋਲੀ ਜਾਵੇ। ਕਿਉਂਕਿ ਸਟਾਰਟਿੰਗ 'ਚ ਇਦਾਂ ਹੁੰਦਾ, ਜਿੱਦਾਂ ਦਾ ਵੀ ਆਪਾਂ ਨੂੰ ਪਰਸਨ ਮਿਲਦਾ, ਆਪਾਂ ਇਦਾਂ ਹੁੰਦਾ ਕਿ ਯਾਰ ਆਪਾਂ ਇੱਕੋ ਜਗ੍ਹਾ ਤੋਂ ਆਏ ਹਾਂ, ਆਪਾਂ ਭੈਣਾਂ, ਆਪਾਂ ਭਰਾ ਆ, ਆਪਾਂ ਫਰੈਂਡਸ ਆ, ਲੜਾਈਆਂ ਜਿੰਨੀਆਂ ਮਰਜ਼ੀ ਹੋ ਜਾਣ ਪਰ ਆਪਾਂ ਹੈਗੇ ਤਾਂ ਇੱਕੋ ਜਿਹੇ ਆ ਜਿਵੇਂ ਵੀ ਆ। ਝੂਠ ਇੰਨੀ ਹੱਦ ਤੋਂ ਵੱਧ ਨਹੀਂ, ਠੀਕ ਆ, ਲੜਾਈਆਂ ਜਿੰਨੀਆਂ ਮਰਜ਼ੀ ਹੋ ਜਾਣ ਕਿ ਬੰਦਾ ਆਪਣੇ ਨੂੰ ਸਮਝਦਾ ਕਿ ਮੈਂ ਹੀ ਆ ਬਸ। ਤੇ ਫਿਰ ਤੁਸੀਂ ਕਿੰਨਾ ਟਾਈਮ ਇਕੱਠੇ ਰਹੇ ਮਤਲਬ ਉਹਨਾਂ ਨਾਲ? ਸੋ ਮੈਨੂੰ ਲੱਗਦਾ 4 ਮਹੀਨੇ ਤਾਂ ਮੈਂ ਰਹੀ ਹੋਊਗੀ ਉੱਥੇ, 4 ਮਹੀਨੇ ਮੈਂ ਰਹੀ ਹਾਂ। ਓਕੇ, ਤੇ ਉਸ ਤੋਂ ਬਾਅਦ ਤੋਂ ਫੇਰ ਚੇਂਜ ਕੀਤਾ? ਉਸ ਤੋਂ ਬਾਅਦ ਕਹਿ ਸਕਦੇ ਹਾਂ ਆਪਣੀ ਜ਼ਿੰਦਗੀ ਦੀ ਅਸਲ ਸ਼ੁਰੂਆਤ ਹੋਈ। ਠੀਕ ਹੈ, ਰੱਬ ਨੇ ਉੱਥੇ ਰਹਿ ਕੇ ਮੈਨੂੰ ਬਹੁਤ ਅਕਲ ਦਿੱਤੀ ਕਿ ਹਾਂ ਇਦਾਂ ਦੇ ਲੋਕ ਹੁੰਦੇ ਆ, ਆਪਾਂ ਨੂੰ ਕਿੱਦਾਂ ਵਿਚਰਨਾ ਚਾਹੀਦਾ ਕਿ ਇਦਾਂ ਦੇ ਮਾਹੌਲ ਦੇ ਵਿੱਚ। ਓਕੇ, ਤੇ ਫਿਰ ਤੁਸੀਂ ਇਕੱਲਿਆਂ ਨੇ ਲਿਆ ਜਾਂ ਕਿੱਦਾਂ, ਜਾਂ ਫਿਰ ਉਸ ਤੋਂ ਬਾਅਦ ਆਪਾਂ ਨੂੰ ਰੱਬ ਦੀ ਮਿਹਰ ਨਾਲ ਕਿ ਇੰਸਟਾਗ੍ਰਾਮ ਤੋਂ ਹੀ ਆਪਾਂ ਨੂੰ ਇੱਕ ਕੁੜੀ ਮਿਲੀ, ਅਮਨ। ਹਾਂ, ਸੋ ਸਾਡਾ ਨਾ ਇੰਸਟਾ, ਤੁਹਾਨੂੰ ਇਹ ਚੀਜ਼ ਕਿ ਦੱਸਦੇ ਆ, ਸੋ ਸਾਡਾ ਇੰਸਟਾਗ੍ਰਾਮ ਜਿੱਦਾਂ ਥੋੜਾ ਜਿਹਾ ਗਰੋ ਆ, ਸੋ ਅੱਜ ਤੱਕ ਇੱਥੇ ਹੀ ਜਿਵੇਂ ਵੀ ਆ, ਸੋ ਸਾਨੂੰ ਇੰਸਟਾਗ੍ਰਾਮ ਦੇ ਕਰਕੇ ਇੰਨੀ ਕੁ ਹੈਲਪ ਕੀਤੀ ਹਰ ਇੱਕ ਮੋੜ ਤੇ ਉਹ ਸਾਰਿਆਂ ਨੂੰ ਥੈਂਕ ਯੂ। ਸੋ ਇੰਸਟਾਗ੍ਰਾਮ ਨੇ ਨਹੀਂ, ਇੱਕ ਇੰਸਟਾਗ੍ਰਾਮ ਜ਼ਰੀਆ ਸੀ ਜਿੰਦੇ ਜ਼ਰੀਏ ਸਾਡੇ ਨਾਲ ਲੋਕ ਜੁੜੇ ਹੋਏ ਸੀ। ਸੋ ਆਪਾਂ ਇੱਕ ਨਿੱਕੀ ਦੀ ਸਟੋਰੀ ਪਾਉਣੀ, ਕਿਸੇ ਚੀਜ਼ ਦੀ ਲੋੜ ਹੋਣੀ, ਹੈਲਪ ਹੋਣੀ, ਸੋ ਆਪਣਾ ਹਨਾ ਸਾਰਾ ਕੁਝ ਸੋਲਵ ਹੋ ਜਾਣਾ, ਸਭ ਕੁਝ ਗਾਂ ਦੀ ਗੱਲ ਲਿੰਕ ਬਣਨੇ ਜਾਂ ਕੁਝ ਵੀ ਹੋਣਾ। ਸੋ ਬਹੁਤ ਹਨਾ, ਸੋ ਇਦਾਂ ਫਿਰ ਇਹ ਐਟ ਦੀ ਐਂਡ ਤੇ ਆ ਕੇ ਨਾ, ਤੇ ਇਹਨੇ ਮੈਨੂੰ ਕਹਿਤਾ ਹਨਾ, ਤੁਸੀਂ ਮੈਨੂੰ ਕਹਿਤਾ ਕਿ ਮੇਰੀ ਇੱਥੋਂ ਬੱਸ ਆ, ਇੱਥੋਂ ਹੱਥ ਖੜੇ ਆ ਕਿ ਮੈਂ ਭਲਾ ਸੜਕ ਤੇ ਰਹਿਣ। ਫਿਰ ਉਦੋਂ ਆਪਾਂ ਸਟੋਰੀ ਪਾਈ ਹਨਾ, ਬੜਿਆਂ ਦੇ ਮੈਸੇਜ ਆਏ, ਸੋ ਰੈਂਡਮਲੀ ਮੈਨੂੰ ਲੱਗਾ, ਮੈਂ ਖੁਦ ਚੈੱਕ ਕਰਦਾ ਗਿਆ। ਸੋ ਇੱਕ ਇਹਦੀ ਸਹੇਲੀ ਅਮਨ, ਤੇ ਉਹਦੇ ਨਾਲ ਏਦਾਂ ਗੱਲਬਾਤ ਹੋਈ ਕਿ ਹਾਂ ਸਾਨੂੰ ਵੀ ਇੱਕ ਕੁੜੀ ਚਾਹੀਦੀ, ਸਮਥਿੰਗ ਮੈਨੂੰ ਨਹੀਂ ਮਾਈਂਡ 'ਚ ਕੀ ਆ ਕੀ ਨਹੀਂ ਗੱਲ ਹੋਈ। ਫਿਰ ਇਹ ਗਈ ਉੱਥੇ ਜਾ ਕੇ ਦੇਖ ਦੂ ਕੇ ਆਂਦਾ, ਫਿਰ ਇਹਨੇ ਫਾਈਨਲੀ ਉਹਦੇ ਨਾਲ ਰਹਿਣਾ ਸ਼ੁਰੂ ਕੀਤਾ ਹਨਾ। ਸੋ ਉਦੋਂ ਸਿੰਗਲ ਬੈਡਰੂਮ ਬੇਸਮੈਂਟ ਦੇ ਵਿੱਚ ਤੁਸੀਂ ਤੇ ਅਮਰ ਰਹਿੰਦੇ ਸੀ, ਰਾਈਟ? ਤੇ ਫਿਰ ਉਹਦੇ ਨਾਲ ਵਧੀਆ ਰਹੀ ਕੁੜੀ ਨਾਲ। ਸੋ ਸਭ ਤੋਂ ਵੱਡੀ ਗੱਲ ਕਿ ਮੈਂ ਅਮਨ ਤੇ ਵੀ ਸਟਾਰਟਿੰਗ ਤੋਂ ਯਕੀਨ ਕਰਨਾ ਨਹੀਂ ਸੀ ਸ਼ੁਰੂ ਕੀਤਾ, ਕਿਉਂਕਿ ਜਦੋਂ ਬੰਦਾ ਇਸ ਤਰ੍ਹਾਂ ਦੇ ਮਾਹੌਲ 'ਚ ਹੁੰਦਾ ਇੰਨਾ ਕੁ ਫਰਸਟ੍ਰੇਟ ਹੁੰਦਾ ਕਿ ਐਵੇਂ ਲੱਗਦਾ ਕਿ ਸਾਹਮਣੇ ਵਾਲੇ ਬੰਦੇ ਦੇ ਦਿਲ 'ਚ ਪਤਾ ਨਹੀਂ ਕੀ ਹੋਊਗਾ। ਤੇ ਮੈਂ ਗਈ, ਬਹੁਤ ਵਧੀਆ ਲੱਗਾ ਨੇਚਰ, ਤੇ ਨੇਚਰ ਤੋਂ ਮੈਂ ਇਹ ਸਮਝਦੀ ਹਾਂ ਕਿ ਜਿਹੜੇ ਬੰਦੇ ਨਾਲ ਪਹਿਲਾਂ ਮੈਂ ਲੜ ਕੇ ਆਈ ਹਾਂ ਉਹਦਾ ਨੇਚਰ ਏਦਾਂ ਕਹਿ ਸਕਦੇ ਕਿ ਰੱਬ ਹੀ ਬਣ ਜਾਂਦਾ ਹੈ। ਉਹ ਬੰਦਾ ਇੱਕ ਬੰਦੇ ਦੇ ਸਾਹਮਣੇ ਦਿਲ ਵਿੱਚ ਵੜ ਜਾਂਦਾ ਹੈ ਕਿ ਮੈਂ ਹੀ ਤੇਰਾ ਵਾਂ,
ਕਿ ਹੋਰ ਕੋਈ ਨਹੀਂ, ਮੈਂ ਸਿਰਫ ਤੇਰਾ, ਦੈਟਸ ਇਟ, ਕਿ ਕਿਸੇ ਹੋਰ ਬੰਦੇ ਦੀ ਤੈਨੂੰ ਲੋੜ ਨਹੀਂ ਆ। ਉਹ ਇਦਾਂ ਫੀਲ ਕਰਾਉਂਦਾ, ਤੇ ਇੱਕ ਬੰਦੇ ਦਾ ਵੀ ਬ੍ਰੇਨ ਵਾਸ਼ ਇਦਾਂ ਹੁੰਦਾ ਕਿ ਹਾਂ ਇਹ ਬੰਦਾ ਬਹੁਤ ਸਹੀ ਆ। ਤੇ ਫਿਰ ਮੈਂ ਗਈ, ਮੈਨੂੰ ਬਹੁਤ ਵਧੀਆ ਲੱਗਾ, ਠੀਕ ਆ, ਹੈਲੋ ਹਾਈ ਜਿਵੇਂ ਵੀ ਆਪਾਂ ਫਰੈਂਡਸ ਹੁੰਨੇ ਆ ਉਦਾਂ ਹੀ ਆਪਾਂ ਰਹੇ। ਪਰ ਕਿਤੇ ਨਾ ਕਿਤੇ ਮੇਰੇ ਦਿਲ 'ਚ ਸੀ ਕਿ ਹਾਂ ਕਿਤੇ ਫਿਰ ਮੇਰੇ ਨਾਲ ਉੱਦਾਂ ਨਾ ਹੋਵੇ। ਮੈਂ ਹੌਲੀ 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 ਆਪਾਂ ਫਰੈਂਡਸ ਬਣੇ, ਇੱਕੋ ਦਮ ਆਪਾਂ ਫਰੈਂਡਸ ਨਹੀਂ ਬਣ ਗਏ ਹਨਾ, ਠੀਕ ਆ, ਹੈਲੋ ਹਾਈ ਹੁੰਦੀ ਗਈ। ਪਹਿਲਾਂ ਅਸੀਂ ਦੋਨੋਂ ਇੱਕ ਦੂਜੇ ਨੂੰ ਤੁਸੀਂ ਤੁਸੀਂ ਕਹਿ ਕੇ ਗੱਲ ਕਰਦੇ ਹੁੰਦੇ ਸੀ, ਉਹ ਮੇਰੇ ਤੋਂ ਛੋਟੀ ਆ। ਤੇ ਹੁਣ ਤੇ ਹੁਣ ਉਹੀ ਹੈ ਜਿਹਨੂੰ ਕਹਿੰਦੇ ਨੇ ਡੈਸ਼ ਖਲਾ ਡੈਸ਼ ਖਲਾ ਡੈਸ਼ ਡੈਸ਼ ਕਰ ਹਾਂਜੀ। ਤੇ ਉੱਥੇ ਹੀ ਕਹਿ ਸਕਦੇ ਇੰਨੀ ਵਧੀਆ ਹੌਲੀ 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 ਬੌਂਡਿੰਗ ਗਈ, ਆਪਾਂ ਇੱਕ ਦੂਜੇ ਨੂੰ ਸਮਝਦੇ। ਬਾਕੀ ਮੇਨ ਗੱਲ ਇਹ ਸੀ, 2 ਬੰਦਿਆਂ ਦਾ ਰਹਿਣਾ, 4 ਬੰਦਿਆਂ ਦਾ ਰਹਿਣਾ, ਇਹ ਬਹੁਤ ਵੱਡੀ ਗੱਲ ਆ। ਕਿਉਂਕਿ ਜਿੱਥੇ ਮੈਂ ਪਹਿਲਾਂ ਰਹੀ ਸੀ ਨਾ, ਉੱਥੇ ਜਦੋਂ ਸਾਰਿਆਂ ਨਾਲ ਲੜਾਈਆਂ ਹੁੰਦੀਆਂ ਸੀ, ਮੇਰੇ ਨਾਲ ਥੋੜੀ ਜ਼ਿਆਦਾ ਹੋ ਗਈ ਸੀ, ਠੀਕ ਆ, ਉਹ ਗੱਲ ਚਲੋ ਸਾਈਡ ਤੇ ਰੱਖਦੇ ਆਪਾਂ। ਇੱਕ ਬੰਦੇ ਦੀ ਲੜਾਈ ਹੋਣੀ, ਬਾਕੀ ਤਿੰਨਾਂ ਨੇ ਕਹਿਣਾ ਜੋ ਵੀ ਘਰ 'ਚ ਗੰਦ ਪੈਂਦਾ ਉਹ ਚੌਥਾ ਬੰਦਾ ਪਾ ਰਿਹਾ। ਇਹ ਨਹੀਂ ਕਿ ਜਦੋਂ ਮੈਂ ਲੜੀ ਉਦੋਂ ਹੀ, ਜਦੋਂ ਅਸੀਂ ਵੀ ਹੁੰਦੀਆਂ ਸੀ, ਚੌਥੇ ਬੰਦੇ ਤੇ ਹੀ ਬਲੇਮ ਲੱਗਦੇ ਕਿ ਹਾਂ ਅੱਜ ਜਿੰਨਾ ਗੰਦ ਪਿਆ ਇਹ ਬੰਦੇ ਨੇ ਪਾਇਆ, ਘਰ 'ਚ ਸਫਾਈ ਨਹੀਂ ਹੋਈ, ਇਹਨੇ ਨਹੀਂ ਕੀਤੀ, ਜੋ ਵੀ ਹੁੰਦਾ ਉਹ ਬੰਦੇ ਤੇ ਬਲੇਮ ਲੱਗਦੇ ਹੁੰਦੇ ਸੀ। ਜਿਹੜਾ ਸੱਚੀ ਜੇ ਕਲਪਰੇਟ ਹੁੰਦਾ ਸੀ ਉਹ ਪਾਸੇ ਹੀ ਹੋ ਜਾਂਦਾ ਸੀ। ਤੇ ਜਦੋਂ 2 ਬੰਦੇ ਰਹਿੰਦੇ, ਹੁਣ ਆਪਾਂ ਨੂੰ ਪਤਾ ਹੁੰਦਾ ਇਹ ਕੰਮ ਮੈਂ ਨਹੀਂ ਕੀਤਾ ਤਾਂ ਉਸਨੇ ਨਹੀਂ ਕੀਤਾ ਹੋਊਗਾ, ਤੇ ਉਹ ਚੀਜ਼ਾਂ ਦਾ ਕੋਈ ਉਹ ਸੈਂਸ ਹੀ ਨਹੀਂ ਰਹਿੰਦੀ ਕਿ ਉਹ ਗੱਲ ਹੀ ਨਹੀਂ ਰਹਿੰਦੀ ਕਿ ਹਾਂ ਕਿ ਲੜਾਈ ਦੀ ਕੋਈ ਵਜ੍ਹਾ ਬਣੇ। ਅੱਛਾ, ਇੱਥੇ ਸਿਆਲਾਂ ਦੇ ਵਿੱਚ ਇੰਨੀ ਸਨੋ ਪੈ ਜਾਂਦੀ ਹਨਾ, ਇੰਨੇ ਪੈਰ ਅੰਦਰ ਜਾਂਦੇ ਆ। ਸੋ ਉਦੋਂ ਮੈਂ ਵੀ ਨਹੀਂ ਸੀ ਹਨਾ, ਕਹਿ ਲਓ ਕਿ ਕੁੜੀਆਂ ਦੇ ਹਸਬੈਂਡ ਜਿਹੜੀਆਂ ਇਕੱਲੀਆਂ ਕੁੜੀਆਂ ਨੇ, ਉਬਰ ਵਗੈਰਾ ਨਹੀਂ ਹੈ ਨਾ ਅਫੋਰਡ ਕਰ ਪਾਉਂਦੀਆਂ, ਨਹੀਂ ਉਬਰ ਤੇ ਗਰੋਸਰੀ ਆਉਂਦੀ, ਜੇ ਕੋਈ ਰਿਸ਼ਤੇਦਾਰ ਵੀ ਨਾ ਹੋਵੇ, ਤੇ ਕਿੱਦਾਂ ਮੈਨੇਜ ਹੁੰਦਾ ਇੰਨੀ ਠੰਡ ਦੇ ਵਿੱਚ ਹਨਾ। ਸੋ ਉੱਥੇ ਘਰਦਿਆਂ ਨੇ ਆਪਾਂ ਨੂੰ ਕਣਕ ਪਿਆ ਕੇ ਆਪਾਂ ਇਕੱਠੀ ਘਰੇ ਸੁੱਟ ਲਈ, ਸੋ 20-20 ਕਿਲੋ ਦੇ ਝੋਲੇ ਜਿਹੇ ਥੈਲੇ ਥੁੱਲੇ ਜਿਹੇ ਲੈ ਕੇ ਆਉਣੇ। ਸੋ ਸਾਰੀਆਂ ਚੀਜ਼ਾਂ ਕੁੜੀਆਂ ਕਿੱਦਾਂ ਐਡਜਸਟ ਕਰਦੀਆਂ ਨੇ, ਕਿੱਦਾਂ? ਸੋ ਸਭ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਮੈਂ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦੀ ਸੀ, ਉਹ ਮੇਰੀ ਬਹੁਤ ਹੈਲਪ ਕਰਦੇ ਹੁੰਦੇ ਸੀ। ਉਹਨਾਂ ਨੇ ਉਦਾਂ ਵੀ ਕਹਿ ਦੇਣਾ ਕਦੇ ਲੋੜ ਹੋਈ ਮੈਨੂੰ ਦੱਸਦੀ। ਜਦੋਂ ਮੈਂ 4 ਕੁੜੀਆਂ ਦੇ ਨਾਲ ਰਹਿੰਦੀ ਸੀ, ਉੱਥੇ ਮੇਰਾ ਮਨ ਤਾਂ ਕਰਨਾ ਕਿ ਚਲੋ ਕਦੇ ਲੋੜ ਪਈ ਹਨਾ, ਮੈਂ ਉਹਨਾਂ ਨੂੰ ਫੋਨ ਕਰਦਾ। ਜਿਹੜੀ ਕੁੜੀ ਨਾਲ ਮੇਰੀ ਸਭ ਤੋਂ ਵੱਡੀ ਲੜਾਈ ਹੋਈ ਸੀ, ਉਹ ਕੁੜੀ ਦੇ ਕੋਲ ਵੀ ਨੰਬਰ ਸੀ ਮੇਰੇ ਰਿਸ਼ਤੇਦਾਰਾਂ ਦਾ, ਰਾਜਵੀਰ ਦਾ। ਉਹਨੇ ਕਹਿਣਾ ਤੂੰ ਨਹੀਂ ਫੋਨ ਕਰਨਾ, ਮੈਂ ਕਰਦੀ ਆ, ਕਿ ਉਹ ਆਪਣਾ ਸਮਾਨ ਛਡਾ ਜੂਗੀ। ਇਦਾਂ ਕਰਕੇ ਮੈਨੂੰ ਇਹ ਫੀਲ ਹੁੰਦਾ ਹੁੰਦਾ ਕਿ ਯਾਰ ਮੈਂ ਇਹ ਚੀਜ਼ ਨਹੀਂ ਕਰਨੀ, ਕਿ ਸਾਹਮਣੇ ਵਾਲੇ ਬੰਦੇ ਦੇ ਕੋਲ ਵੀ ਉਨਾ ਕੁ ਟਾਈਮ ਹੁੰਦਾ ਕਿ ਮੈਂ ਇਹ ਚੀਜ਼ ਨਹੀਂ ਕਰ ਸਕਦੀ, ਕਿ ਮੈਨੂੰ ਖੁਦ ਨੂੰ ਚੰਗਾ ਨਹੀਂ ਫੀਲ ਹੁੰਦਾ ਕਿ ਅਗਲਾ ਬੰਦਾ ਆਵੇ ਸਾਰੇ ਬੰਦਿਆਂ ਦਾ ਕੰਮ ਕਰਾਵੇ ਹਨਾ। ਮੈਂ ਕਿਹਾ ਨਹੀਂ ਭੈਣੇ ਤੂੰ ਇਦੋਂ ਚੰਗਾ ਰਹਿਣ ਹੀ ਦੇ। ਮੈਂ ਖੁਦ, ਉਹ ਕੁੜੀ ਨੇ ਫੋਨ ਕੀਤਾ ਰਾਜਵੀਰ ਨੂੰ ਕਿ ਆ ਜਾ, ਨਵ ਵੀ ਇੱਥੇ ਆ, ਕਿ ਅਸੀਂ ਨਾ ਇੱਥੇ ਖੜੇ ਆ ਤੇ ਅਸੀਂ ਗਰੋਸਰੀ ਲੈ ਕੇ ਜਾਣੀ ਆ ਤੇ ਛਡਾਏ। ਉਹਨੇ ਕਰਤਾ ਫੋਨ, ਓਕੇ ਆ। ਮੈਂ ਉਹਨੂੰ ਮਨਾ ਵੀ ਕੀਤਾ, ਉਹਨੇ ਕਰਤਾ, ਕਹਿੰਦੀ ਕੋਈ ਨਾ ਮੈਂ ਕਰ ਦੇਣੀ। ਮੈਂ ਫੋਨ ਲਾਉਣੀ ਰਾਜਵੀਰ ਨੂੰ, ਮੈਂ ਕਿਹਾ ਰਾਜਵੀਰ ਮੇਰੇ ਕਰਕੇ ਆਉਣਾ ਤਾਂ ਬਿਲਕੁਲ ਵੀ ਨਾ ਹੀ। ਮੈਂ ਕਿਹਾ ਮੈਂ ਬਿਲਕੁਲ ਇਸ ਚੀਜ਼ ਤੋਂ ਬਾਹਰ ਆ, ਮੈਂ ਨਹੀਂ ਚਾਹੁੰਦੀ ਤੂੰ ਮੇਰੇ ਕਰਕੇ ਆਵੇਂ, ਤੇਰੇ ਕੋਲ ਉਹਦਾ ਟਾਈਮ ਆ, ਤੇਰੀ ਉਹਦੇ ਨਾਲ ਵਧੀਆ ਬੌਂਡਿੰਗ ਆ, ਤੇਰਾ ਮਨ ਕਰਦਾ ਤਾਂ ਤੂੰ ਆਈ, ਅਦਰਵਾਈਜ਼ ਤੈਨੂੰ ਆਉਣ ਦੀ ਲੋੜ ਨਹੀਂ ਮੇਰੇ ਕਰਕੇ। ਮੈਂ ਨਹੀਂ ਚਾਹੁੰਦੀ ਕਿ ਕੁਛ ਏਦਾਂ ਤੂੰ ਜਿਵੇਂ ਵੀ ਆ। ਉਹ ਨਹੀਂ ਆਈ। ਮੈਂ ਕਿਹਾ ਬਹੁਤ ਵਧੀਆ ਕੀਤਾ। ਫਿਰ ਇੱਥੋਂ ਸਟਾਰਟ ਹੋਈ ਕਿ ਗਰੋਸਰੀ ਮੈਂ ਇਕੱਲੀ ਕਰਨਾ ਸ਼ੁਰੂ ਕੀਤਾ। ਉੱਥੇ 3-4 ਕੁੜੀਆਂ ਹੋਣ ਦੇ ਬਾਵਜੂਦ ਵੀ 1-2 ਵਾਰ ਹੀ ਗਏ, ਨਹੀਂ ਸੈੱਟ ਲੱਗਾ ਕਿ ਜਦੋਂ ਆਪਾਂ 4 ਜਣੇ ਹੁੰਦੇ, ਆਪਣੇ ਕੋਲ ਆਪਣਾ ਹੀ ਸਮਾਨ ਹੁੰਦਾ, ਸਾਰਿਆਂ ਦਾ ਸਮਾਨ। ਸੋ ਇਹ ਹੁਣ ਜੇ ਕੋਈ 4 ਬੰਦੇ ਅਲੱਗ-ਅਲੱਗ ਰਹਿ ਰਹੇ ਨੇ, ਕਿਸੇ ਨੇ ਥੋੜਾ ਖਾਣਾ, ਕਿਸੇ ਨੇ ਜ਼ਿਆਦਾ ਖਾਣਾ, ਸੋ ਪਰ ਜਦੋਂ ਗਰੋਸਰੀ ਲੈਣੀ ਸਾਰਿਆਂ ਨੂੰ ਇਕੱਠੇ ਪੈਸੇ ਪਾਉਣੇ। ਸੋ ਜੇਕਰ ਤੁਸੀਂ ਹਨਾ ਮੰਨ ਕੇ ਚੱਲੋ ਕਿ $200 ਦੀ ਘਰ ਦੇ ਵਿੱਚ ਗਰੋਸਰੀ ਆ ਰਹੀ ਆ, ਸੋ ਇੱਕ ਬੰਦਾ ਇਕੱਲਾ ਹੀ $100 ਦੀ ਗਰੋਸਰੀ ਖਾ ਰਿਹਾ। ਤੁਸੀਂ ਮਤਲਬ ਕਿ ਇੱਕ ਬੰਦੇ ਨੇ 4 ਰੋਟੀਆਂ ਖਾਣੀਆਂ, ਇੱਕ ਬੰਦੇ ਨੇ 2 ਰੋਟੀਆਂ ਖਾਣੀਆਂ, ਤਾਂ ਜਿਹੜਾ ਬੰਦਾ ਮਹੀਨੇ ਦਾ $50 ਭਰ ਰਿਹਾ ਤਾਂ ਉਹ ਤਾਂ 25 ਚ ਸਰ ਜਾਊਗਾ, 20 ਦੇ ਵਿੱਚ ਸਰ ਜਾਊਗਾ। ਮੇਰੇ ਨਾਲ ਹੋਈ ਜਿੱਥੋਂ ਸਭ ਤੋਂ ਵੱਡੀ ਲੜਾਈ ਸ਼ੁਰੂ ਹੋਈ। ਸੋ ਉਹ ਕੁੜੀ ਦੀ ਕੰਮ ਤੇ ਲੱਗੀ ਹੋਈ ਸੀ, ਸੋ ਆਪਣਾ ਸਾਰਾ ਕੁਝ ਜੁਆਇੰਟ ਸੀਗਾ। ਤੇ ਫਿਰ ਮੈਨੂੰ ਔਖਾ ਲੱਗਣਾ ਕਿਉਂਕਿ ਮੈਨੂੰ ਇਹ ਚੀਜ਼ ਫੀਲ ਹੁੰਦੀ ਸੀ ਕਿ ਮੇਰੇ ਕੋਲ ਹਜੇ ਜੌਬ ਨਹੀਂ ਹੈਗੀ, ਮੈਂ ਖੁੱਲਾ ਖਰਚਾ ਨਹੀਂ ਕਰਨਾ, ਮੈਂ ਆਪਣੇ ਜੋੜਨੇ ਆ। ਕਿਉਂਕਿ ਮੈਂ ਫੀਸ, ਹਰੇਕ ਬੰਦੇ ਨੂੰ ਹੁੰਦੀ ਟੈਨਸ਼ਨ ਹੋਊਗੀ, ਉਹਨੂੰ ਵੀ ਹੋਊਗੀ, ਬਟ ਮੈਨੂੰ ਇੱਦਾਂ ਸੀ ਕਿ ਉਹਦੇ ਕੋਲ ਜੌਬ ਹੈਗੀ ਆ, ਸੋ ਮੈਂ ਆਪਣਾ ਸੈਪਰੇਟ ਹੀ ਕਰਨਾ। ਸੋ ਉਹ ਤੋਂ ਹੀ ਵੱਧ ਗਈ, ਮੈਂ ਸੈਪਰੇਟ ਕਰ ਲਈ ਜਿੱਥੋਂ ਲੜਾਈ ਦੀ ਸਟਾਰਟਿੰਗ ਹੋ ਗਈ ਕਿ ਹਾਂ ਇੱਦਾਂ। ਚਲੋ ਇਹ ਛੱਡੋ, ਜਦੋਂ ਆਪਾਂ ਗਰੋਸਰੀ ਕਰਦੇ ਹੁੰਦੇ ਸੀ ਉਦੋਂ ਸਭ ਤੋਂ ਵੱਡੀ ਚੀਜ਼ ਦੁੱਧ ਦਾ ਪੈਕੇਟ। ਉਹਦੇ 'ਚ 3 ਪੈਕੇਟ ਹੁੰਦੇ ਸੀ, ਉਹਨੇ ਹੀ ਸਾਰਾ ਭਾਰ ਖਿੱਚ ਲੈਣਾ। 2-4 ਗੰਢੇ ਖਰੀਦਣੇ, ਉਹਨੇ ਹੀ ਭਾਰ ਸਾਰਾ ਖਿੱਚ ਲੈਣਾ, ਬਾਕੀ ਚੀਜ਼ਾਂ ਤਾਂ ਛੱਡ ਹੀ ਦਿਓ। ਸੋ ਕਿੱਟ ਮੋਢਿਆਂ ਤੇ ਲੱਦੀ ਹੋਣੀ, 2-2 ਬੈਗ, ਐਂਡ ਆਟਾ ਜਦੋਂ ਚੱਕਣਾ ਪੈ ਜੇ ਤਾਂ ਬਸ ਲਓ ਰੱਬ ਦਾ ਨਾਂ। ਤੇ ਸਭ ਤੋਂ ਵੱਡੀ ਗੱਲ, ਬੱਸ ਨਹੀਂ ਆਉਂਦੀ ਹੁੰਦੀ ਸੀ, ਬੱਸ ਆਉਂਦੀ ਸੀ ਪਰ ਵਾਕ ਓਨੀ ਪੈ ਜਾਂਦੀ ਸੀ। ਬੱਸ ਤੇ ਕੋਲ ਤੁਰ ਕੇ ਜਾਓ,
ਬੱਸ ਤੋਂ ਉਤਰ ਕੇ ਸਟੋਰ ਤੱਕ ਜਾਓ, ਉਹ ਉਨਾ ਹੀ ਰਸਤਾ ਸੀ ਜਿੰਨਾ ਆਪਾਂ ਵਾਕਿੰਗ ਡਿਸਟੈਂਸ ਤੇ ਜਾਂਦੇ ਹੁੰਦੇ ਸੀ, ਫਿਰ ਬੱਸ ਲੈਂਦੇ ਨਹੀਂ ਸੀ। ਤੇ ਊਬਰ ਮੈਂ ਆਪਾਂ ਨੂੰ ਸਹੀ ਨਹੀਂ ਸੀ ਲੱਗਦਾ ਹੁੰਦਾ ਕਿ ਇੰਨੇ ਪੈਸੇ ਖਰਚ ਕੇ ਕਿਉਂ ਜਾਣਾ ਉੱਥੇ। ਸੋ ਐਂ ਲੱਦੇ ਆਉਣਾ, ਉਦੋਂ ਤਾਂ ਗਰਮੀ ਸੀ ਚਲੋ। ਸੋ ਮੈਂ ਜਦੋਂ ਚੇਂਜ ਕੀਤਾ, ਅਮਨ ਦੇ ਕੋਲ ਚਲੀ ਗਈ, ਉਦੋਂ ਬਾਅਦ ਸਨੋ ਆਈ ਆ। ਮੈਂ ਅਗਸਤ 'ਚ 1 ਅਗਸਤ ਨੂੰ ਆਈ ਥਿੰਕ ਚੇਂਜ ਕੀਤਾ ਸੀ, ਉਸ ਤੋਂ ਬਾਅਦ ਸਨੋ ਆਈ। ਸੋ ਰੱਬ ਦਾ ਉਦੋਂ ਬਹੁਤ ਵਧੀਆ ਸਾਥ ਰਿਹਾ ਕਿ ਉਹਦੀ ਬੌਂਡਿੰਗ ਮੇਰੇ ਨਾਲ ਬਹੁਤ ਵਧੀਆ ਰਹੀ, ਆਪਾਂ ਕਦੇ ਇਕੱਲੇ ਨਹੀਂ ਸੀਗੇ। ਜਦੋਂ ਜਾਣਾ ਦੋਨਾਂ ਨੇ ਹੱਸਦੇ ਖੇਡਦੇ ਜਾਣਾ। 20 ਮਿੰਟ ਦੀ ਵਾਕ ਹੁੰਦੀ ਸੀ, 15 ਤੋਂ 20 ਮਿੰਟ ਦੀ ਵਾਕ। ਆਪਾਂ ਇੱਦਾਂ ਲਿਫਾਫੇ ਚੱਕਣੇ, ਦੂਸਰੇ ਆਟੇ ਵਾਲੇ ਐਡੇ ਐਡੇ ਬੈਗ, ਦੋਨਾਂ ਨੇ ਏਦਾਂ ਜੱਫੀਆਂ ਪਾ ਕੇ ਆਟੇ ਨੂੰ ਹੌਲੀ ਹੌਲੀ ਤੁਰੇ ਜਾਣਾ, ਵਿੱਚ ਸਮਾਨ ਰੱਖ ਲੈਣਾ ਸਨੋ ਦੇ ਵਿੱਚ, ਰਸਤੇ 'ਚ ਰੱਖ ਕੇ ਸਾਹ ਲੈ ਲੈਣਾ, ਹੱਥ ਤੇ ਜਿੱਦਾਂ ਲਾਲ ਨਿਸ਼ਾਨ। ਇਹ ਉਹਨਾਂ ਕੁੜੀਆਂ ਨੂੰ ਪਤਾ, ਉਹ ਜਿਹੜੀਆਂ ਕੁੜੀਆਂ ਮੇਰੇ ਵਾਂਗੂ ਕੱਲੀਆਂ ਇੱਕ ਦੋ ਜਾਣੀਆਂ ਕੱਲੀਆਂ ਨੇ ਬਿਨਾਂ ਊਬਰ ਤੋਂ ਸਮਾਨ ਚੱਕ ਕੇ ਲਿਆਉਣਾ ਸਨੋ 'ਚ। ਹਰੇਕ ਨਾਲ ਹੁੰਦਾ ਜਿਨ੍ਹਾਂ ਦੇ ਕੋਲ ਜਦੋਂ ਪਹਿਲਾਂ ਆਉਂਦਿਆਂ ਕੋਲ ਕਿਸੇ ਕੋਲ ਕਾਰ ਨਹੀਂ ਹੁੰਦੀ। ਲੱਗਦਾ ਨਹੀਂ ਸੀ ਕਿ ਇੰਨੀ ਕੰਜੂਸੀ ਵੀ ਚੰਗੀ ਨਹੀਂ, ਬੰਦਾ ਊਬਰ ਕਰਾ ਲੇ, ਠੰਡ ਦੇ ਵਿੱਚ ਇੰਨਾ ਮਰ ਜਾਗੇ। ਨਹੀਂ ਬਿਲਕੁਲ ਨਹੀਂ, ਕਿਉਂਕਿ ਉਹ ਚੀਜ਼ਾਂ ਬੰਦਾ ਫਿਰ ਰੋਜ਼ ਦਾ ਆਦੀ ਹੋ ਜਾਂਦਾ। ਸੋ ਇਦਾਂ ਸੀ ਕਿ ਇੱਕ ਵਾਰ ਇਹ ਔਖਾ ਟਾਈਮ, ਮੇਨ ਗੱਲ ਇਹ ਚੀਜ਼ ਤੇ ਸਾਡੇ, ਉਹ ਵੀ ਮੈਰਿਡ ਸੀ ਮੈਂ ਵੀ ਮੈਰਿਡ ਸੀ। ਸੋ ਸਾਨੂੰ ਇਦਾਂ ਸੀ ਦੋਨਾਂ ਨੂੰ ਹੀ, ਕੋਈ ਗੱਲ ਨਹੀਂ ਔਖਾ ਟਾਈਮ ਆ, ਜਦੋਂ ਘਰ ਵਾਲੇ ਆ ਗਏ ਸਾਰੇ ਬਦਲੇ ਆਪਾਂ ਉਹਨਾਂ ਨੂੰ ਪੂਰੇ ਕਰਾਂਗੇ, ਕੋਈ ਨਹੀਂ। ਬਾਅਦ ਚ ਸ਼ਾਪਿੰਗਾਂ ਉਬਰਾਂ ਸਾਰਾ ਕੁਝ ਕਰਾਂਗੇ। ਤੇ ਹੁਣ ਸਪੋਰਾਂ ਤਾਂ ਲਿਪਸਟਿਕਾਂ ਵੀ ਅਸੀਂ ਅੱਜ ਲੈ ਕੇ ਆਉਣ ਲੱਗੇ ਆ, ਜਾਂ ਸਾਸਾ ਕਲਰਾਂ ਦੀ ਇੱਕ ਲਿਪਸਟਿਕ ਆ ਰਹੀ ਆ। ਹਾਂਜੀ, ਤੇ ਉਹੀ ਮੈਂ ਕਹਿ ਰਹੀ ਹਾਂ। ਫਿਰ ਆਪਾਂ ਕਿਹਾ ਕਿ ਕੋਈ ਗੱਲ ਨਹੀਂ ਔਖਾ ਟਾਈਮ ਕੱਢ ਲੈਣੇ, ਇੱਥੇ 4 ਜੁੜਨਗੇ, ਕੁਝ ਫਾਇਦਾ ਹੋਊਗਾ, ਆਪਣੀਆਂ ਫੀਸਾਂ ਨਿਕਲਣੀਆਂ ਜਿੱਦਾਂ ਵੀ ਆ। ਕਿਉਂਕਿ ਇਕੱਲੇ ਬੰਦੇ ਨੂੰ ਅਫੋਰਡ ਕਰਨਾ ਉਦੋਂ ਔਖਾ ਲੱਗਦਾ ਹੁੰਦਾ ਸੀ, ਜਦੋਂ ਮੈਂਟਲੀ ਬੰਦਾ ਡਿਪਰੈਸਡ ਜ਼ਿਆਦਾ ਰਹਿੰਦਾ ਹੁੰਦਾ ਸੀ। ਕਿਉਂਕਿ ਜੇ ਹੁਣ ਹਸਬੈਂਡ ਵੀ ਕੋਲ ਨਹੀਂ ਆ, ਸੋ ਇਦਾਂ ਹੁੰਦਾ ਸੀ ਕਿ ਹਸਬੈਂਡ ਨੂੰ ਵੀ ਉਹ ਚੀਜ਼ਾਂ ਘੱਟ ਹੀ ਪਤਾ ਲੱਗਣ। ਠੀਕ ਆ, ਆਪਾਂ ਦੱਸਦੇ ਹਾਂ, ਆਪਾਂ ਹਸਬੈਂਡ ਨੂੰ ਜੇ 90% ਦੱਸਦੇ ਹਾਂ ਕਿ 10% ਆਪਾਂ ਕੋਲ ਹੀ ਰੱਖ ਲਈਏ, ਕਿ ਉਹ ਫੀਲਿੰਗਸ ਕਿ ਹਾਂ ਕਿ ਇੰਨੇ ਔਖੇ ਹੋ ਕੇ ਜਾਣਾ ਪੈਂਦਾ ਹੈ ਜਿੱਦਾਂ ਵੀ ਹੈ। ਠੰਡ 'ਚ ਇਹ ਚੀਜ਼ ਬਹੁਤ ਔਖੀ ਲੱਗਦੀ ਹੈ, ਬਟ ਐਨੀ ਹਾਓ ਮੈਨੇਜ ਹੋ ਗਿਆ ਤੇ ਉਹ ਟਾਈਮ ਲੰਘ ਗਿਆ। ਰੱਬ ਨਾ ਕਰੇ ਉਹ ਟਾਈਮ ਕਿਸੇ ਹੋਰ ਤੇ ਆਵੇ, ਕਿਉਂਕਿ ਇਦਾਂ ਹੁੰਦਾ ਕਿ ਜਲਦੀ ਲੰਘ ਜੇ, ਕਿਉਂਕਿ ਆਉਂਦਾ ਹਰੇਕ ਤੇ ਆ, ਬਸ ਜਲਦੀ ਲੰਘ ਜੇ ਉਹ ਟਾਈਮ। ਤੇ ਇੱਕ ਤੋਂ ਜਦੋਂ 2 ਜਾਣੇ ਹੋ ਜਾਂਦੇ ਆ ਨਾ, ਉਹ ਦੁੱਖ ਵੰਡਿਆ ਜਾਂਦਾ, ਕਹਿ ਸਕਦੇ ਆ ਕਿ ਬੰਦਾ ਗੱਲਾਂ ਬਾਤਾਂ ਕਰਦਾ ਹੈ, ਜਿੱਦਾਂ ਉਹਨੇ ਆਪਣੇ ਘਰ ਦੀਆਂ ਦੱਸਣੀਆਂ, ਮੈਂ ਆਪਣੇ ਘਰ ਦੀਆਂ, ਸਾਡੇ ਘਰੇ ਇਦਾਂ ਹੋਇਆ, ਚੱਲ ਆਪਾਂ ਅੱਜ ਆਹ ਬਣਾਵਾਂਗੇ ਰੋਟੀ, ਜਾਂ ਆਪਾਂ ਇੱਥੇ ਤੁਰ ਜਾਂਦੇ ਆ, ਇਦਾਂ ਤੁਰੇ ਫਿਰਨਾ ਜਿੱਦਾਂ ਵੀ ਆ। ਘਰ ਤੋਂ ਆਪਾਂ ਥੋੜੇ ਜਿਹੇ ਟਾਈਮ ਤੇ ਵਾਕ ਕਰ ਆਉਣੀ, ਰੋਟੀ ਖਾ ਕੇ, ਬਸ ਇਦਾਂ ਹੀ ਟਾਈਮ ਲੰਘ ਗਿਆ। ਅੱਛਾ, ਤੇ ਉਦੋਂ ਬਾਅਦ ਟੋਰਾਂਟੋ ਵੀ ਜਿਹੜਾ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਜਾਏ ਉਹ ਪਹਿਲੇ ਦਿਨ ਗਏ। ਸੋ ਮੈਂ ਪਹਿਲੇ ਦਿਨ, ਜਿਸ ਦਿਨ ਆਪਣਾ ਉਹ ਹੋਇਆ ਸੀ ਇਨਸੀਡੈਂਟ ਕਿ ਤੁਸੀਂ ਕੈਨੇਡਾ, ਤੁਹਾਨੂੰ ਫਾਈਨ ਵੀ ਪੈ ਸਕਦਾ, ਤੁਹਾਨੂੰ ਕੈਨੇਡਾ ਚੋਂ ਵੀ ਕੱਢ ਸਕਦੇ ਆ, ਇਹ ਉਸ ਦਿਨ ਮੈਂ ਸੀਐਨ ਟਾਵਰ ਘੁੰਮੀ ਸੀ। ਉਸ ਤੋਂ ਬਾਅਦ ਮੈਂ ਆਪਣੇ ਹਸਬੈਂਡ ਦੇ ਨਾਲ, ਯਾਨੀ ਕਿ ਆਲਮੋਸਟ 2-2.5 ਸਾਲ ਬਾਅਦ, 2.5 ਸਾਲ ਬਾਅਦ, ਹਾਂਜੀ, ਹੁਣ 2-2.5 ਸਾਲ ਬਾਅਦ ਹੀ ਤੁਸੀਂ ਫਸਟ ਟਾਈਮ ਨਾਇਗਰਾ ਗਏ ਆ, ਰਾਈਟ? ਬਿਲਕੁਲ, ਹਾਂਜੀ। ਸੋ ਮੈਂ ਬਲੂ ਮਾਊਂਟੇਨਸ ਗਈ ਸੀ। ਮੁੱਖ ਦੀ ਗੱਲ ਇੱਥੋਂ ਸਾਰੀਆਂ ਇਹਨਾਂ ਚੀਜ਼ਾਂ ਤੋਂ ਇਹ ਸਿੱਖਣ ਨੂੰ ਮਿਲਦਾ ਕਿ ਜਿੰਨਾ ਚਿਰ ਫੀਸਾਂ ਨਹੀਂ ਨਿਕਲਦੀਆਂ, ਜਾਂ ਲੱਗਦਾ ਹੈ ਕਿ ਆਪਾਂ ਨੂੰ ਇਹ ਟਾਈਮ ਔਖਾ ਹੋ ਸਕਦਾ ਕਿ ਪੈਸੇ ਸੇਵ ਕਰਕੇ ਰੱਖੋ। ਹਾਂਜੀ। ਸੋ ਘੁੰਮਣ ਫਿਰਨ ਨੂੰ, ਹਰ ਇੱਕ ਚੀਜ਼ ਨੂੰ, ਉਹ ਚੀਜ਼ਾਂ ਬਾਅਦ ਵਿੱਚ ਹੀ ਟਾਈਮ ਮਿਲ ਜਾਊਗਾ। ਮੈਂ ਕਹਿ ਸਕਦੀ ਕਿ ਬੜੇ ਲੋਕ ਤੁਹਾਡੀਆਂ ਚੁਗਲੀਆਂ ਵੀ ਕਰਨਗੇ, ਤੁਹਾਡੇ ਮੂੰਹ ਤੇ ਵੀ ਕਹਿਣਗੇ। ਮੈਂ 3 ਜਾਣੀਆਂ ਤੋਂ ਹੀ, 3-4 ਜਾਣੀਆਂ ਨਾਲ ਰਹਿੰਦੀ ਸੀ, ਮੈਂ 3 ਜਾਣੀਆਂ ਤੋਂ ਹੀ ਸੁਣਿਆ ਸੀ ਇੰਨੀ, ਮੈਨੂੰ ਏਦਾਂ ਕਹਿੰਦੀ ਨਾ ਵਾ ਇੰਨੀ ਵੀ ਕੰਜੂਸੀ ਨਾ ਕਰਿਆ ਕਰ, ਇੰਨੀ ਵੀ ਕੀ ਕੰਜੂਸੀ ਕਰਨ। ਸੋ ਮੈਂ ਉਦੋਂ ਉਹਨਾਂ ਦੇ ਮੂੰਹ ਵੱਲ ਨਹੀਂ ਸੀ ਦੇਖਦੀ ਹੁੰਦੀ, ਉਹਨਾਂ ਦੇ ਲਾਈਫ ਸਟਾਈਲ ਵੱਲ ਨਹੀਂ ਸੀ ਦੇਖਦੀ ਹੁੰਦੀ। ਮੈਨੂੰ ਏਦਾਂ ਹੀ, ਮੈਨੂੰ ਮੇਰਾ ਪਤਾ ਤੇ ਮੈਨੂੰ ਮੇਰੇ ਫਿਊਚਰ ਦਾ ਪਤਾ, ਮੈਂ ਕੀ ਕਰਨਾ, ਮੈਂ ਕਿਹੜੇ ਰਾਹ ਤੇ ਆ। ਕਰਨਾ ਤੁਸੀਂ ਵੀ ਉਹੀ ਆ, ਕਰਨਾ ਮੈਂ ਵੀ ਉਹੀ ਆ, ਪਰ ਮੈਂ ਆਪਣੇ ਤਰੀਕੇ ਨਾਲ ਕਰੂੰ, ਤੁਸੀਂ ਆਪਣੇ ਨਾਲ ਕਰੋ। ਮੈਨੂੰ ਏਦਾਂ ਹੀ, ਮੈਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ। ਦੈਟਸ ਉਹ 1.5 ਸਾਲ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਘਰੋਂ 1 ਵਾਰੀ ਕਿ 2 ਵਾਰੀ ਪਾਰਸਲ, 1 ਵਾਰੀ ਆਇਆ ਹਨਾ ਪਾਰਸਲ, ਮੇਬੀ ਉਸ 1.5 ਸਾਲ ਦੇ ਵਿੱਚ, 1.5-2 ਸਾਲ ਦੇ ਵਿੱਚ, ਉਸ ਸ਼ਾਇਦ 2 ਜਾਂ 1 ਪਾਰਸਲ, ਇੱਕ ਤਾਂ ਕੁੜੀ ਦੇ ਕੋਲ ਭੇਜਿਆ ਸੀ, ਇੱਕ ਕੁੜੀ ਦਾ ਥੋੜਾ ਸਮਾਨ ਆਇਆ ਸੀ ਹਨਾ, ਸੋਫੀ ਕੇ ਬੈਗ ਵਗੈਰਾ, ਤੇ 1 ਵਾਰੀ 1 ਪਾਰਸਲ, 1 ਵਾਰੀ ਪਾਰਸਲ, ਉਸ ਟਾਈਮ 'ਚ 1-2 ਆਏ ਸੀ। ਤੇ ਉਹ 2 ਸਾਲ ਦੇ ਵਿੱਚ ਤੁਸੀਂ ਇੱਕ ਇਥੋਂ ਸਿੰਗਲ ਜਰਾਬ ਤੱਕ ਨਹੀਂ ਬਾਏ ਕੀਤੀ, ਮੈਨੂੰ ਲੱਗਦਾ ਹਨਾ। ਸੋ ਜਿਹੜਾ ਘਰੋਂ ਸਮਾਨ ਤੁਸੀਂ ਤੋਂ ਖਰੀਦ ਲਿਆਂਦਾ ਕੱਪੜਿਆਂ ਤੱਕ, ਨਹੀਂ ਤੇ ਕੁੜੀਆਂ ਨੂੰ ਕੱਪੜਿਆਂ ਦਾ ਵੱਧ ਇਹਨੂੰ ਬਹੁਤ ਕਰੇਜ਼ ਆ ਹਨਾ। ਸੋ ਇਹਦੇ ਕੋਲ ਐਨੇ ਕੁ ਕੱਪੜੇ, ਅਲਮਾਰੀਆਂ ਭਰੀਆਂ ਪਈਆਂ ਨੇ ਬਿਲਕੁਲ। ਸੋ ਉਹ ਕੁਝ ਵੀ ਪਾਉਣਾ ਨਹੀਂ ਆ, ਬਸ ਲੈ ਕੇ ਭਲਾ ਰੱਖੀ ਜਾਓ। ਤੇ ਉਸ 2 ਸਾਲ ਦੇ ਵਿੱਚ ਇੱਕ ਸਿੰਗਲ ਜਰਾਬ ਤੱਕ ਇੱਥੋਂ ਨਹੀਂ ਲਈ, ਜੋ ਇੰਡੀਆ ਤੋਂ ਲੈ ਆਂਦਾ ਤੇ ਜੋ ਇੰਡੀਆ ਤੋਂ ਆ ਗਿਆ, ਬਸ ਆ ਗਿਆ ਸੇਮ ਉੱਥੇ। ਇੱਕ ਵਾਰ ਮੈਨੂੰ ਯਾਦ ਆ ਕਿ ਮੇਰੇ ਕੋਲ ਗਰਮੀਆਂ ਦੇ ਕੱਪੜੇ ਜਿੱਦਾਂ ਘੱਟ ਸੀ, ਉਦੋਂ ਸਨੋ ਸੀ, ਮੈਂ ਠੰਡ ਵਾਲੇ ਕੱਪੜੇ ਜ਼ਿਆਦਾ ਲੈ ਕੇ ਆਈ ਸੀ। ਸੋ ਗਰਮੀਆਂ ਵਾਲੇ, ਜਿੱਦਾਂ ਮੈਨੂੰ ਗਰਮੀ ਲੱਗਿਆ ਕਰਨੀ, ਟੀ-ਸ਼ਰਟਸ ਵਗੈਰਾ ਮੇਰੇ ਕੋਲ ਹੈ ਨਹੀਂ ਸੀ, ਤੇ ਮੈਨੂੰ ਇਹ ਨਾ ਸਮਝ ਆਉਣਾ ਵੀ ਮੈਂ ਹੁਣ ਕਿੱਥੇ ਜਾਵਾਂ ਜਾਂ ਕਿਹਦੇ ਨਾਲ ਜਾਵਾਂ। ਸੋ ਦੀਦੀ ਨਾਲ ਮੇਰੀ ਗੱਲਬਾਤ ਹੋਈ ਹਨਾ, ਦੀਦੀ ਨੂੰ ਮੈਂ ਮਿਲਣ ਜਾਂਦੀ ਹੁੰਦੀ, ਜਾਂ ਦੀਦੀ ਮੇਰੇ ਕੋਲ ਵੀ 1-2 ਵਾਰ ਆਈ, ਸਰਬਜੀਤ ਦੀਦੀ। ਸੋ ਇੱਕ ਉਹ ਫੈਮਿਲੀ ਦੇ ਬਹੁਤ ਤੁਹਾਡਾ ਸਾਥ ਦਿੱਤਾ ਬਿਲਕੁਲ। ਹਾਂਜੀ, ਹੁਣ ਤੱਕ ਸੋ ਜੇ ਕੋਈ ਬਾਅਦ ਵਿੱਚ ਘੁੰਮਣ ਵੀ ਲੈ ਕੇ ਜਾਣਾ ਸੀ, ਉਹਨਾਂ ਨੇ ਜ਼ੋਰ ਇੰਨਾ ਕੁ ਲਾਇਆ ਮੈਨੂੰ ਬਲੂ ਮਾਊਂਟੇਨਸ ਦਾ, ਮੇਰੇ ਤੋਂ ਮਨਾ ਨਹੀਂ ਹੋਇਆ ਉਦੋਂ।
ਸਾਰੀ ਜਿੱਦਾਂ 15-16 ਜਾਣੇ ਸੀ ਉਦੋਂ ਮੈਨੂੰ ਪਹਿਲੀ ਵਾਰ ਮੈਂ ਉੱਥੇ ਗਈ ਸੀ ਘੁੰਮਣ ਉਹਨਾਂ ਦੇ ਨਾਲ ਤੇ ਮੇਰੇ ਤੋਂ ਮਨਾ ਨਹੀਂ ਹੋਇਆ। ਓਕੇ, ਸੋ ਜਿਹੜੇ ਸਰਬਜੀਤ ਦੀਦੀ ਹੋਣੀ ਸੀ ਉਹ ਵੀ ਤੁਹਾਨੂੰ ਇੰਸਟਾ ਦੇ ਥਰੂ ਹੀ ਮਿਲੇ ਸੀ, ਰਾਈਟ? ਅਮਨ ਇੰਸਟਾ ਦੇ ਥਰੂ ਮਿਲੇ। ਸੋ ਅਮਨ ਤੇ ਜਦੋਂ ਤੁਹਾਡੇ ਅਮਨ ਤੁਸੀਂ ਉਹ ਘਰ ਲੀਵ ਕੀਤਾ ਉਦੋਂ ਬਾਅਦ ਤੁਸੀਂ ਦੀਦੀ ਹੋਰਾਂ ਨਾਲ ਸ਼ਿਫਟ ਹੋ ਗਏ ਸੀ ਹਨਾ, ਫਿਰ ਤੁਹਾਨੂੰ ਥੋੜਾ ਸੌਖਾ ਹੋ ਗਿਆ ਸੀ ਹਨਾ, ਚਲੋ ਕੋਈ ਕੰਮ ਕੁਮ ਹੋਣਾ ਉਹਨਾਂ ਨੇ ਗੱਡੀ ਤੇ ਕਰਵਾ ਲੈਣਾ, ਗਰੋਸਰੀ ਗੱਡੀ ਤੇ ਕਰ ਲਿਆਉਣੀ, ਬਹੁਤ ਨਾ ਇਹ ਚੀਜ਼ਾਂ ਸੌਖਾ ਹੋਇਆ। ਹੁਣ ਤੱਕ ਬੜੀ ਵਧੀਆ ਬੌਂਡਿੰਗ ਵੀ ਬਣੀ ਹੋਈ ਆ। ਤੇ ਕੀ ਗੱਲ ਕਰ ਰਹੀ ਸੀ ਮੈਂ ਭੁੱਲ ਗਈ। ਉਹੀ ਕਿ ਕੱਪੜੇ ਕੁਪੜੇ ਨਹੀਂ ਬਾਏ ਕੀਤੇ। ਹਾਂਜੀ, ਤੇ ਕੱਪੜੇ ਫਿਰ ਮੈਂ ਦੀਦੀ ਨਾਲ ਇਦਾਂ ਗੱਲ, ਦੀਦੀ ਦੇ ਕੋਲ ਐਕਚੁਅਲੀ ਮੈਂ ਗਈ ਸੀ ਬਲੂ ਮਾਊਂਟੇਨ ਸੀ ਜਦੋਂ ਘੁੰਮਣ ਗਈ ਸੀ, ਤੇ ਮੇਰੇ ਨਾ ਥੋੜਾ ਮੋਟਾ ਪਾਇਆ ਹੋਇਆ ਸੀ ਕੁਝ, ਤੇ ਦੀਦੀ ਕਹਿੰਦੇ ਤੈਨੂੰ ਗਰਮੀ ਨਹੀਂ ਲੱਗਦੀ? ਮੈਂ ਕਿਹਾ ਦੀਦੀ ਇਦਾਂ ਕਰਕੇ ਵੀ ਮੈਂ ਕੱਪੜੇ ਨਾ ਥੋੜੇ ਜਿਹੇ ਮੇਰੇ ਕੋਲ ਵੀ ਗਰਮੀਆਂ ਵਾਲੇ ਮੈਂ ਬਾਏ ਕਰਨੇ ਆ, ਵੀ ਮੈਨੂੰ ਹੁਣ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ। ਤੇ ਉਹ ਦੀਦੀ ਕਹਿੰਦੇ ਚਲ ਮੈਂ ਤੇਰੇ ਨਾਲ ਚੱਲਦੀ ਆ। ਦੀਦੀ ਮੇਰੇ ਕੋਲ ਗਏ, ਦੀਦੀ ਮੈਨੂੰ ਲੈ ਕੇ ਗਏ ਕਿਤੇ, ਹੁਣ ਮੈਨੂੰ ਇਹ ਵੀ ਨਹੀਂ ਯਾਦ ਉਦੋਂ ਲੈ ਕੇ ਕਿਤੇ ਗਏ ਕਿ ਕੁਝ ਮੈਂ ਪਹਿਲੀ ਵਾਰ ਗਈ ਸੀ। ਸੋ ਉਦੋਂ ਮੈਂ 2-3 ਟੀ-ਸ਼ਰਟਸ ਲਈਆਂ ਸੀ, ਤੇ ਮੈਨੂੰ ਉਹ ਪੈਸੇ ਲਾਉਂਦੇ ਵੀ ਮੇਰੇ ਦਿਲ 'ਚ ਕੁਝ ਹੁੰਦਾ ਹੋਇਆ ਸੀ ਕਿ ਮੈਂ ਨਾ ਹੀ ਪੈਸੇ ਲਾਵਾਂ। ਦੀਦੀ ਨੇ ਮੈਨੂੰ ਕੱਪੜੇ ਖਰੀਦਣੇ ਵੀ ਨਹੀਂ ਸੀ ਆਉਂਦੇ, ਇਹ ਵੀ ਸਭ ਤੋਂ ਵੱਡੀ ਔਖੀ ਚੀਜ਼ ਸੀ ਮੇਰੇ ਲਈ। ਬਟ ਦੀਦੀ ਹੈਗੇ ਸੀ, ਦੀਦੀ ਦੇ ਜਵਾਕ ਵੀ ਨੇ ਜਿੱਦਾਂ, ਸੋ ਦੀਦੀ ਨੂੰ ਸਾਰਾ ਕੁਝ ਪਤਾ ਹਨਾ। ਸੋ ਦੀਦੀ ਨੇ ਦੇਖਿਆ ਦੁਖਿਆ ਕਿ ਹਾਂ ਆਹ ਲੈ ਸਕਦੀ ਆ, ਸੋ ਮੈਂ 2-3 ਟੀ-ਸ਼ਰਟਸ ਉਦੋਂ ਲੈ ਲਈਆਂ ਬਸ। ਉਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਲਿਆ, ਉਹ ਵੀ ਲੋੜ ਸੀ। ਤੇ ਹੁਣ ਤਾਂ ਚਲੋ ਕੀ ਦਸੀਏ, ਇਹ ਤਾਂ ਹੁਣ ਘਰ ਵਾਲਾ ਜਾਣੇ ਜਿਹਦੇ ਪੈਸੇ ਲੱਗਦੇ ਨੇ। ਮੈਂ ਇੱਥੇ ਕੈਮਰਾ ਘੁਮਾ ਕੇ ਦਿਖਾਵਾਂ ਤਾਂ ਇੱਥੇ ਹੁਣ ਸਾਨੂੰ ਲਿਫਾਫੇ ਦਿਸਣਗੇ। ਉਹ ਮੇਰੇ ਸਾਹਮਣੇ ਨਾਈਕੀ ਦਾ ਪਿਆ, ਟੌਮੀ ਦਾ ਪਿਆ, ਆ ਫੁੱਟ ਲੋਕਰ ਦੇ ਪਏ ਆ, ਉਹ ਸੀਕੇ ਦਾ ਪਿਆ ਹੋਇਆ, ਤੇ ਸਫੋਰਾ ਦੇ ਤਾਂ ਪਤਾ ਨਹੀਂ ਉਹ ਕਿੰਨੇ, ਮਤਲਬ ਕਿ ਇਹ ਸਿਰਫ ਰੀਸੈਂਟਲੀ ਆਹ ਹਫਤੇ ਵਾਲੇ ਕਿ ਜਿਹੜੇ ਹਜੇ ਸਾਡਾ ਸੰਭ ਦਾ ਟਾਈਮ ਨਹੀਂ ਲੱਗਾ। ਸੋ ਠੀਕ ਆ, ਬੰਦਾ ਆ ਹਨਾ। ਸੋ ਇੱਕ ਬੰਦੇ ਨੂੰ ਔਖਾ ਟਾਈਮ ਕੱਢ ਲੈਣਾ ਚਾਹੀਦਾ ਆਪਦਾ। ਸੋ ਇੱਕ ਵਾਰੀ ਔਖਾ ਟਾਈਮ ਨਿਕਲ ਗਿਆ, ਬਾਅਦ ਵਿੱਚ ਬੰਦਾ ਥੋੜਾ ਸੌਖਾ ਹੋ ਜਾਂਦਾ, ਸਭ ਕੁਝ ਸ਼ੌਕ ਪੁੱਗ ਜਾਂਦੇ ਨੇ, ਸਾਰੇ ਪੁੱਗ ਜਾਂਦੇ ਨੇ। ਇੱਕ ਵਾਰੀ ਕੋਈ 2 ਸਾਲ ਬੰਦਾ ਥੋੜੇ ਸ਼ੌਕ ਮਾਰ ਲਿਆ। ਬਿਲਕੁਲ, ਇਹ ਰਿਹਾ ਤੁਹਾਡਾ ਹਨਾ ਸਫ਼ਰ, ਕਾਫੀ ਕੁਝ ਸਿੱਖਣ ਨੂੰ ਮਿਲਿਆ ਹਨਾ। ਸੋ ਠੀਕ ਆ, ਹੋਣਾ ਵੀ ਚਾਹੀਦਾ। ਸੋ ਮੈਂ ਸਭ ਤੋਂ ਵੱਡੀ ਗੱਲ ਇਹ ਕਹੂੰਗੀ ਕਿ ਅਨਸਾਰ ਕਿਸੇ ਤੇ ਵੀ ਇੰਨਾ ਬਲਾਈਂਡ ਟਰਸਟ ਨਾ ਕਰੋ ਕਿ ਹਾਂ ਅਗਲਾ ਬੰਦਾ ਤੁਹਾਡੇ ਲਈ ਜੋ ਵੀ ਡਿਸੀਜਨ ਲਊਗਾ ਉਹ ਸਹੀ ਲਊਗਾ, ਜੋ ਕਹਿ ਰਿਹਾ ਉਹ ਸਹੀ ਹੋਊਗਾ। ਆਸੇ-ਪਾਸਿਓਂ ਪਤਾ ਕਰੋ, ਜਿੰਨੇ ਤੁਹਾਡੇ ਕੰਟੈਕਟਸ ਹੈਗੇ ਨੇ ਸਾਰਿਆਂ ਨੂੰ ਤੁਸੀਂ ਪੁੱਛੋ ਆਹ ਚੀਜ਼ ਇਦਾਂ ਹੁੰਦੀ, ਆਹ ਚੀਜ਼ ਇਦਾਂ ਹੁੰਦੀ, ਉਹ ਮੈਨੂੰ ਇਦਾਂ ਕਿਹਾ ਗਿਆ, ਇਦਾਂ ਇਹ ਕੀ ਹੈ, ਠੀਕ ਆ, ਫੇਰ ਕਿਤੇ ਜਾ ਕੇ ਉਹ ਚੀਜ਼ ਕਰੋ। ਐਂਡ ਇੱਕ ਚੀਜ਼ ਹੋਰ, ਇੱਥੇ ਸਕੈਮ ਬੜੇ ਹੁੰਦੇ, ਜਿੱਦਾਂ ਕਿ ਕਾਲਾਂ ਬੜੀਆਂ ਆਉਂਦੀਆਂ। ਸੋ ਜਿਹੜੇ ਦੀਦੀ ਕੇ ਘਰੇ ਮੈਂ ਰਹਿੰਦੀ ਸੀ ਉੱਥੇ ਨੀਤੂ ਦੀਦੀ, ਸੋ ਉੱਥੇ ਉਹ ਇੱਕ ਦੀਦੀ ਸੀ ਮੇਰੇ ਵਾਂਗੂ ਸਟੂਡੈਂਟ ਆਏ, ਉਹਨਾਂ ਨੂੰ ਕਾਲ ਆਈ ਕਿ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸੇ ਸਾਰੇ ਕੱਟੇ ਜਾਣੇ ਆ, ਤੁਹਾਨੂੰ ਮੈਂ ਹੁਣੇ ਅਕਾਊਂਟ ਨੰਬਰ ਆ ਦੱਸਦਾ, ਇਹਦੇ ਵਿੱਚ ਪੈਸੇ ਤੁਸੀਂ ਜਮ੍ਹਾਂ ਕਰਾ ਦਿਓ ਅਕਾਊਂਟ ਚੋਂ ਕਢਾ ਕੇ। ਫੋਨ ਐਦਾਂ ਲੱਗਾ, ਉਹ ਫੋਨ ਲੱਗੇ ਤੋਂ ਕਹਿੰਦੇ ਇਦਾਂ ਹੀ ਜਾਓ ਨਹੀਂ ਤਾਂ ਤੁਹਾਡਾ ਅਕਾਊਂਟ ਬਲੌਕ ਹੋ ਜਾਣਾ, ਕੁਝ ਇਦਾਂ ਹੋਇਆ। ਉਹਨੇ ਪੈਸੇ ਕਢਾਏ, ਉਹਨਾਂ ਨੇ ਜਿਹੜਾ ਅਕਾਊਂਟ ਨੰਬਰ ਦਿੱਤਾ ਉਹਨੇ ਕਰਤੇ ਫਾਰਵਰਡ, ਐਂਡ ਵਿਚਾਰੀ ਉਹਨੂੰ ਬਾਅਦ ਚੋਂ ਪਤਾ ਲੱਗਾ ਮੇਰੇ ਨਾਲ ਸਕੈਮ ਹੋ ਗਿਆ। ਓਕੇ, ਸੋ ਇਹ ਚੀਜ਼ਾਂ ਤੇ ਨਾ ਸਕੈਮ ਵਾਲੀਆਂ ਤੇ ਹੋਰ ਵੀ ਮੇਰੇ ਕੋਲ 2-3 ਟੌਪਿਕ ਨੇ, ਉਹ ਆਪਾਂ ਕਿਸੇ ਹੋਰ ਪ੍ਰੋਡਕਾਸਟ ਹੋਰ ਕਿਸੇ ਵੀਡੀਓ ਦੇ ਵਿੱਚ ਕਰਾਂਗੇ। ਸੋ ਅੱਜ ਦੀ ਵੀਡੀਓ ਬਹੁਤ ਆ ਹਨਾ। ਸੋ ਮੋਟੀਆਂ ਗੱਲਾਂ ਮੈਨੂੰ ਦਾ ਕਵਰ ਹੋ ਚੁੱਕੀਆਂ ਨੇ, ਤੁਹਾਡੀਆਂ ਦੁੱਖ ਕਹਾਣੀਆਂ, ਸੁੱਖ ਕਹਾਣੀਆਂ, ਸਾਰਾ ਕੁਝ ਹਨਾ ਐਜ਼ ਅ ਸਟੂਡੈਂਟ ਦੀਆਂ। ਸੋ ਇਹ ਸੀ ਆਪਣਾ ਹਨਾ ਪਹਿਲਾ ਪ੍ਰੋਡਕਾਸਟ, ਤੇ ਉਮੀਦ ਕਰਦੇ ਹਾਂ ਹਨਾ ਤੁਹਾਨੂੰ ਕੁਝ ਸਿੱਖਣ ਨੂੰ, ਕੁਝ ਘਰਦਿਆਂ ਨੂੰ ਵੀ ਪਤਾ ਲੱਗਾ ਹੋਊਗਾ ਕਿ ਬੱਚਿਆਂ ਨੂੰ ਇੱਥੇ ਭੇਜ ਰਹੇ ਆ, ਬੱਚਿਆਂ ਨੂੰ ਕੀ ਕੁਝ ਫੇਸ ਕਰਨਾ ਪੈਂਦਾ। ਥੋੜੀ ਹੱਲਾਸ਼ੇਰੀ ਘਰ ਦੇ ਦਿੰਦੇ ਨੇ, ਹੋਰ ਥੋੜੀ ਹੱਲਾਸ਼ੇਰੀ ਦੇਈਏ ਕਿ ਚੱਲ ਕੋਈ ਨਹੀਂ ਪੁੱਤ, ਹੋ ਜਾਊਗਾ, ਕਰ ਲਾਂਗੇ। ਸੋ ਹੁਣ ਤਾਂ ਕੰਮ ਕੁਮ ਦਾ ਵੈਸੇ ਵੀ, ਤੇ ਦੱਸਿਓ ਜੇ ਤੁਹਾਨੂੰ ਹਨਾ ਵਧੀਆ ਲੱਗਾ। ਇੱਥੇ 1 ਘੰਟਾ 2 ਮਿੰਟ ਦੀ ਵੀਡੀਓ ਚੱਲੇਗੀ ਆ ਹੁਣ ਤੱਕ। ਤੇ ਮੇਨ ਗੱਲ ਇਹ ਆ, ਇਹਦਾ ਕਨਕਲੂਜਨ ਮੈਂ ਇਹ ਦਊਂਗੀ, ਪਹਿਲੀ ਗੱਲ ਕਿਸੇ ਤੇ ਬਲਾਈਂਡਲੀ ਟਰਸਟ ਨਾ ਕਰੋ, ਕੋਈ ਕਿੱਦਾਂ ਵੀ ਕਹਿੰਦਾ ਬਸ ਉਹ ਸਾਰੀ ਚੀਜ਼ ਦੇਖ ਪਰਖ ਕੇ। ਦੂਜੀ ਗੱਲ, ਕੋਈ ਇੰਨੇ ਭੋਲੇ ਨਾ ਬਣੋ ਤੁਹਾਡੇ ਕੋਈ ਮਿੰਟ ਚੁੱਲੂ ਬਣਾ ਕੇ ਚਲਾ ਜਾਵੇ। ਇੰਨਾ ਕੁ ਆਪਦੀਆਂ ਅੱਖਾਂ ਦਿਮਾਗ ਖੋਲ ਕੇ ਰੱਖੋ, ਜੇ ਕੋਈ ਤੁਹਾਨੂੰ ਇੱਕ ਚੀਜ਼ ਗਲਤ ਕਹਿੰਦਾ ਤਾਂ ਤੁਸੀਂ ਉਹਨੂੰ 2 ਕਹਿਣ ਜੋਗੇ ਹੋਵੋ, ਭਲਾ ਅੰਦਰੋਂ ਤੁਸੀਂ ਕੰਬਦੇ ਹੋ, ਪਰ ਇੱਕ ਵਾਰ ਬੰਦੇ ਨੂੰ ਇੰਨਾ ਕੁ ਡਰਾ ਦਿਓ ਕਿ ਅੱਗੇ ਤੋਂ ਕੋਈ ਉਹ ਬੰਦਾ ਤੁਹਾਨੂੰ ਕੁਝ ਗਲਤ ਨਾ ਕਵੇ। ਇਹ ਚੀਜ਼ ਆਪਣੀ ਇੱਥੇ ਸਟੱਡੀ ਆਉਣ ਲੱਗੇ ਪੂਰਾ ਸਰਚ ਕਰਕੇ ਆਓ ਮੈਂ ਕੀ ਸਟੱਡੀ ਕਰ ਰਿਹਾ ਆ, ਫਿਊਚਰ 'ਚ ਕੀ ਕਰਨਾ। ਪਹਿਲਾਂ ਇਹ ਵੀ ਚਲੋ ਇਹ ਚੀਜ਼ਾਂ ਹਨਾ ਸਟੱਡੀ ਦੇ ਨਾਲ ਰਿਲੇਟਡ ਆ, ਬਾਕੀ ਚੀਜ਼ਾਂ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ, ਥੱਲੇ ਕਮੈਂਟ ਕਰਕੇ ਦੱਸਿਓ ਕਿ 1 ਘੰਟੇ ਤੋਂ ਪਾਰ ਤੱਕ ਕਿੰਨੇ ਇਸ ਪ੍ਰੋਡਕਾਸਟ ਨੂੰ ਦੇਖਿਆ, ਤਾਂ ਕਿ ਫਿਰ ਆਪਾਂ ਅੱਗੇ ਤੋਂ ਇਦਾਂ ਦੇ ਹਨਾ ਬਣਾਈਏ, ਤਾਕਿ ਤੇ ਸਾਡਾ ਵੀ ਟਾਈਮ ਵੇਸਟ ਨਾ ਹੋਵੇ। ਬਹੁਤ ਡਰ ਲੱਗਦਾ ਸੀ ਕਿ ਮੈਂ ਸੀਰੀਅਸ ਹੋ ਕੇ ਕਿਵੇਂ ਬੈਠੂੰਗੀ, ਪਰ ਮੈਂ ਬੈਠ ਗਈ। ਹਾਂ, ਸੋ ਤਾਂ ਕਿ ਸਾਡਾ ਵੀ ਟਾਈਮ ਵੇਸਟ ਨਾ ਹੋਵੇ, ਤੁਹਾਡਾ ਵੀ ਟਾਈਮ ਵੇਸਟ ਨਾ ਹੋਵੇ। ਸੋ ਹਨਾ ਇਹ ਤਾਂ ਅਸੀਂ ਪਹਿਲਾ ਦਿਨ ਐਦਾਂ ਹੀ ਬਸ ਮਾੜਾ ਜਿਹਾ ਸੈਟਅਪ ਜਿਹਾ ਕਰਕੇ ਕੀਤਾ। ਸੋ ਆਪਾਂ ਜੇ ਇਹ ਚੀਜ਼ ਹਨਾ ਥੋੜਾ ਵਧੀਆ ਤੁਹਾਨੂੰ ਲੱਗੀ, ਸੋ ਆਪਾਂ ਇੱਕ ਵਧੀਆ ਸੈਟਅਪ ਕਰਕੇ ਅੱਗੇ ਤੋਂ ਥੋੜਾ ਇੱਕ ਤਰੀਕੇ ਦੇ ਨਾਲ ਇੱਕ ਵਧੀਆ ਪ੍ਰੋਡਕਾਸਟ ਕਰਿਆ ਕਰਾਂਗੇ, ਮਾਈਕ ਵਗੈਰਾ ਬਾਏ ਕਰਾਂਗੇ ਫਿਰ ਸਾਰਾ ਕੁਝ, ਜੇ ਤੁਹਾਨੂੰ ਇਹ ਚੀਜ਼ ਲੱਗੀ।
ਤੇ ਚਲੋ ਠੀਕ ਆ, ਮੇਕ ਸ਼ੋਰ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰ ਲਿਓ। ਸੋ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਸਾਰਿਆਂ ਨੇ, ਸਾਨੂੰ ਤੁਹਾਡੇ ਕਮੈਂਟ ਦੀ ਬਹੁਤ ਲੋੜ ਆ ਕਿ ਕਿੱਦਾਂ ਕੀ ਹਨਾ, ਤੇ ਫਿਰ ਹੀ ਆਪਾਂ ਅੱਗੇ ਇਹ ਚੀਜ਼ ਨੂੰ ਕੰਟੀਨਿਊ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ, ਤੇ ਮੇਕ ਸ਼ੋਰ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ। ਸਤਿ ਸ਼੍ਰੀ ਅਕਾਲ ਜੀ।